ਕਈ ਹੈ ਟੀਵੀ ਚੈਨਲ ਦੇ तमाम ਦਰਸ਼ਕਾਂ ਨੂੰ ਮੇਰੇ ਜਾਨੀ ਡਾਕਟਰ ਸਵਰਨਜੀਤ ਕੌਰ ਤੇ ਪਰਮਵੀਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਜੀ। ਪਿਆਰੇ ਦਰਸ਼ਕੋ, ਅੱਜ ਕਈ ਦਿਨਾਂ ਬਾਅਦ ਅਸੀਂ ਇਕੱਠੇ ਚੈਨਲ ਤੇ ਆ ਰਹੇ ਹਾਂ ਤੇ ਸਾਨੂੰ ਸਭ ਤੋਂ ਪਹਿਲਾਂ ਤਾਂ ਕਿਸਾਨ ਮੋਰਚੇ ਵਿੱਚ ਜੋ ਸਾਡੇ ਵੀਰਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹੋਏ ਬੜੇ ਗਮਗੀਨ ਹੋ ਕੇ ਇਹ ਕਹਿ ਰਹੇ ਹਾਂ ਕਿ ਸਾਨੂੰ ਬਹੁਤ ਬਹੁਤ ਦੁੱਖ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਕਿਸਾਨ ਮੋਰਚੇ ਵਿੱਚੋਂ ਤਕਰੀਬਨ 2 ਲਾਸ਼ਾਂ ਹਰ ਰੋਜ਼ ਸਾਡੇ ਪਿੰਡਾਂ ਨੂੰ ਪਰਤ ਰਹੀਆਂ ਨੇ। ਤੇ ਲਾਸ਼ ਤਾਂ ਕਹਿੰਦੇ ਨੇ ਕਿ ਜੇ ਇੱਕ ਵੀ ਕਿਸੇ ਨੂੰ ਦਿਸ ਜਾਵੇ ਜਾਂ ਕਿਸੇ ਦੇ ਘਰ ਦੇ ਵਿੱਚ ਆ ਜਾਵੇ ਤਾਂ ਉਹ ਹੀ ਬਹੁਤ ਔਖੀ ਹੁੰਦੀ ਹੈ ਤੇ ਉਦੋਂ ਹੀ ਦਿਲ ਤਾਂ ਮਾਰ ਕੇ ਰੋਂਦਾ ਹੈ। ਤੇ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਠੰਡ ਵੀ ਉੱਤੋਂ ਬਹੁਤ ਜ਼ਿਆਦਾ ਹੈ ਤੇ ਉੱਥੇ ਬਿਰਧ ਬਾਪੂ ਵੀ ਸਾਡੇ ਬੜੇ ਬੈਠੇ ਨੇ ਤੇ ਬਹੁਤ ਤਰ੍ਹਾਂ ਦੇ ਉੱਥੇ ਮੁਸ਼ਕਲ ਸਾਨੂੰ ਆ ਰਹੀ ਹੈ। ਭਾਵੇਂ ਅਸੀਂ ਦ੍ਰਿੜ ਇਰਾਦੇ ਦੇ ਮਾਲਕ ਹਾਂ, ਹੱਠੀ ਹਾਂ ਤੇ ਕਿਸਾਨ ਇਸ ਨੂੰ ਗਾਲਦੇ ਤੱਕ ਨਹੀਂ, ਲੇਕਿਨ ਜੋ ਕੁਝ ਸਾਡੇ ਨਾਲ ਵਾਪਰ ਰਿਹਾ ਇੱਕ ਸਰਕਾਰ ਦੀ ਹੱਠ ਧਰਮੀ ਕਰਕੇ ਉਹਦੇ ਕਰਕੇ ਸਾਨੂੰ ਬਹੁਤ ਹੀ ਤਕਲੀਫ ਹੋ ਰਹੀ ਹੈ ਕਿ ਸਾਡੇ ਵੀਰ, ਸਾਡੀ ਮਾਂ ਜਾਂ ਸਾਡਾ ਕੋਈ ਭਰਾ ਜਦੋਂ ਇਸ ਦੁਨੀਆ ਤੋਂ ਜਾਂਦਾ ਹੈ ਤੇ ਸਾਨੂੰ ਬਹੁਤ ਦੁੱਖ ਹੁੰਦਾ ਹੈ। ਬਿਲਕੁਲ ਅਸ਼ਕੋ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਜਿਵੇਂ 2 ਲਾਸ਼ਾਂ ਰੋਜ਼ ਪੰਜਾਬ ਨੂੰ, ਪਿੰਡਾਂ ਨੂੰ ਵਾਪਸ ਆਉਂਦੀਆਂ ਨੇ, ਪਰਤਦੀਆਂ ਨੇ, ਬੜੇ ਦੁੱਖ ਦੀ ਗੱਲ ਆ। ਬੜੀ ਇਹ ਗਮਗੀਨ ਜਿਹਾ ਮਾਹੌਲ ਬਣਿਆ ਪਿਆ ਤੇ ਕੁਝ ਵੀ ਸੁੱਝ ਨਹੀਂ ਰਿਹਾ ਸੀ ਕੀ ਕਰੀਏ ਤੇ ਕੀ ਨਾ ਕਰੀਏ। ਅੱਜ ਹੀ ਡਾਕਟਰ ਸਾਹਿਬ ਤੇ ਟਿੱਕਰੀ ਬਾਰਡਰ ਦੇ ਉੱਪਰ ਇੱਕ ਹੋਰ ਬਜ਼ੁਰਗ 60 ਸਾਲ ਦੇ ਜਗਦੀਪ ਸਿੰਘ ਸ਼ਾਇਦ ਉਹਨਾਂ ਦਾ ਨਾਮ ਸੀ, ਉਹਨਾਂ ਦਾ ਪਿੰਡ ਸੀ, ਔਰ ਉਹਨਾਂ ਦੀ ਵੀ ਜਿਹੜੀ ਉੱਥੇ ਸ਼ਹਾਦਤ ਹੀ ਕਹਾਂਗੇ ਇਸ, ਭਾਵੇਂ ਕਿ ਅੰਦੋਲਨ ਕੁਰਬਾਨੀਆਂ ਮੰਗਦੇ ਹੁੰਦੇ ਨੇ ਤੇ ਉਹ ਸ਼ਹਾਦਤ ਹੋ ਗਈ ਆ ਦਿਲ ਨੂੰ ਝੰਜੋੜ ਦੇਣ ਵਾਲੀ। 2 ਦਿਨ ਪਹਿਲਾਂ ਵੀ ਇੱਕ ਨੌਜਵਾਨ ਜਿਹੜਾ ਸੀਗਾ ਉਹਨੇ ਜਿਹੜਾ ਸੁਸਾਈਡ ਕਰ ਲਿਆ, ਦਵਾਈ ਪੀ ਲਈ ਕੋਈ ਜ਼ਹਿਰੀਲੀ ਸਲਫਾਸ, ਔਰ ਉਹਦੀ ਵੀ ਡੈਥ ਹੋ ਗਈ ਆ। ਇਹ ਜਿਹੜੇ ਸ਼ਬਦ ਕਹਿਣੇ ਬੜੇ ਔਖੇ ਨੇ ਕਿਉਂਕਿ ਜਿਸ ਘਰ ਦਾ ਜੀ ਜਾਂਦਾ, ਕਿਉਂਕਿ ਸੁਣਿਆ ਉਹ ਮੁੰਡਾ ਇੱਕੋ ਹੀ ਸੀ ਘਰ ਦਾ ਜੀ, ਜਿਸ ਘਰ ਦਾ ਜੀ ਜਾਂਦਾ। ਕਈ ਘਰਾਂ ਦੇ ਇਕੱਲੇ ਇਕੱਲੇ ਚਿਰਾਗ ਬੁਝੇ ਨੇ, ਕਈ ਸਿਰਾਂ ਤੋਂ ਬਾਪੂ ਗਏ ਨੇ, ਕਈਆਂ ਦੀਆਂ ਮਾਵਾਂ ਗਈਆਂ ਨੇ। ਇਹ ਮੰਜ਼ਰ ਬਹੁਤ ਦੁਖਦਾਈ ਹੈ, ਬਹੁਤ ਦੁਖਦਾਈ ਹੈ। ਇਹਦੇ ਲਈ ਬਿਆਨ ਕਰਨ ਵਾਸਤੇ ਸ਼ਬਦ ਨਹੀਂ ਹੈ। ਅੰਦਰ ਰੁਦਨ ਚੱਲ ਰਿਹਾ, ਇੱਕ ਅੰਦਰ ਰੁਦਨ ਚੱਲ ਰਿਹਾ, ਇੱਕ ਬਾਹਰ ਰੁਦਨ ਚੱਲ ਰਿਹਾ। ਇਹ ਹਾਲਾਤ ਬਣੇ ਕਿਉਂ? ਇਹ ਵੀ ਇੱਕ ਸੋਚਣ ਦਾ ਬੜਾ ਇੱਕ ਅਹਿਮ ਵਿਸ਼ਾ ਹੈ। ਡਾਕਟਰ ਸਾਹਿਬ ਕਮਰ ਗਰੇਵਾਲ ਜਿਹੜੇ ਸਾਡੇ ਪੰਜਾਬੀਆਂ ਦੇ ਬੜੇ ਹਰਮਨ ਪਿਆਰੇ ਕਲਾਕਾਰ ਨੇ, ਗਾਇਕ ਨੇ, ਔਰ ਜਦੋਂ ਉਹ ਗਾਉਂਦੇ ਨੇ ਨਾ ਤਾਂ ਸੱਚਮੁੱਚ ਹੀ ਸੁਣਨ ਵਾਲੇ ਦੀ ਜਿਹੜੀ ਰੂਹ ਹੈ ਉਹ ਵੀ ਕਿਤੇ ਨਾ ਕਿਤੇ ਜਾ ਕੇ ਪਰਮਾਤਮਾ ਨਾਲ, ਉਸ ਸੁਪਰੀਮ ਪਾਵਰ ਦੇ ਨਾਲ ਜੁੜ ਜਾਂਦੀ ਹੈ, ਸੁਪਰ ਪਾਵਰ ਦੇ ਨਾਲ। ਸੋ ਉਹਨਾਂ ਨੇ ਪਿਛਲੇ ਦਿਨੀ ਸੰਘਰਸ਼ ਨੂੰ ਸਮਰਪਿਤ ਇੱਕ ਗੀਤ ਲਿਖਿਆ ਸੀਗਾ ਤੇ ਉਹਦੀ ਇੱਕ ਲਾਈਨ ਜਿਹੜੀ ਮੈਂ ਬੜੀ ਮਨ ਦੇ ਵਿੱਚ ਵਸਾਈ ਉਹ ਸੀਗੀ ਕਿ ਅਕਲਾਂ ਵਾਲਿਓ ਚੁੱਕ ਲੋ ਕਲਮਾਂ, ਅਕਲਾਂ ਵਾਲਿਓ ਚੁੱਕ ਲੋ ਕਲਮਾਂ। ਬਸ ਇਹਨੂੰ ਇਨਵਰਟਡ ਕੌਮਿਆਂ ਦੇ ਵਿੱਚ ਮੈਂ ਰੱਖਾਂਗੀ ਕਿਉਂਕਿ ਇਹ ਲਾਈਨ ਬਾਰ-ਬਾਰ ਮੈਨੂੰ ਟੋਕਦੀ ਸੀਗੀ। ਭਾਵੇਂ ਕਿ ਅਸੀਂ ਇੱਥੇ ਆਪਣੇ ਆਪ ਨੂੰ ਅਕਲਾਂ ਵਾਲੇ ਤਾਂ ਨਹੀਂ ਮੰਨਦੇ ਔਰ ਨਾ ਹੀ ਕਿਸੇ ਨੂੰ ਅਸੀਂ ਸੁਝਾਅ ਦੇਣ ਦੇ ਸਮਰੱਥ ਹਾਂ, ਕਾਬਲ ਹਾਂ, ਪਰ ਇਹ ਗੱਲ ਵੀ ਪੂਰੀ ਤਰ੍ਹਾਂ ਸੱਚ ਹੈ ਡਾਕਟਰ ਸਾਹਿਬ ਕਿ ਹਾਲਾਤਾਂ ਦੇ ਮੱਦੇ ਨਜ਼ਰ ਆਪਾਂ ਹਾਲਾਤਾਂ ਦਾ ਵਿਸ਼ਲੇਸ਼ਣ ਕਰਦੇ ਰਹੇ ਹਾਂ ਤੇ ਜੋ ਸਿੱਟੇ ਉਸ ਦੇ ਮੁਤਾਬਿਕ ਨਿਕਲਦੇ ਸੀਗੇ ਜਾਂ ਆਪਣੀ ਸਮਝ ਪਈ ਤੇ ਸਮੇਂ-ਸਮੇਂ ਆਪਾਂ ਇਸ ਮਾਧਿਅਮ ਰਾਹੀਂ ਜਾਂ ਜੋ ਵੀ ਸਾਡੇ ਕੋਲ ਮੀਡੀਆ ਹੈਗਾ, ਵਟਸਐਪ ਹੋਇਆ ਜਾਂ ਲਿਖਣ ਦੀ ਕਲਾ, ਉਹਦੇ ਥਰੂ ਆਪਾਂ ਨਿਮਾਣੀ ਜਿਹੀ ਕੋਸ਼ਿਸ਼ ਕਰਦੇ ਰਹੇ ਕਿ ਆਪਣੇ ਵਿਚਾਰਾਂ ਨੂੰ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਰੱਖੀਏ, ਪੇਸ਼ ਕਰੀਏ ਇਸ ਮਾਧਿਅਮ ਰਾਹੀਂ। ਬਿਲਕੁਲ
ਹੋ ਸਕਦਾ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਵਿਚਾਰਾਂ ਦੇ ਨਾਲ ਹਰ ਕੋਈ ਸਹਿਮਤ ਹੋਵੇ, ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਸਟ੍ਰੈਟਜੀ ਹੁੰਦੀ ਆ, ਆਪਣੀ ਆਪਣੀ ਬੁੱਧ ਹੁੰਦੀ। ਗੁਰਬਾਣੀ ਵੀ ਕਹਿੰਦੀ ਹੈ ਕਿ ਆਪ ਆਪਣੀ ਬੁੱਧ ਹਜੇਤੀ ਵਰਨਤ ਭਿੰਨ ਤੁਧ ਤੇਤੀ। ਸਮਝ ਦੇ ਮੁਤਾਬਕ ਹਰ ਕੋਈ ਗੱਲ ਕਰਦਾ। ਤੇ ਸੋ ਅੱਜ ਜਿਹੜੇ ਹਾਲਾਤ ਬਣੇ ਨੇ, ਕਿਉਂਕਿ 8 ਦੀ ਮੀਟਿੰਗ ਦੇ ਵਿੱਚ ਫਿਰ ਜਿਹੜੀ 8ਵੀਂ ਮੀਟਿੰਗ ਸੀਗੀ ਸੈਂਟਰ ਗੌਰਮੈਂਟ ਦੇ ਨਾਲ ਸਾਡੇ ਕਿਸਾਨ ਆਗੂਆਂ ਦੀ, ਉਹਦਾ ਵੀ ਕੋਈ ਜਿਹੜਾ ਠੋਸ ਸਿੱਟਾ ਨਹੀਂ ਨਿਕਲਿਆ, ਇਹ ਕਹਿ ਸਕਦੇ ਹਾਂ। ਔਰ ਅੱਜ 11 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਲੰਬੀ ਪ੍ਰਕਿਰਿਆ ਚੱਲੀ ਹੈ, ਕੁਝ ਘੰਟੇ, ਤੇ ਉਹਦੇ ਵਿੱਚ ਵੀ ਉਹਦਾ ਕੱਲ੍ਹ ਤੇ ਮੇਰੇ ਖਿਆਲ ਪਾ ਦਿੱਤਾ ਗਿਆ ਜੋ ਵੀ ਹੈਗਾ। ਤੇ ਕੋਈ ਖਾਸ ਉਹਦੇ 'ਚ ਵੀ ਮੈਨੂੰ ਨਿਕਲਦਾ ਲੱਗਦਾ ਨਹੀਂ ਹੈਗਾ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਨਿਕਲਿਆ। ਤੇ ਤੁਸੀਂ ਡਾਕਟਰ ਸਾਹਿਬ ਇਹਦੇ ਬਾਰੇ ਕੀ ਕਹੋਗੇ? ਗੱਲ ਪਰ ਮੇਰੇ ਹੈ ਕਿ ਸੁਪਰੀਮ ਕੋਰਟ ਨੇ ਜੋ ਮਾੜਾ ਮੋਟਾ ਸਰਕਾਰ ਨੂੰ ਝਾੜ ਪਾਈ ਹੈ, ਉਹਦੇ ਬਾਰੇ ਸਾਡੇ ਕੁਝ ਇੱਕ ਚੈਨਲਾਂ ਵਾਲੇ ਵੀਰਾਂ ਨੇ ਬੜਾ ਵਧਾ ਚੜਾ ਕੇ, ਬੜਾ ਖੁਸ਼ ਹੋ ਕੇ ਇਹ ਗੱਲਾਂ ਕੀਤੀਆਂ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਨੇ ਆ ਕਿਹਾ। ਪਰ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਇਸ ਮਸਲੇ ਤੇ ਬਹੁਤੇ ਖੁਸ਼ ਹੋਣ ਦੀ ਲੋੜ ਨਹੀਂ ਜੀ। ਉਹਦੇ ਪਿੱਛੇ ਕਾਰਨ ਇਹ ਹੈ ਕਿ ਪਹਿਲੀ ਗੱਲ ਤਾਂ ਜਿਹੜਾ ਸਾਡਾ CJI ਹੈ, ਉਸ ਦੀ ਸ਼ਕਲ ਸੂਰਤ ਹੀ ਦੇਖ ਲਓ ਕਿ ਕਿਸ ਤਰ੍ਹਾਂ ਦੀ ਹੈਗੀ ਹੈ। ਤੇ ਇਹ ਉਹਨਾਂ ਲੋਕਾਂ ਦਾ ਚਹੇਤਾ ਬੰਦਾ ਹੈਗਾ, ਠੀਕ ਹੈ। ਸੋ ਸਾਡੇ ਹੱਕ ਦੇ ਵਿੱਚ ਇਹ ਭੁਗਤ ਜਾਵੇ, ਮੈਨੂੰ ਨਹੀਂ ਲੱਗਦਾ। ਮੇਰੇ ਖਿਆਲ ਤੁਸੀਂ ਜਸਟਿਸ ਬੋਬੜੇ ਵਾਲੀ ਜਸਟਿਸ ਬੋਬੜੇ ਉਹੀ ਹੈ ਨਾ, ਪ੍ਰਸ਼ਾਂਤ ਭੂਸ਼ਣ ਨੇ ਜਿਨ੍ਹਾਂ ਤੇ ਟਿੱਪਣੀ ਕੀਤੀ ਸੀ ਇੱਕ ਬਾਈਕ ਨੂੰ। ਹਾਂ ਬਿਲਕੁਲ ਉਹੀ ਨੇ। ਤਾਂ ਦੂਜੀ ਗੱਲ ਇਹ ਕਿਹਾ ਜਾ ਰਿਹਾ ਕਿ ਕਿਸਾਨਾਂ ਵੱਲੋਂ ਜਿਹੜੇ ਚੈਨਲ ਹੈਗੇ ਆ ਕਿ ਕਿਸਾਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ, ਕਿਸਾਨਾਂ ਦੀ ਜਿੱਤ ਹੋ ਗਈ, ਕਿਸਾਨ ਜਿੱਤ ਵੱਲ ਵੱਧ ਰਹੇ ਆ। ਪਰ ਉਹਨੇ ਇਹ ਕਿਹਾ ਕਿ ਜਿਹੜੇ ਕਾਨੂੰਨ ਨੇ ਸਰਕਾਰ ਉਹਨਾਂ ਨੂੰ ਹੋਲਡ ਤੇ ਰੱਖ ਲਵੇ। ਹੁਣ ਜੇ ਕਿਸਾਨ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਹੋਲਡ ਤੇ ਰੱਖਿਆ ਜਾਂਦਾ ਹੈ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਦੂਸਰੀ ਗੱਲ ਉਹਨੇ ਕਿਹਾ ਕਿ ਵਿਚੋਲਗਿਰੀ ਕਰਨ ਵਾਸਤੇ ਕਮੇਟੀ ਗਠਿਤ ਕਰ ਦਿੱਤੀ ਜਾਵੇ। ਕਮੇਟੀ ਦਾ ਮਤਲਬ ਹੈ ਕੰਮ ਮਿੱਟੀ 'ਚ ਬਿਲਕੁਲ ਠੀਕ ਹੈ। ਕੰਮ ਮਿੱਟੀ 'ਚ ਤਾਂ ਜਿਹੜੀ ਵੀ ਹੁਣ ਪਹਿਲੀ ਗੱਲ ਤਾਂ ਜਦੋਂ ਕਾਨੂੰਨ ਹੋਲਡ ਤੇ ਰੱਖੇ ਜਾਣਗੇ ਤਾਂ ਕਿਸਾਨਾਂ ਨੂੰ ਕਿਹਾ ਜਾਏਗਾ ਕਿ ਉਹ ਇੱਥੋਂ ਉੱਠ ਜਾਣ। ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਨਾਲ ਜੋੜਦੇ ਹਾਂ ਕਿ ਹੋਲਡ ਤੇ ਤਾਂ ਅਸੀਂ ਕਿਸੇ ਦੀ ਕਾਲ ਆ ਹੀ ਹੋਵੇ ਤਾਂ ਉਹ ਵੀ ਰੱਖ ਦਿੰਦੇ, ਭਾਈ ਦੂਜੇ ਪਾਸੇ ਕਾਲ ਹੋਰ ਆ ਰਹੀ ਹੈ ਹੋਲਡ ਤੇ ਰੱਖ ਲਓ, ਤੇ ਜਦੀ ਕੁਝ ਸੈਕਿੰਡ ਬਾਅਦ ਫਿਰ ਹੋਲਡ ਕਾਲ ਨੂੰ ਫਿਰ ਹੋਲਡ ਕਰ ਦਿੰਦੇ ਹਾਂ, ਕੱਟ ਦਿੰਦੇ। ਤਾਂ ਉਹ ਹੁਣ ਜੇ ਭਾਵੇਂ ਫੂਲਕਾ ਸਾਹਿਬ ਨੇ ਇਹ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜੇ ਹੋਲਡ ਤੇ ਰੱਖੇ ਜਾਣਗੇ ਕਾਨੂੰਨ ਤਾਂ ਕਿਸਾਨਾਂ ਦਾ ਧਰਨਾ ਨਹੀਂ ਚੁੱਕਿਆ ਜਾਏਗਾ। ਪਰ ਕਿਤੇ ਨਾ ਕਿਤੇ ਅਸੀਂ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰ ਸਕਦੇ, ਕਿਉਂਕਿ ਇੱਥੇ ਹਾਥੀ ਦੇ ਦੰਦ ਖਾਣ ਦੇ ਹੋਰ ਹੁੰਦੇ ਆ ਤੇ ਦਿਖਾਉਣ ਦੇ ਹੋਰ ਹੁੰਦੇ ਆ। ਅੱਜ ਸਾਨੂੰ ਕਿਹਾ ਜਾ ਰਿਹਾ ਕਿ ਤੁਹਾਡਾ ਧਰਨਾ ਨਹੀਂ ਚੁਕਾਇਆ ਜਾਏਗਾ, ਤੁਹਾਡਾ ਮੋਰਚਾ ਨਹੀਂ ਉਠਾਇਆ ਜਾਏਗਾ, ਕੱਲ ਨੂੰ ਸਾਨੂੰ ਕੰਪੈਲ ਕਰਕੇ ਉਠਾਇਆ ਵੀ ਜਾ ਸਕਦਾ। ਤੇ ਫਿਰ ਜਿਹੜੀ ਵਿਚੋਲਗਿਰੀ ਵਾਲੀ ਕਮੇਟੀ ਦੀ ਗੱਲ ਕੀਤੀ ਹੈ, ਕੰਮ ਮਿੱਟੀ 'ਚ ਪਾਉਣ ਦੀ ਗੱਲ ਕੀਤੀ ਹੈ, ਉਹ ਕਮੇਟੀ ਕਦੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਲੈ ਸਕਦੀ, ਕਿਉਂਕਿ ਜਦੋਂ ਕਿਸਾਨਾਂ ਦੀ ਤੇ ਸਰਕਾਰ ਦੀ ਸਿੱਧੇ ਰੂਪ 'ਚ ਗੱਲ ਹੋ ਰਹੀ ਹੈ ਤਾਂ ਫਿਰ ਵਿਚੋਲਗਿਰੀ ਦਾ ਤਾਂ ਕੋਈ ਮਤਲਬ ਹੀ ਨਹੀਂ, ਠੀਕ ਹੈ। ਦੂਸਰੀ ਗੱਲ ਇਹ ਕਿ ਜਦੋਂ ਕਾਨੂੰਨ ਹੋਲਡ ਤੇ ਰੱਖੇ ਜਾਣਗੇ ਤਾਂ ਕੁਝ ਦੇਰ ਬਾਅਦ ਸਰਕਾਰ ਫਿਰ ਇਹਨਾਂ ਨੂੰ ਲਾਗੂ ਕਰ ਦੇਊਗੀ। ਜਦੋਂ ਸਰਕਾਰ ਫਿਰ ਲਾਗੂ ਕਰੇਗੀ ਤਾਂ ਜਿਹੜੇ ਕਿਸਾਨ ਨੇ ਅੱਜ ਜਿਸ ਹਾਲਤ ਦੇ ਜਿਸ ਮੁਕਾਮ ਤੇ ਮੋਰਚੇ ਨੂੰ ਲੈ ਕੇ ਆਏ ਆ, ਦੁਬਾਰਾ ਕੀ ਉਹ ਮੋਰਚਾ ਇਸ ਮੁਕਾਮ ਤੇ ਲੈ ਸਕਣਗੇ? ਕਦੇ ਵੀ ਨਹੀਂ ਲੈ ਸਕਦੇ। ਤੇ ਦੂਜੀ ਗੱਲ ਇਹ ਕਿ ਜੇ ਕਿਸਾਨ ਇੱਥੋਂ ਧਰਨੇ ਤੋਂ ਉੱਠਦੇ ਨਹੀਂ ਵੀ ਤੇ ਕੱਲ ਨੂੰ ਜਿਹੜੀ ਕਮੇਟੀ ਹੈ ਉਹ ਕਿਸੇ ਹੱਲ ਤੇ ਨਹੀਂ ਪਹੁੰਚਦੀ ਤਾਂ ਫਿਰ ਉਹਦਾ ਕੀ ਹੱਲ ਹੋਏਗਾ? ਇਸ ਲਈ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਨਾਲ ਇਸ ਤੇ ਖੁਸ਼ ਹੋਣ ਦੀ ਲੋੜ ਨਹੀਂ ਹੈ, ਬਲਕਿ ਸੁਪਰੀਮ ਕੋਰਟ ਨੂੰ ਇਹ ਚਾਹੀਦਾ ਸੀ ਕਿ ਕਿਸਾਨ ਜੋ ਚਾਹੁੰਦੇ ਆ ਉਹਦੇ ਮੁਤਾਬਕ ਕਾਨੂੰਨ ਐਟ ਦਾ ਟਾਈਮ ਉਸੇ ਵੇਲੇ ਰੱਦ ਕਰਨ ਦਾ ਹੁਕਮ ਸੁਣਾਉਂਦੀ। ਉਹਨੂੰ ਤਾਂ ਸਗੋਂ ਸੋ ਮੋਟੋ ਲੈ ਲੈਣਾ ਚਾਹੀਦਾ ਸੀ। ਬਿਲਕੁਲ ਮੈਂ ਇਹ ਕਹਿਣ ਲੱਗੀ ਸੀ, ਸੋ ਮੋਟੋ ਲੈ ਲੈਣਾ ਚਾਹੀਦਾ ਸੀ ਕਿ ਕਿਸਾਨ ਇੰਨੀ ਠੰਡ ਦੇ ਵਿੱਚ ਆਪਣੇ ਬੱਚਿਆਂ ਸਮੇਤ, ਪਤਨੀਆਂ ਸਮੇਤ, ਮਾਵਾਂ ਸਮੇਤ, ਬਜ਼ੁਰਗਾਂ ਸਮੇਤ ਬੈਠੇ ਹੋਏ ਆ ਤੇ ਇਸ ਕਰਕੇ ਇਸ ਕਾਨੂੰਨ ਦਾ ਕੀ ਫਾਇਦਾ ਜਿਹੜਾ ਉਹਨਾਂ ਨੇ ਮੰਗਿਆ ਹੀ ਨਹੀਂ, ਤੁਸੀਂ ਉਹਨਾਂ ਦੀ ਝੋਲੀ ਜ਼ਬਰਦਸਤੀ ਪਾ ਰਹੇ ਹੋ, ਇਸ ਲਈ ਇਹਨਾਂ ਨੂੰ ਕਾਨੂੰਨਾਂ ਨੂੰ ਰੱਦ ਕਰੋ। ਸੋ ਕਿਸੇ ਵੀ ਤਰੀਕੇ ਨਾਲ ਸੁਪਰੀਮ ਕੋਰਟ ਦਾ ਜਿਹੜਾ ਇਹ ਫੈਸਲਾ ਹੈਗਾ ਕਿ ਕਾਨੂੰਨ ਹੋਲਡ ਤੇ ਰੱਖਣੇ ਚਾਹੀਦੇ ਆ, ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਇਹਦੇ ਵਿੱਚ ਖੁਸ਼ ਹੋਣ ਦੀ ਕੋਈ ਲੋੜ। ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ ਤੁਸੀਂ। ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਜਸਟਿਸ ਬੋਬੜੇ ਨੇ ਇਹ ਕਿਹਾ ਕਿ
ਬੋਰਡ ਸਾਹਿਬ ਨੇ ਕਿ ਕਾਨੂੰਨ ਜਿਹੜਾ ਹੋਲਡ ਤੇ ਤੁਸੀਂ ਰੱਖਦੇ ਹੋ ਕਿ ਜਾਂ ਅਸੀਂ ਹੋਲਡ ਤੇ, ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਫੋਨ ਰੱਖਿਆ ਜਾਂਦਾ ਤੇ ਜਦ ਹੀ ਕੁਝ ਸੈਕਿੰਡ ਬਾਅਦ ਫਿਰ ਫੋਨ ਜਿਹੜਾ ਉਹਨੂੰ ਇਨਹੋਲਡ ਕਰ ਲਿਆ ਜਾਂਦਾ, ਉਹਨੂੰ ਫਿਰ ਮੁੜ ਤੋਂ ਗੱਲਬਾਤ ਸ਼ੁਰੂ ਹੋ ਜਾਂਦੀ ਆ। ਸੋ ਕਹਿਣ ਦਾ ਭਾਵ ਕਿ ਮੈਨੂੰ ਕਿਤੇ ਨਾ ਕਿਤੇ ਡਾਕਟਰ ਸਾਹਿਬ ਇਹ ਲੱਗ ਰਿਹਾ ਵੀ ਇਹ ਸਾਰੇ ਦਾ ਸਿੱਟਾ ਜਿਹੜਾ ਮੈਂ ਆਪਣੇ ਤੌਰ ਤੇ ਕੱਢਿਆ ਉਹ ਇਹ ਹੈ ਕਿ ਜਿਹੜੀ ਸੁਪਰੀਮ ਕੋਰਟ ਆ, ਇਹ ਤਾਂ ਹੈ ਨਹੀਂ ਵੀ ਉਹ ਸੋਸ਼ਲ ਮੀਡੀਆ ਦੇਖਦੇ ਨਹੀਂ, ਵਾਚ ਨਹੀਂ ਕਰਦੇ। ਸੋਸ਼ਲ ਮੀਡੀਆ ਤੇ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਫੈਲ ਚੁੱਕੀਆਂ ਨੇ ਕਿ ਜਿਹੜਾ ਸੁਪਰੀਮ ਕੋਰਟ ਆ, ਜਿਹੜੀ ਉੱਚ ਨਿਆਂਪਾਲਿਕਾ ਹੈਗੀ ਆ ਭਾਰਤ ਦੀ, ਉਹਦੇ ਤੋਂ ਵੀ ਭਾਰਤੀਆਂ ਦਾ ਜਿਹੜਾ ਭਰੋਸਾ ਉੱਠ ਚੁੱਕਾ ਹੈ। ਠੀਕ ਹੈ, ਬਿਲਕੁਲ ਸਹੀ। ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਕੰਨੀ ਇਹ ਗੱਲਾਂ ਪਈਆਂ ਤੇ ਉਹਨਾਂ ਨੇ ਸੋਚਿਆ ਕਿ ਵੀ ਆਪਣੀ ਜਿਹੜੀ ਸ਼ਾਖ ਆ ਉਹਨੂੰ ਬਚਾ ਲਿਆ ਜਾਵੇ ਜਿੰਨੀ ਕੁ ਬਚਦੀ ਆ। ਵੀ ਕਾਰਨ ਇਹ ਕਿ ਕਿਸਾਨ ਆਗੂ ਤਾਂ ਸ਼ੁਰੂ ਤੋਂ ਕਹਿ ਰਹੇ ਆ ਕਿ ਵੀ ਸਾਨੂੰ ਇਸ ਸੁਪਰੀਮ ਕੋਰਟ ਤੇ ਨਿਆਂਪਾਲਿਕਾ ਤੇ ਕੋਈ ਭਰੋਸਾ ਨਹੀਂ ਹੈ। ਇਹ ਨਹੀਂ ਸ਼ੁਰੂ ਭਰੋਸਾ ਨਹੀਂ ਕਿਹਾ ਉਹਨਾਂ ਨੇ, ਇਹ ਕਿਹਾ ਕਿ ਅਸੀਂ ਸੁਪਰੀਮ ਕੋਰਟ ਕਿਉਂ ਜਾਈਏ, ਕਿਉਂਕਿ ਜਿਹੜੀ ਬਾਡੀ ਨੇ, ਪਾਰਲੀਮੈਂਟ ਨੇ ਕਾਨੂੰਨ ਬਣਾਏ ਆ, ਅਸੀਂ ਉਸੇ ਬਾਡੀ ਤੋਂ ਹੀ ਇਹਨਾਂ ਨੂੰ ਰੱਦ ਕਰਵਾਵਾਂਗੇ। ਨਹੀਂ, ਆਪਾਂ ਪਿੱਛੇ ਜਦੋਂ ਇੱਕ ਜਿਹੜੀ ਹੈਗੀ ਜਥੇਬੰਦੀ ਨੇ ਆਪਣੇ ਤੌਰ ਤੇ ਇੰਡੀਵਿਜੂਅਲੀ ਕੇਸ ਪਾ ਦਿੱਤਾ ਸੀਗਾ ਤੇ ਉਦੋਂ ਕਿਸਾਨਾਂ ਦੇ ਵਿੱਚ ਇਹ ਗੱਲ ਉੱਠੀ ਸੀਗੀ ਕਿ ਸਾਨੂੰ ਭਰੋਸਾ ਨਹੀਂ ਹੈ ਕਿ ਵੀ ਲੰਬਾ ਜਾਊਗਾ ਕੇਸ। ਤੇ ਇਸ ਹੁਣ ਵੀ ਜਦੋਂ ਇਹ ਗੱਲਾਂ ਉੱਠੀਆਂ ਵੀ ਲੋਕਾਂ ਦਾ ਭਰੋਸਾ ਸੁਪਰੀਮ ਕੋਰਟ ਤੋਂ ਉੱਠਦਾ ਜਾ ਰਿਹਾ, ਕਿਉਂਕਿ ਪਿਛਲੇ ਸਮੇਂ ਆਪਾਂ ਦੇਖਿਆ ਵੀ ਜਿਸ ਤਰੀਕੇ ਦੇ ਨਾਲ ਧੜਾ ਧੜ ਬੀਜੇਪੀ ਸਰਕਾਰ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਆਏ ਆ। ਚਲੋ ਉਹ ਇੱਕ ਅਲੱਗ ਇਸ਼ੂ ਆ ਵੀ ਉਹ ਧਰਮ ਦਾ ਮਸਲਾ, ਅਸੀਂ ਇਹਦੇ ਤੇ ਨਹੀਂ ਜਾਣਾ ਹੈਗਾ ਮੰਦਰ ਮਸਜਿਦ ਵਾਲਾ। ਤੇ ਉਹਦੇ ਤੋਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਜ਼ਰੂਰ ਕਰ ਗਈ ਗੱਲ ਕਿ ਹੁਣ ਕੋਰਟ ਦੇ ਵਿੱਚ ਕੋਈ ਬਹੁਤਾ ਰਿਹਾ ਨਹੀਂ ਹੈਗਾ, ਯਕੀਨ ਹੀ ਉੱਠ ਗਿਆ, ਇਸੇ ਕਹਿ ਸਕਦੇ ਲਗਭਗ ਹਰ ਇੱਕ ਬਸ਼ਰ ਦਾ। ਸੋ ਇਹ ਚੀਜ਼ਾਂ ਜਦੋਂ ਉਹਨਾਂ ਦੇ ਕੰਨੀ ਪਈਆਂ, ਨੋਟਿਸ ਦੇ ਵਿੱਚ ਆਈਆਂ, ਤਾਂ ਉਹਨਾਂ ਨੇ ਸੋਚਿਆ ਕਿ ਵੀ ਪਹਿਲੀ ਗੱਲ ਤਾਂ ਵੀ ਇਹਨਾਂ ਦਾ ਭਰੋਸਾ ਜਿੱਤਣਾ। ਬਿਲਕੁਲ। ਤੇ ਉਹਨਾਂ ਨੂੰ ਇਹ ਵੀ ਪਤਾ ਪੰਜਾਬੀ ਮਾਨਸਿਕਤਾ ਦਾ, ਕਿਸਾਨ ਮਾਨਸਿਕਤਾ ਦਾ, ਵੀ ਇਹਨਾਂ ਨੂੰ ਨਿੱਕੀ ਜਿਹੀ ਕੋਈ ਥਾਪੀ ਦੇ ਦੇਵੇ ਨਾ ਮਾੜੀ ਜਿੰਨੀ, ਤੇ ਉਹਦੇ ਤੇ ਵੀ ਬਹੁਤ ਜ਼ਿਆਦਾ ਇਹ ਹੋ ਜਾਂਦੇ ਨੇ, ਡੁੱਲ ਜਾਂਦੇ ਨੇ। ਸੋ ਇਸ ਮਾਨਸਿਕਤਾ ਦਾ ਵੀ ਕਿਤੇ ਨਾ ਕਿਤੇ ਉਹਨਾਂ ਨੇ ਫਾਇਦਾ ਉਠਾਇਆ ਔਰ ਕਿ ਵੀ ਚਲੋ ਥੋੜਾ ਜਿਹਾ ਇਹਨਾਂ ਦੇ ਹੱਕ ਦੀ ਗੱਲ ਕਰ ਦਿਓ, ਜਦ ਕਿ ਜਿੱਦਾਂ ਤੁਸੀਂ ਕਿਹਾ ਵੀ ਪਹਿਲਾਂ ਜੋ ਕੁਝ ਹੁਣ ਤੱਕ ਵਾਪਰਿਆ, ਜਿੰਨੇ ਸਾਡੇ 60-70 ਤੋਂ ਉੱਪਰ ਜਿਹੜੇ ਬੰਦੇ ਸਾਡੇ ਜਿਹੜੇ ਕਿਸਾਨ ਵੀਰ ਸ਼ਹੀਦ ਹੋਏ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੇ ਜੇ ਉਹ ਇੰਨੇ ਸੁਹਿਰਦ ਸੀਗੇ ਨਾਗਰਿਕਾਂ ਦੇ ਪ੍ਰਤੀ, ਆਪਾਂ ਨਾਗਰਿਕ ਸ਼ਬਦ ਹੀ ਵਰਤਾਂਗੇ ਤੇ ਕਿਸਾਨ ਨਾ ਕਹਿ ਕੇ, ਉਹਨਾਂ ਦੇ ਪ੍ਰਤੀ ਜੇ ਸੁਪਰੀਮ ਕੋਰਟ ਇੰਨੀ ਸੁਹਿਰਦ ਸੀ ਤਾਂ ਉਹਨਾਂ ਨੂੰ ਉਸੇ ਦਿਨ ਤੋਂ ਹੀ ਸੂ ਮੋਟੋ ਨੋਟ ਲੈ ਲੈਣਾ ਚਾਹੀਦਾ ਸੀਗਾ ਔਰ ਜਿਹੜਾ ਸਰਕਾਰ ਨੂੰ ਉਸੇ ਵੇਲੇ ਆਰਡਰ ਕਰ ਦੇਣਾ ਚਾਹੀਦਾ ਸੀਗਾ। ਤੇ ਦੂਸਰੀ ਗੱਲ ਆਪਾਂ ਦੇਖਦੇ ਹਾਂ ਵੀ ਸੁਪਰੀਮ ਕੋਰਟ ਨੂੰ ਇਸ ਚੀਜ਼ ਤੇ ਵੀ ਸੂ ਮੋਟੋ ਨੋਟ ਲੈ ਲੈਣਾ ਚਾਹੀਦਾ ਸੀ ਵੀ ਇਹ ਮਸਲਾ ਜਿਹੜਾ ਤੁਸੀਂ ਐਡਾ ਵੱਡਾ ਖੜਾ ਕਰ ਦਿੱਤਾ ਇਸ਼ੂ, ਸਰਕਾਰ ਨੂੰ ਕਹਿ ਦੇਣਾ ਚਾਹੀਦਾ ਸੀਗਾ ਉਹ ਤਾਂ ਹੈ ਹੀ ਰਾਜਾਂ ਦਾ ਸੀ, ਰਾਜਾਂ ਦੇ ਅਧਿਕਾਰ ਦੇ ਵਿੱਚ ਆਉਂਦਾ ਸੰਵਿਧਾਨ ਦੇ ਮੁਤਾਬਕ। ਤੇ ਤੁਸੀਂ ਸੰਵਿਧਾਨਕ ਕਾਨੂੰਨ ਘੜਿਆ ਕਿਉਂ? ਮੰਨ ਲਿਆ ਕਿ ਤੁਸੀਂ ਐਜੂਕੇਸ਼ਨ ਦਾ ਵੀ ਕੇਂਦਰੀਕਰਨ ਕਰ ਲਿਆ, ਤੁਸੀਂ ਜਿਹੜਾ ਹੈਗਾ ਸਿਹਤ ਸਹੂਲਤਾਂ ਦੇ ਨਾਲ ਸੰਬੰਧਿਤ ਜਿਹੜੀਆਂ ਸੰਸਥਾਵਾਂ ਹੈਗੀਆਂ ਸਾਰੇ ਰਾਜਾਂ ਦੀਆਂ, ਉਹਨਾਂ ਦਾ ਵੀ ਕੇਂਦਰੀਕਰਨ ਕਰ ਲਿਆ, ਹਰ ਚੀਜ਼ ਹਰ ਖੇਤਰ ਦਾ ਕੇਂਦਰੀਕਰਨ ਕਰ ਲਿਆ। ਤੋ ਵੀ ਜਿਹੜਾ ਹੁਣ ਰਹਿ ਗਿਆ ਸੀਗਾ ਇਹ ਕਿਸਾਨੀ ਦਾ, ਤੁਸੀਂ ਇਹਦਾ ਵੀ ਕੇਂਦਰੀਕਰਨ ਕਰਨ ਤੇ ਤੁਲ ਗਏ। ਤੇ ਇਹ ਸੂ ਮੋਟੋ ਨੋਟਿਸ ਜਿਹੜਾ ਸੁਪਰੀਮ ਕੋਰਟ ਨੂੰ ਇੱਥੇ ਵੀ ਲੈ ਲੈਣਾ ਚਾਹੀਦਾ ਸੀਗਾ। ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਸਾਨੂੰ ਨਜ਼ਰ ਆਉਂਦਾ ਹੈ ਕਿ ਸੁਪਰੀਮ ਕੋਰਟ ਕਿਤੇ ਨਾ ਕਿਤੇ ਸੁਹਿਰਦ ਨਹੀਂ ਹੈ, ਉਹ ਨਹੀਂ ਚਾਹੁੰਦੀ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਉਹਦਾ ਫੈਸਲਾ ਨਾ ਆਉਣਾ, ਨਾ ਆਇਆ, ਨਾ ਆਏਗਾ। ਮੁੱਕਦੀ ਗੱਲ ਇਹ ਹੁਣ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਸ ਤੋਂ ਤੁਰੰਤ ਬਾਅਦ ਜਿਹੜਾ ਇਹ ਫੈਸਲਾ ਲੈ ਲਿਆ ਤੁਰੰਤ ਬਾਅਦ ਕਿ ਅਸੀਂ ਜਿਹੜਾ ਉਹ ਉਸ ਦੇ ਫੈਸਲੇ ਨੂੰ ਨਹੀਂ ਮੰਨਦੇ। ਉਹ ਤਾਂ ਵੈਸੇ ਹੀ ਉਹਨਾਂ ਨੇ 8 ਤਰੀਕ ਨੂੰ ਕਹਿ ਦਿੱਤਾ ਸੀ ਵੀ ਸੁਪਰੀਮ ਕੋਰਟ ਜੋ ਮਰਜ਼ੀ। ਇਹੀ ਤਾਂ ਸਾਨੂੰ ਚੀਜ਼ਾਂ ਦਰਸਾਉਂਦੀਆਂ ਨੇ ਕਿ ਕਿਸਾਨਾਂ ਨੂੰ ਸੁਪਰੀਮ ਕੋਰਟ 'ਚ ਭਰੋਸਾ ਨਹੀਂ ਹੈ। ਸੋ ਦੂਸਰੀ ਗੱਲ ਕਿ ਜਿਵੇਂ ਉਹਨਾਂ ਨੇ ਕਿਹਾ ਵੀ ਪਾਰਲੀਮੈਂਟ 'ਚ ਕਾਨੂੰਨ ਘੜੇ ਗਏ ਨੇ, ਉੱਥੇ ਬਣਾਏ ਗਏ ਨੇ ਤੇ ਪਾਰਲੀਮੈਂਟ 'ਚ ਹੀ ਅਸੀਂ ਕਾਨੂੰਨ ਵਾਪਸ ਕਰਾਵਾਂਗੇ, ਰੱਦ ਕਰਾਵਾਂਗੇ। ਸੋ ਇਹ ਗੱਲ ਵੀ ਉਹਨਾਂ ਦੀ ਸਹੀ ਹੈ ਬਿਲਕੁਲ, ਕਿਉਂਕਿ ਸਾਡੇ ਜਿੰਨੇ ਕਿਸਾਨ ਆਗੂ ਨੇ ਦਰਸ਼ਕੋ,
ਉਹ ਇੱਕ ਤੋਂ ਵੱਧ ਕੇ ਇੱਕ ਨੇ, ਬੜੇ ਸੂਝਵਾਨ ਨੇ, ਬੜੇ ਹੰਢੇ ਹੋਏ ਨੇ। ਤੁਸੀਂ ਦੂਰਦ੍ਰਿਸ਼ਟੀ ਵਾਲੇ ਨੇ। ਰਾਜੋਵਾਲ ਸਾਹਿਬ ਨੂੰ ਲੈ ਲਓ, ਬੜੇ ਕੁਆਲੀਫਾਈਡ ਬੰਦੇ ਨੇ, ਬੜੇ ਸ਼ਾਂਤ ਸੁਭਾਅ ਦੇ ਨੇ। ਪੇਸ਼ੈਂਸ ਚਲੂਨੀ ਸਾਹਿਬ ਲੈ ਲਓ, ਬੜੇ ਮਤਲਬ ਧੜੱਲੇਦਾਰ ਉਹ ਸਾਡੇ ਆਗੂ ਨੇ। ਸੋ ਇਹਨਾਂ ਨੇ ਮਤਲਬ ਜਿੰਨੇ ਇਹ ਗੈਰ ਗੰਭੀਰਤਾ ਦੇ ਨਾਲ ਸੋਚਦੇ ਨੇ ਕਦਮ ਦਰ ਕਦਮ, ਸੋ ਇਹੀ ਕਾਰਨ ਆ ਕਿ ਅੱਜ ਜਿਸ ਮੁਕਾਮ ਤੇ ਲਿਆ ਕੇ ਇਸ ਅੰਦੋਲਨ ਨੂੰ ਖੜਾ ਕਰ ਦਿੱਤਾ, ਅੰਦੋਲਨ ਹੀ ਹੁਣ ਵਿਸ਼ਵ ਪੱਧਰ ਦਾ ਬਣ ਗਿਆ, ਜਨ ਸੰਘਰਸ਼ ਕਹਿ ਦਈਏ ਹੁਣ, ਅੰਦੋਲਨ ਤੋਂ ਵੀ ਅਗਲੀ ਡਿਗਰੀ ਪਾਰ ਕਰਕੇ ਜਨ ਸੰਘਰਸ਼ ਬਣ ਗਿਆ। ਇਹ ਸਾਰਾ ਇਹਨਾਂ ਸੂਝਵਾਨ ਆਗੂਆਂ ਦੇ ਕਾਰਨ ਹੀ ਹੋਇਆ। ਔਰ ਦੂਸਰੀ ਗੱਲ ਵੇਖੋ, ਅੱਜ ਪੂਰਾ ਵਰਲਡ ਜਿਹੜਾ ਹੈਗਾ ਉਹ ਨਜ਼ਰਾਂ ਟਿਕਾ ਕੇ ਬੈਠਾ ਹੈਗਾ ਇਸ ਅੰਦੋਲਨ ਤੇ, ਕਿ ਇਹਦਾ ਤਾਂ ਇਹੀ ਕਹਿ ਸਕਦੇ ਵੀ ਸਾਡਾ ਪੰਜਾਬ ਜਿਹੜਾ ਆਗੂ ਨੇ ਉਹ ਪੂਰੇ ਵਰਲਡ ਨੂੰ ਇਸ ਵੇਲੇ ਅਗਵਾਈ ਦੇ ਰਹੇ ਨੇ, ਲੀਡ ਕਰ ਰਹੇ ਨੇ। ਤੋ ਇਹ ਤਾਂ ਸੀਗੀਆਂ ਅੱਜ ਦੇ ਮਸਲੇ ਨਾਲ। ਡਾਕਟਰ ਸਾਹਿਬ, ਮੈਂ ਸੋਚ ਰਹੀ ਸੀ ਵੀ ਆਪਾਂ ਨਾ ਸਾਰਾ ਮੈਟਰ ਜਿਹੜਾ ਸੋਚ ਸਮਝ ਕੇ ਵਿਸ਼ਲੇਸ਼ਣ ਕਰਕੇ ਹੁਣ ਤੱਕ ਜੋ ਆਪਾਂ ਦਿੱਲੀ ਧਰਨੇ ਦੇ ਵਿੱਚ ਉੱਥੇ ਨਿਕਲ ਰਹੇ ਹਾਂ, ਦਰਸ਼ਕੋ ਇੱਕ ਤੁਹਾਡੇ ਨਾਲ ਅਸੀਂ ਸਾਂਝ ਪਾ ਲਈਏ ਕਿ ਅਸੀਂ ਕੇਵਲ ਇਸ ਮਾਧਿਅਮ ਰਾਹੀਂ ਹੀ ਗੱਲਾਂ ਨਹੀਂ ਕਰਦੇ ਹੈਗੇ ਦੋਨੋਂ ਜਾਣੇ। ਅਸੀਂ 9 ਅਗਸਤ ਤੋਂ ਜਦੋਂ ਤੋਂ ਇਹ ਧਰਨੇ ਮੁਜ਼ਾਹਰੇ ਸ਼ੁਰੂ ਹੋਏ ਨੇ, ਅਸੀਂ ਉਸੇ ਦਿਨ ਤੋਂ ਹੀ ਉਹਨਾਂ ਧਰਨਿਆਂ ਦੇ ਵਿੱਚ ਜਾ ਕੇ ਸ਼ਿਰਕਤ ਕਰਦੇ ਰਹੇ ਹਾਂ। ਔਰ ਉੱਥੋਂ ਜੋ ਕੁਛ ਵਿਚਾਰ ਵੀ ਰੱਖਦੇ ਆ, ਸੁਣਦੇ ਵੀ ਆ, ਔਰ ਉਹਨਾਂ ਨੂੰ ਆਪਣੇ ਵਿਚਾਰ ਵੀ ਦਿੰਦੇ। ਤੇ ਬੜੀ ਖੁਸ਼ੀ ਹੁੰਦੀ ਕਿ ਜਦੋਂ ਉਹ ਕੁਝ ਜਥੇਬੰਦੀਆਂ ਨੇ ਸਾਡੇ ਵਿਚਾਰਾਂ ਤੇ ਅਮਲ ਵੀ ਕੀਤਾ। ਔਰ ਇਸ ਗੱਲ ਦੀ ਅਸੀਂ ਬਹੁਤ, ਸਾਨੂੰ ਮਤਲਬ ਜਿਹੜਾ ਚੰਗਾ ਲੱਗਦਾ, ਮਾਣ ਵੀ ਜੇ ਕੋਈ ਚੰਗੀ ਗੱਲ ਉਹਨਾਂ ਨੂੰ ਲੱਗਦੀ ਹੈ ਤੇ ਉਹ ਉਸ ਨੂੰ ਅਮਲ ਦੇ ਵਿੱਚ ਵੀ ਲੈ ਕੇ ਆਉਂਦੇ ਨੇ। ਸੋ ਅਸੀਂ ਉਸੇ ਦਿਨ ਤੋਂ ਸਰਗਰਮ ਹੈ। ਅਸੀਂ ਦਿੱਲੀ ਦੇ ਵਿੱਚ ਵੀ ਸ਼ਮੂਲੀਅਤ ਕਰਦੇ ਹਾਂ ਔਰ ਕੀਤੀ ਹੈ। ਇਹੀ ਕਾਰਨ ਸੀ ਕਿ ਅਸੀਂ ਕੁਝ ਦਿਨਾਂ ਤੋਂ ਜਿਹੜਾ ਹੈਗਾ ਲਾਈਵ ਆਪਣੇ ਵਿਚਾਰ ਨਹੀਂ ਰੱਖ ਸਕੇ। ਉਹ ਇਹੀ ਕਾਰਨ ਸੀ ਕਿ ਵੀ ਸਾਡੀ ਡਿਊਟੀ ਰੋਜ਼ਨਾਮਚੇ ਤੇ ਲੱਗੀ ਹੋਈ ਹੈ, ਉਹ ਵੀ ਅਸੀਂ ਡੇਲੀ ਰੋਜ਼ਨਾਮਚਾ ਲਿਖਦੇ ਹਾਂ। ਉਹ ਰੋਜ਼ਨਾਮਚਾ ਲਿਖਣ ਦਾ ਇੱਕ ਕਾਰਨ ਇਹ ਵੀ ਹੈ ਦਰਸ਼ਕੋ ਕਿ ਅੱਜ ਜਿਹੜੇ ਰਿਸਰਚ ਕਰ ਰਹੇ ਨੇ ਸਾਡੇ ਸਟੂਡੈਂਟ, ਰਿਸਰਚ ਕਰਨਾ ਚਾਹੁੰਦੇ ਨੇ ਇਤਿਹਾਸ ਦੀ, ਤੇ ਬਹੁਤ ਸਾਰੇ ਤੱਥ ਜਿਹੜੇ ਆ ਉਹ ਰਹਿ ਜਾਂਦੇ ਨੇ, ਅਲੋਪ ਹੋ ਚੁੱਕੇ ਨੇ, ਉਹਨਾਂ ਦੇ ਸਮਝ ਨਹੀਂ ਆਉਂਦੀ। ਡਾਕਟਰ ਸਾਹਿਬ, ਮੈਂ ਖੁਦ ਆਪਣੀ ਗੱਲ ਕਰਦੀ, ਮੈਂ ਜਦੋਂ ਬੀਬੀ ਸ਼ਰਨ ਕੌਰ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਸੀਗੀ ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਬੜਾ ਲੰਬਾ ਮੇਰਾ ਜਿਹੜਾ ਉਹ ਵਰਕ ਹੋ ਗਿਆ ਸੀਗਾ, ਪਰ ਫਿਰ ਵੀ ਮੈਂ ਇਹ ਮਤਲਬ ਸੰਤੁਸ਼ਟ ਨਹੀਂ ਹਾਂ, ਕਿਉਂਕਿ ਮੈਂ ਉਸ ਵਰਕ ਨੂੰ ਕੰਪਲੀਟ ਅਜੇ ਤੱਕ ਨਹੀਂ ਕਰ ਸਕੀ, ਕਿਉਂਕਿ ਬਹੁਤ ਸਾਰੇ ਤੱਥ ਜਿਹੜੇ ਨਾ ਉਹ ਛੁਪੇ ਹੋਏ ਨੇ, ਮਿਲ ਨਹੀਂ ਰਹੇ, ਪ੍ਰਾਪਤ ਨਹੀਂ ਹੋ ਰਹੇ। ਸੋ ਇਹੀ ਅਸੀਂ ਸੋਚਿਆ ਕਿ ਇੱਕ ਜਥੇਬੰਦੀ ਵੱਲੋਂ ਸਾਨੂੰ ਇਹ ਮਤਲਬ ਮਾਣ ਵੀ ਪ੍ਰਾਪਤ ਹੋਇਆ ਕਿ ਤੁਸੀਂ ਰੋਜ਼ਨਾਮਚਾ ਜ਼ਰੂਰ ਲਿਖੋ। ਜਿਵੇਂ ਕਹਿੰਦੇ ਨਾ ਵੀ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀਗਾ ਤੇ ਸੱਚੇ ਪਾਤਸ਼ਾਹ ਨੇ, ਦਸ਼ਮੇਸ਼ ਪਿਤਾ ਨੇ, ਦੁੱਲਾ ਸਿੰਘ ਹੰਡੂਰੀਆ ਨੂੰ ਹੁਕਮ ਕੀਤਾ ਸੀਗਾ ਕਿ ਤੁਸੀਂ ਨਾ ਮੇਰੀ ਬੜਾ ਕੁਛ ਹੋਣਾ ਹੈ, ਇੱਥੇ ਬਹੁਤ ਕੁਝ ਵਾਪਰਨਾ ਹੈ, ਪਰ ਮੈਂ ਦੁੱਲਾ ਸਿੰਘ ਨੂੰ ਕਿਹਾ ਸੀ ਵੀ ਤੂੰ ਮੇਰੀ ਫੌਜ ਦੇ ਵਿੱਚ ਐਂਟਰ ਨਾ ਕਰਕੇ ਇੱਕ ਮੰਜ਼ਰ ਨਵੀਸ ਬਣ ਕੇ ਹਰ ਚੀਜ਼ ਨੂੰ ਨੋਟ ਕਰਦਾ ਜਾਈਂ। ਸੋ ਬੜੇ ਨਿਮਾਣੇ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹੈਗੇ, ਔਰ ਗੁਰੂ ਸਾਹਿਬ ਬਖਸ਼ ਲੈਣ। ਤੇ ਇਹਨਾਂ ਇੱਕ ਜ਼ਰੂਰ ਮਾਣ ਪ੍ਰਾਪਤ ਹੋਇਆ ਕਿ ਵੀ ਜਥੇਬੰਦੀਆਂ ਵੱਲੋਂ ਕਿ ਤੁਸੀਂ ਇੱਕ ਰੋਜ਼ਨਾਮਚਾ ਤਿਆਰ ਕਰੋ। ਰੋਜ਼ਨਾਮਚੇ ਦੇ ਵਿੱਚ ਹਰ ਤੱਥ ਦੇ ਆਧਾਰ ਤੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਭਾਵੁਕਤਾ ਤੋਂ ਉੱਪਰ ਉੱਠ ਕੇ ਨਿਰਪੱਖ ਕਿਸੇ ਖਾਸ ਜਥੇਬੰਦੀ ਨੂੰ ਮੁੱਖ ਰੱਖ ਕੇ ਨਹੀਂ, ਮਤਲਬ ਨਿਰਪੱਖ ਉੱਥੇ ਬੀਤ ਰਿਹਾ, ਬਿਲਕੁਲ ਸੱਚ ਤੇ ਆਧਾਰਿਤ, ਤੱਥਾਂ ਤੇ ਆਧਾਰਿਤ ਅਸੀਂ ਰੋਜ਼ ਉੱਥੇ ਜੋ ਕੁਛ ਬੀਤਦਾ ਸਿੰਘੂ ਬਾਰਡਰ, ਟਿੱਕਰੀ ਬਾਰਡਰ ਤੇ ਉਹਨੂੰ ਅਸੀਂ ਡੇਟ ਵਾਈਜ਼, ਟਾਈਮ ਵਾਈਜ਼ ਰੋਜ਼ਨਾਮਚੇ ਦੇ ਵਿੱਚ ਦਰਜ ਕਰ ਰਹੇ ਹਾਂ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਿਹੜਾ ਇੱਕ ਵਿਸ਼ਵ ਪੱਧਰ ਦਾ ਇੱਕ ਵਿਲੱਖਣ ਕਿਸਮ ਦਾ ਜਿਹੜਾ ਹੈਗਾ ਅੰਦੋਲਨ ਆ, ਜੇ ਕਿਤੇ ਇਹਦੇ ਤੇ ਕੋਈ ਖੋਜ ਕਰਨੀ ਪਈ ਜਾਂ ਰਿਸਰਚ ਕਰਨ ਦੀ ਲੋੜ ਪਈ ਤਾਂ ਸਾਡੇ ਉਹਨਾਂ ਬਿਲਕੁਲ ਪੈਣੀ ਹੈ, ਬਿਲਕੁਲ ਜੀ, ਇਤਿਹਾਸ ਰਿਪੀਟ ਕਰ ਰਿਹਾ ਆਪਣੇ ਆਪ ਨੂੰ। ਸੋ ਇਸ ਕਰਕੇ ਉਹ ਇੱਦਾਂ ਦੀਆਂ ਜ਼ਿੰਮੇਵਾਰੀਆਂ ਹੋਣ ਕਰਕੇ ਵੀ ਕੈਮਰੇ ਤੋਂ ਬੜਾ ਸਾਨੂੰ ਦੂਰ ਰਹਿਣਾ ਪਿਆ, ਤੇ ਇਹ ਬੜੀ ਇੱਕ ਵੱਡੀ ਜ਼ਿੰਮੇਵਾਰੀ ਸੀਗੀ। ਚਲੋ ਪ੍ਰਮਾਤਮਾ ਨਿਭਾਈ ਜਾ ਰਹੇ। ਅੱਜ ਇਸ ਕਰਕੇ ਬੋਲਣਾ ਪਿਆ ਕਿ ਵੀ ਅਸੀਂ ਹਫ਼ਤੇ ਭਰ ਦੇ ਵਿੱਚ ਜੋ ਕੁਝ ਦੇਖਿਆ, ਜੋ ਉਹਦਾ ਦੋਵਾਂ ਨੇ ਬੈਠ ਕੇ ਵਿਸ਼ਲੇਸ਼ਣ ਕੀਤਾ, ਵਿਚਾਰ ਵਰਚਾ ਕੀਤੀ, ਉਹ ਅੱਜ ਤੁਹਾਡੇ ਨਾਲ ਸਾਂਝੀ ਕਰ ਲਈਏ, ਜੋ ਸੋ ਸਾਂਝੀ ਕਰ ਰਿਹਾ। ਡਾਕਟਰ ਸਾਹਿਬ, ਅਗਲੀ ਗੱਲ ਆ ਜਾਂਦੀ ਆ ਵੀ ਆਪਾਂ
ਕਾਫੀ ਲੰਬੀ ਵਿਚਾਰ ਕੀਤੀ ਸੀ ਲੰਗਰ ਤੇ ਜਿਹੜਾ ਉੱਥੇ ਬੇਲੋੜਾ ਖਰਚ ਹੋ ਰਿਹਾ, ਬਿਲਕੁਲ ਉਹਦੇ ਤੇ ਵੀ ਆਪਾਂ ਚਰਚਾ ਕੀਤੀ ਸੀਗੀ। ਤੇ ਮੈਂ ਰਾਜੇਵਾਲ ਸਾਹਿਬ ਨੂੰ ਵੀ ਇਹਦੇ ਬਾਰੇ ਆਪਣੀ ਵਿਚਾਰ ਰੱਖੀ ਸੀ ਕਿ ਵੀ ਲੰਗਰ ਨੂੰ ਥੋੜਾ ਜਿਹਾ ਸਾਦਾ ਕਰਨ ਵਾਲੇ ਪਾਸੇ ਜੇ ਆਪਾਂ ਆਈਏ, ਕਿਉਂਕਿ ਇਹਦੇ ਬਾਰੇ ਤੁਸੀਂ ਆਪਣੀ ਜਿਹੜਾ ਲੰਗਰ ਹੈਗਾ ਉਹ ਪਹਿਲੀ ਗੱਲ ਤਾਂ ਮੈਂ ਲੰਗਰ ਦੇ ਬਾਰੇ ਸੰਗਤਾਂ ਨੂੰ, ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਆਮ ਤੌਰ ਤੇ ਜਿਹੜਾ ਵੀ ਲੰਗਰ ਦੀ ਗੱਲ ਕਰਦਾ ਹੈ ਉਹ ਪਹਿਲੀ ਗੱਲ ਇਹ ਕਰਦਾ ਹੈ ਕਿ ਸਾਡੇ ਗੁਰੂ ਨਾਨਕ ਨੇ 20 ਰੁਪਿਆਂ ਦਾ ਲੰਗਰ ਲਗਾਇਆ। ਠੀਕ ਹੈ, ਸੋ ਮੈਂ ਇਹ ਭੁਲੇਖਾ ਸਿੱਖਾਂ ਦੇ ਖਾਸ ਕਰਕੇ ਮਨ ਦੇ ਵਿੱਚੋਂ ਕੱਢਣਾ ਚਾਹੁੰਦੀ ਹਾਂ ਕਿ ਇਹ ਭਾਈ ਰੁਪਈਏ ਨਹੀਂ ਸੀਗੇ। ਕੀ ਸੀਗਾ? ਕਿਉਂਕਿ ਜਿਹੜੇ ਰੁਪਈਏ ਆ ਉਹ ਅੰਗਰੇਜ਼ਾਂ ਦੇ ਸਮੇਂ 'ਚ ਸਾਡੇ ਕਰੰਸੀ ਆਈ ਸੀ ਦੇਸ਼ ਦੇ ਵਿੱਚ। ਉਸ ਤੋਂ ਪਹਿਲਾਂ ਰੁਪਏ ਨਾਲ ਦੀ ਕੋਈ ਕਰੰਸੀ ਨਹੀਂ ਸੀ। ਠੀਕ ਹੈ, ਤਾਂ ਜਿਸ ਵੇਲੇ ਗੁਰੂ ਨਾਨਕ ਸਾਹਿਬ ਦੀ ਆਮਦ ਹੁੰਦੀ ਹੈ ਉਸ ਵੇਲੇ ਇੱਥੇ ਲੋਧੀ ਰਾਜ ਸੀ, ਲੋਧੀ ਵੰਸ਼ ਦਾ ਰਾਜ ਸੀ। ਤੇ ਇੱਕ ਉਹਨਾਂ ਤੋਂ ਪਹਿਲਾਂ ਬਹਿਲੋਲ ਲੋਧੀ ਨਾਂ ਦਾ ਰਾਜਾ ਹੋਇਆ ਸੀ ਜਿਸ ਨੇ ਆਪਣੇ ਨਾਂ ਤੇ ਸਿੱਕਾ ਚਲਾਇਆ ਸੀ ਬਹਿਲੋਲੀਆਂ। ਠੀਕ ਹੈ, ਸੋ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਗੁਰੂ ਨਾਨਕ ਜਿਹੜੇ ਸੀ ਬਾਲਪਨ ਦੇ ਵਿੱਚ ਉਸ ਵੇਲੇ ਜਵਾਨ ਅਵਸਥਾ ਦੇ ਵਿੱਚ ਹੋਣਗੇ, ਤਾਂ ਉਸ ਵੇਲੇ ਉਹ ਵਪਾਰ ਸੱਚਾ ਸੌਦਾ ਜਿਹੜਾ ਉਹਨਾਂ ਨੇ ਕੀਤਾ ਉਹ ਬਹਿਲੋਲੀਆਂ ਦਿੱਤੀਆਂ ਸੀ, ਨਾ ਕਿ 20 ਰੁਪਏ। ਠੀਕ ਹੈ, ਸੋ ਬਹਿਲੋਲੀਆਂ ਕਿਆ ਕਰਨਾ ਚਾਹੀਦਾ? ਕਾਰਨ ਇਹ ਕਿ ਹੁਣ ਬਹੁਤੇ ਲੋਕ ਕਹਿ ਦਿੰਦੇ ਆ ਕਿ ਬਹਿਲੋਲੀਆਂ ਕਹਿ ਦਿਓ ਚਾਹੇ ਰੁਪਏ ਕਹਿ ਦਿਓ, ਗੱਲ ਤਾਂ ਇੱਕੋ ਹੀ ਹੈ। ਪਰ ਨਹੀਂ, ਅਸੀਂ ਆਪਣੇ ਇਤਿਹਾਸ ਨੂੰ ਝੂਠ ਦੇ ਹਵਾਲੇ ਕਿਉਂ ਕਰੀਏ? ਕਿਉਂਕਿ ਜੋ ਸੱਚ ਹੈ ਉਹਨੂੰ ਸਾਨੂੰ ਪਰੋਸਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਵੀ ਅਸੀਂ ਇਤਿਹਾਸ ਨੂੰ ਸੱਚ, ਕਈ ਵਾਰੀ ਦਰਸ਼ਕੋ ਦੇਖੋ ਜਦੋਂ ਪਿੱਛੇ ਜੇ ਮੋਦੀ ਨੇ ਕਿਹਾ ਸੀਗਾ ਵੀ महाभारत के समय सर्जरी जो थी वो काफ़ी ਡਿਵੈਲਪ थी और ਆਪਾਂ ਅੱਜ ਮਜ਼ਾਕ ਉਡਾਉਂਦੇ ਆ ਨਾ ਕਿ ਵੀ ਉਹਨਾਂ ਨੇ ਜੀ ਕਿਵੇਂ ਹਾਥੀ ਦਾ ਸਿਰ ਲਾ ਲਿਆ, ਵੀ ਇੰਨੀ ਸਰਜਰੀ ਜਿਹੜੀ ਸੀਗੀ ਉਹ ਬਲਵਾਨ ਸੀ, ਉਸ ਵੇਲੇ ਡਿਵੈਲਪਡ ਸੀਗੀ। ਇਸੇ ਤਰ੍ਹਾਂ ਸਾਡੇ ਤੇ ਵੀ ਇਹ ਗੱਲ ਆ ਸਕਦੀ ਹੈ ਕੱਲ ਨੂੰ ਅੰਗਰੇਜ਼ ਕੋਈ ਆ ਜਾਂਦਾ, ਅਸੀਂ ਉਹਦੇ ਅੱਗੇ ਰੁਪਿਆਂ ਦੀ ਗੱਲ ਕਰਦੇ ਤੇ ਜਿਹੜਾ ਇਹਨੇ ਇਤਿਹਾਸ ਵਾਚਿਆ ਹੋਵੇਗਾ ਅੰਗਰੇਜ਼ ਨੇ, ਉਹ ਸਾਨੂੰ ਅੱਗੋਂ ਕੁਐਸਚਨ ਕਰ ਸਕਦਾ ਕਿ ਸਾਡੀ ਹਕੂਮਤ ਦੇ ਸਮੇਂ ਤਾਂ ਤੁਹਾਨੂੰ ਕਰੰਸੀ ਮਿਲੀ ਸੀ ਰੁਪਏ ਦੀ। ਬਿਲਕੁਲ ਡਾਕਟਰ ਸਾਹਿਬ, ਤੁਹਾਡੀ ਗੱਲ ਨਾਲ ਇਹ ਗੱਲ ਜਿਹੜੀ ਆਪਣੇ ਕੋਲ ਲੜਕੀ ਇੱਕ ਥਰੇਸਾ ਜਰਮਨ ਦੀ ਸਿੱਖ ਬੀਬੀਆਂ ਤੇ PhD ਕਰਕੇ ਗਈ ਹੈ, ਤਾਂ ਉਹਨੇ ਵੀ ਤਾਂ ਇਹ ਗੱਲ ਰੱਖੀ ਸੀ ਆਪਣੇ ਸਾਹਮਣੇ ਕਿ ਕੀ ਉਹ ਕਰੰਸੀ ਕੀ ਉਸ ਵੇਲੇ ਰੁਪਈਆ ਜਿਹੜਾ ਹੈਗਾ ਉਹ ਕਰੰਸੀ ਆ ਚੁੱਕੀ ਸੀ। ਉਹਨੇ ਕਿਹਾ ਸੀ ਵੀ ਮੈਂ ਤਾਂ ਸੁਣਿਆ ਸੀਗਾ ਵੀ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਆਮਦ ਦੇ ਨਾਲ ਉਦੋਂ ਪਹਿਲਾਂ ਕੌਡੀਆਂ ਵੀ ਚੱਲਦੀਆਂ ਰਹੀਆਂ, ਮੋਰੀ ਵਾਲਾ ਪੈਸਾ ਵੀ ਸਿੱਕਾ ਵੀ ਚੱਲਦਾ ਰਿਹਾ, ਇਸ ਤਰੀਕੇ ਦਾ ਹੈ ਨਾ, ਇਹ ਚੀਜ਼ਾਂ। ਹਾਂਜੀ, ਉਹ ਪੁੱਛਿਆ, ਉਹਨੇ ਹੱਸ ਕੇ ਗੱਲ ਕਹੀ ਸੀ। ਤੇ ਫਿਰ ਉਸ ਤੋਂ ਬਾਅਦ ਆਪਾਂ ਨੇ ਖੋਜਣਾ ਸ਼ੁਰੂ ਕੀਤਾ ਸੀਗਾ ਵੀ ਫਿਰ ਉਸ ਵੇਲੇ ਕਰੰਸੀ ਕਿਹੜੀ ਸੀ। ਤੇ ਦਰਸ਼ਕੋ ਖੋਜਦਿਆਂ ਅਸੀਂ ਸਿੱਟੇ ਤੇ ਪਹੁੰਚੇ ਸੀ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਬਹਿਲੋਲ ਲੋਧੀ ਨੇ ਆਪਣੇ ਨਾਮ ਦਾ ਸਿੱਕਾ ਜਿਹੜਾ ਈਜ਼ਾਦ ਕੀਤਾ ਸੀ, ਬਹਿਲੋਲੀਆਂ, ਉਹ 20 ਬਹਿਲੋਲੀਆਂ ਸੀ। ਉਹ ਵੀ ਉਸ ਵੇਲੇ ਦੀ ਇੱਕ ਪ੍ਰਮੁੱਖ ਕਰੰਸੀ ਸੀਗੀ ਜਿਵੇਂ ਅੱਜ ਦਾ ਰੁਪਈਆ ਹੈ। ਸੋ ਇਸ ਕਰਕੇ ਕਿਰਪਾ ਕਰਕੇ ਸਾਨੂੰ ਬੇਨਤੀ ਹੈ ਕਿ ਵੀ ਜਿਵੇਂ ਮੈਂ ਤੁਹਾਨੂੰ ਆਪਣੀ ਫਰੈਂਡ ਥਰੇਸਾ ਦੇ ਬਾਰੇ ਦੱਸਿਆ ਕਿ ਉਹਨੇ ਇੱਕ ਮਤਲਬ ਬੜੇ ਮਜ਼ਾਕੀਆ ਲਹਿਜੇ 'ਚ ਕਿਹਾ ਸੀਗਾ ਵੀ ਤੁਸੀਂ ਆਪਣੇ ਇਤਿਹਾਸ ਨੂੰ ਖੋਜਦੇ ਨਹੀਂ, ਪਰਖਦੇ ਨਹੀਂ। ਹਾਲਾਂ ਉਹਨੇ ਇਹ ਵੀ ਕਿਹਾ ਸੀਗਾ ਕਿ ਤੁਹਾਡਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ ਹੈ, ਵੀ ਤੁਸੀਂ ਜਿਹੜਾ ਇਹਨੂੰ ਖੋਜ ਨਹੀਂ ਰਹੇ, ਬਹੁਤਾ ਪੁਰਾਣਾ ਨਹੀਂ ਹੈ। ਸੋ ਉਸ ਚੀਜ਼ ਨੇ, ਉਸ ਕਹਿ ਲਓ ਵੀ ਤਾਨੇ ਨੇ ਮੈਨੂੰ ਮਜਬੂਰ ਸਾਨੂੰ ਕਰ ਦਿੱਤਾ ਸੀ ਕਿ ਅਸੀਂ ਖੋਜੀਏ ਵੀ ਉਸ ਵੇਲੇ ਕਰੰਸੀ ਕਿਹੜੀ ਸੀ। ਸੋ ਕਰੰਸੀਆਂ ਬਹਿਲੋਲੀਆਂ ਸੀਗੀਆਂ ਕਰੰਸੀ। ਸੋ ਇਸ ਕਰਕੇ ਬਹਿਲੋਲੀਆਂ ਬੋਲਿਆ ਜਾਵੇ ਤਾਂ ਬੈਟਰ, ਤਾਂ ਕਿ ਵਰਡ ਨੂੰ ਇਹ ਪਤਾ ਲੱਗੇ ਕਿ ਸਿੱਖ ਕੌਮ ਨੇ ਆਪਣੇ ਇਤਿਹਾਸ ਨੂੰ ਹੂ ਜਿਹੜਾ ਪੜ੍ਹਿਆ ਹੋਇਆ, ਬਹੁਤ ਡੀਪਲੀ ਪੜ੍ਹਿਆ ਹੋਇਆ। ਸੋ ਇਹ ਤਾਂ ਗੱਲ ਸੀ ਕਿ ਬਹਿਲੋਲੀਆਂ ਕਹਿਣਾ, ਅਸੀਂ ਰੁਪਏ ਨਹੀਂ ਕਹਿਣਾ। ਤੇ ਹੁਣ ਆ ਜਾਂਦੀ ਹੈ ਸਾਡੇ ਕਿਸਾਨ ਅੰਦੋਲਨ ਦੇ ਵਿੱਚ ਜੋ ਲੰਗਰ ਚੱਲ ਰਹੇ ਉਹਨਾਂ ਦੀ ਗੱਲ, ਤਾਂ ਬੜਾ ਲੋਕ ਹੁੱਬ ਕੇ ਦੱਸ ਰਹੇ ਨੇ ਜੀ ਉੱਥੇ ਬਦਾਮਾਂ ਦਾ ਲੰਗਰ ਲਾਇਆ ਗਿਆ, ਉੱਥੇ ਇੰਨੇ ਕੁਇੰਟਲ ਪਿੰਨੀਆਂ ਭੇਜੀਆਂ ਗਈਆਂ, ਉੱਥੇ ਇਹ ਚੀਜ਼ ਭੇਜੀ ਗਈ, ਉਹ ਚੀਜ਼ ਭੇਜੀ ਗਈ। ਪਰ ਜਿਵੇਂ ਕਿ ਰਾਜੇਵਾਲ ਸਾਹਿਬ ਨੇ ਵੀ 1-2 ਦਿਨ ਪਹਿਲਾਂ ਕਿਹਾ ਸੀ ਕਿ ਇੱਕ ਡਾਕਟਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੇ ਪਿੰਨੀਆਂ ਵਗੈਰਾ ਭੇਜ ਰਹੇ ਹੋ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਤੇ ਉਹਨਾਂ ਨੂੰ ਮਤਲਬ ਪਰੇਸ਼ਾਨੀ ਹੋ ਸਕਦੀ ਹੈ, ਹਾਰਟ ਅਟੈਕ ਬਹੁਤ ਵੱਧ ਜਾਣਗੇ। ਸੋ ਇਹ ਚੀਜ਼ ਤਾਂ ਹੈ ਹੀ ਹੈ। ਇਸ ਦੇ ਨਾਲ ਇੱਕ ਗੱਲ ਹੋਰ ਵੀ ਹੈ ਪਰਮਵੀਰ, ਕਿ ਜਿਹੜੇ ਲੋਕ ਇੰਨਾ ਖਰਚਾ ਕਰ ਰਹੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਜੋ ਸਾਡੇ ਗੁਰੂ ਸਾਹਿਬ ਨੇ ਸਾਦਾ ਭੋਜਨ ਛਕਣ ਦੀ ਰਵਾਇਤ ਦਿੱਤੀ ਸੀ, ਉਹਦੇ ਵਿੱਚ ਪੌਸ਼ਟਿਕਤਾ ਨੂੰ ਸਾਹਮਣੇ ਰੱਖਿਆ ਸੀ, ਉਸੇ ਤਰੀਕੇ ਨਾਲ ਸਾਦਾ ਲੰਗਰ ਲਾਏ ਜਾਣੇ ਚਾਹੀਦੇ ਹਨ। ਤੇ ਜੋ ਇੰਨਾ ਖਰਚਾ ਇਹਨਾਂ ਲੰਗਰਾਂ ਤੇ ਹੋ ਰਿਹਾ, ਉਹਨਾਂ ਜਿਹੜਾ ਉਹ ਖਰਚਾ ਉਸ ਨੂੰ ਬਚਾ ਕੇ ਰੱਖਣ ਦੀ ਲੋੜ ਹੈ, ਕਿਉਂਕਿ ਆਉਣ ਵਾਲੇ ਭਵਿੱਖ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਕਮੀਆਂ ਪੇਸ਼ੀਆਂ ਆਉਣੀਆਂ ਨੇ। ਸਾਨੂੰ ਆਪਣੀ ਕੌਮ ਦੀ ਸਹਾਇਤਾ ਵਾਸਤੇ ਬਹੁਤ ਪੈਸੇ ਦੀ ਲੋੜ ਪੈਣੀ।
ਸੋ ਉਹ ਪੈਸਾ ਇੱਕ ਤਾਂ ਉਧਰ ਬਚਾਇਆ ਜਾਵੇ, ਦੂਸਰਾ ਹੁਣ ਜਿਵੇਂ ਕਿ ਇਹਨਾਂ ਨੇ ਐਜੂਕੇਸ਼ਨ ਡਿਜੀਟਲ ਕਰ ਦਿੱਤੀ ਜੀ ਪਿੰਡਾਂ ਦੇ ਵਿੱਚ ਸਾਡੇ ਬੱਚਿਆਂ ਦੇ ਕੋਲ ਕਿਸੇ ਕੋਲ ਕੰਪਿਊਟਰ ਨਹੀਂ, ਕਿਸੇ ਕੋਲ ਮੋਬਾਈਲ ਨਹੀਂ, ਪਰ ਅਸੀਂ ਪਿੰਡਾਂ ਵੱਲ ਝਾਤ ਹੀ ਨਹੀਂ ਮਾਰਦੇ। ਅਸੀਂ ਤਾਂ ਜਿੱਥੇ ਇੱਕ ਪਾਸੇ ਕੋਈ ਡੁੱਲ ਗਿਆ ਉੱਥੇ ਸਾਰੇ ਡੁੱਲਣ ਲੱਗ ਜਾਂਦੇ। ਸੋ ਇਹ ਗੱਲ ਸਹੀ ਨਹੀਂ ਹੈਗੀ। ਸੋ ਇੱਥੇ ਇਹ ਚਾਹੀਦਾ ਹੈ ਕਿ ਜਿਹੜੇ ਲੋਕ ਪੈਸਾ ਲਾਉਣਾ ਚਾਹੁੰਦੇ ਆ, ਗਰੀਬਾਂ ਦੀ ਮਦਦ ਕਰਨਾ ਚਾਹੁੰਦੇ ਆ, ਉਹ ਕਿਸਾਨ ਅੰਦੋਲਨ ਦੇ ਵਿੱਚ ਪੈਸੇ ਨਾ ਲਾ ਕੇ ਉਹਨਾਂ ਲੋਕਾਂ ਦੀ ਮਦਦ ਕਰਨ ਜਿਨ੍ਹਾਂ ਨੂੰ ਅਸਲ ਦੇ ਵਿੱਚ ਲੋੜ ਹੈ। ਦਰਸ਼ਕੋ, ਡਾਕਟਰ ਸਾਹਿਬ ਦੇ ਕਹਿਣ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਉਹ ਇਸ ਦੇ ਵਿਰੁੱਧ ਨਹੀਂ, ਉਹ ਕਹਿੰਦੇ ਨੇ ਵੀ ਪੈਸਾ ਲਾਇਆ ਜਾਵੇ ਜਿੰਨੀ ਉੱਥੇ ਲੋੜ ਹੈ, ਜਿਸ ਚੀਜ਼ ਦੀ ਲੋੜ ਹੈ। ਦੇਖੋ ਨਾ, ਪਿਛਲੇ ਦਿਨੀ ਅਸੀਂ ਦੇਖਿਆ ਹੈ ਕਿ ਅਸੀਂ ਉੱਥੇ ਗਏ ਆ, ਸਾਨੂੰ ਬਾਹਰੋਂ ਇੰਗਲੈਂਡ ਕੈਨੇਡਾ ਦੇ ਵਿੱਚੋਂ ਵੀ ਬੜੇ ਫੋਨ ਆਏ, ਅਮਰੀਕਾ ਦੇ ਵਿੱਚ। ਉਹਨਾਂ ਨੇ ਕਿਹਾ ਕਿ ਭੈਣ ਜੀ ਤੁਸੀਂ ਇੱਕ ਚੀਜ਼ ਦੀ ਸਾਨੂੰ ਜਿਹੜਾ ਹੈਗਾ ਮੁਤਾਲਿਆ ਕਰਕੇ ਦਿਓ, ਉੱਥੋਂ ਵੀ ਅਸੀਂ ਉੱਥੇ ਭੇਜ ਰਹੇ ਹੈਗੇ ਜਿਹੜਾ ਫੰਡ। ਤੇ ਸੁਣਿਆ ਵੀ ਜਿਹੜੇ ਉੱਥੇ ਆਸ-ਪਾਸ ਰਹਿੰਦੇ ਲੋਕ ਨੇ, ਇਹ ਸਾਡੀ ਗੱਲ ਅਸੀਂ ਇਹ ਨਹੀਂ ਕਹਿ ਰਹੇ, ਜੋ ਸਾਨੂੰ ਮੈਸੇਜ ਆਏ ਨੇ ਕਿ ਉਹ ਪਤਾ ਕਰਕੇ ਦਿਓ ਕਿ ਉੱਥੇ ਪੈਸਾ ਵੀ ਵਾਕਈ ਲੋੜਵੰਦਾਂ ਤੱਕ ਉਹ ਰਾਸ਼ਨ ਤੇ ਪਹੁੰਚ ਰਿਹਾ, ਸਮਾਨ ਪਹੁੰਚ ਰਿਹਾ ਹੈ। ਕਿ ਅਸੀਂ ਸੁਣਿਆ ਹੈ ਕਿ ਜਿਹੜਾ ਆਸੇ-ਪਾਸੇ ਦੇ ਜਿਹੜੇ ਪਿੰਡਾਂ ਦੇ ਲੋਕ ਹੈਗੇ ਨੇ ਉਹ ਬੜਾ ਸਟੋਰੇਜ ਕਰੀ ਜਾ ਰਹੇ ਨੇ। ਇਹ ਹੈ ਵੀ ਸੱਚ। ਅਸੀਂ ਆਪਣੇ ਵੱਲੋਂ ਕੁਝ ਨਾ ਕਹਿ ਸਕਦੇ ਹਾਂ ਨਾ, ਕਿਉਂਕਿ ਕਹਿਣਾ ਸਾਡੇ ਦਾ ਵਾਜਬ ਨਹੀਂ ਹੈਗਾ। ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਸੀਂ ਆਪਣੇ ਕੈਮਰਾਮੈਨ ਵੀ ਉੱਥੇ ਭੇਜੇ ਹੋਏ ਆ, ਔਰ ਉੱਥੇ ਉਹਨਾਂ ਨੇ ਦੇਖਿਆ ਕਿ ਉੱਥੋਂ ਬੀਬੀਆਂ ਆਉਂਦੀਆਂ ਨੇ, ਉਹਨਾਂ ਤੋਂ ਰਾਸ਼ਨ ਟਰਾਲੀਆਂ ਦੇ ਵਿੱਚੋਂ ਸੁੱਕੀ ਰਾਸ਼ਨ ਲਿਜਾ ਕੇ, ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਪਿੰਡਾਂ ਦੇ ਕੁਝ ਲੋਕਾਂ ਨੇ ਉੱਥੇ ਜਾਂ ਝੁੱਗੀ ਝੌਂਪੜੀ ਵਾਲੇ, ਪ੍ਰਮਾਤਮਾ ਕਰੇ ਝੁੱਗੀ ਝੌਂਪੜੀ ਵਾਲਾ ਤਾਂ ਕਿਸੇ ਨੂੰ ਜ਼ਿੰਦਗੀ ਦੇਵੇ ਨਾ ਵਾਹਿਗੁਰੂ ਸੱਚੇ ਪਾਤਸ਼ਾਹ, ਪਰ ਉੱਥੇ ਜਿਹੜੇ ਵੀ ਕੁਆਟਰ ਵਾਲੇ ਰਹਿੰਦੇ ਨੇ, ਉਹਨਾਂ ਨੇ ਕਿਹਾ ਕਿ ਉਹ ਲੋਕ ਹੁਣ ਉੱਥੇ ਵੇਚਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਆਪਣੇ ਸਟੋਰ। ਹੁਣ ਕਿੰਨੀ ਸੱਚ ਗੱਲ ਆ ਉਹਨਾਂ ਦੇ ਕਹਿਣ ਦੇ ਮੁਤਾਬਕ। ਦੂਸਰੀ ਗੱਲ ਉਹ ਕਹਿੰਦੇ ਵੀ ਅਸੀਂ ਖੁਦ ਪੜ੍ਹੇ ਆ ਕਿ ਉੱਥੇ ਇੱਕ ਦੁਕਾਨ ਦੇ ਵਿੱਚ ਉਹਨਾਂ ਨੇ ਲੈ ਕੇ ਕੰਬਲ, ਤੇ ਸਾਡੇ ਵਾਲਿਆਂ ਨੇ ਵੀ ਜੀ ਉਹ ਹੋਸ਼ੇਪਨ ਦੇ ਵਿੱਚ ਕਹਿ ਲਓ, ਫੁਕਰਪੁਣੇ ਦੇ ਵਿੱਚ ਕਹਿ ਲਓ ਵੀ ਸਾਡੇ ਬਾਬੇ ਨਾਨਕ ਨੇ ਸਾਨੂੰ ਸੇਵਾ ਕਰਨ ਵਾਸਤੇ ਬਿਲਕੁਲ ਕਿਹਾ ਸੀ, ਸੇਵਾ ਕਰਨ ਵਾਸਤੇ, ਪਰ ਲੋੜਵੰਦਾਂ ਦੀ ਸੇਵਾ ਕਰਨ ਵਾਸਤੇ ਕਿਹਾ ਸੀਗਾ। ਉਹ ਵੀ ਉਹਨਾਂ ਨੇ ਵੀ ਇਹ ਵੀ ਨਾਲ ਕਿਹਾ, ਬਾਬੇ ਨਾਨਕ ਜੀ ਸਾਨੂੰ ਸੇਵਾ ਦਾ ਸਿਧਾਂਤ ਦਿੱਤਾ, ਤੇ ਉਹ ਵੀ ਕਿਹਾ ਕਿ ਜਿਹੜੀ ਸੇਵਾ ਕਰਨੀ ਆ ਨਾ, ਉਹ ਵੀ ਮਤਲਬ ਤੁਸੀਂ ਉੱਥੇ ਕਰਨੀ ਆ ਵੀ ਜਿੱਥੇ ਲੋੜਵੰਦ ਨੂੰ ਜਿਹੜੀ ਹੈਗੀ ਆ ਸੇਵਾ ਕਰਨੀ ਆ। ਸੋ ਇਹ ਵੀ ਇੱਕ ਤੁਕ ਹੈਗੀ ਆ, ਮੈਨੂੰ ਹੁਣ ਪ੍ਰੋਪਰ ਯਾਦ ਨਹੀਂ ਆ ਰਿਹਾ ਕਿ ਸੇਵਾ ਕਰਨ ਦੇ ਵਾਸਤੇ ਉਹਨਾਂ ਨੇ ਸਾਨੂੰ ਉਹ ਵੀ ਸੁਝਾਅ ਦਿੱਤਾ ਹੈਗਾ। ਸੋ ਭਾਈ, ਜਿਵੇਂ ਇੱਦਾਂ ਦੀਆਂ ਖਬਰਾਂ ਆ ਰਹੀਆਂ ਨੇ ਵੀ ਉਹਨਾਂ ਨੇ ਤਾਂ ਸਟੋਰ ਕਰ ਲਿਆ, ਤੇ ਕਿਤੇ ਨਾ ਕਿਤੇ ਮੈਂ ਡਾਕਟਰ ਸਾਹਿਬ ਦੀ ਗੱਲ ਨਾਲ ਜੋੜਦੇ ਆ ਵੀ ਜਿਹੜਾ ਅੱਜ ਸੁਪਰੀਮ ਕੋਰਟ ਦਾ ਵੀ, ਤੇ ਜਿਵੇਂ ਸਾਨੂੰ ਸੈਂਟਰ ਗੌਰਮੈਂਟ ਵੀ ਇਸ ਮੋਰਚੇ ਨੂੰ ਲੰਬਾ ਕਰੀ ਜਾ ਰਹੀ ਹੈ, ਵਧਾਈ ਜਾ ਰਹੀ ਹੈ, ਲੰਬਾ ਕਰੀ ਜਾ ਰਹੀ ਹੈ, ਕੋਈ ਫੈਸਲਾ ਨਹੀਂ ਦੇ ਰਹੀ ਪ੍ਰੋਪਰ। ਉੱਥੇ ਹੁਣ ਇੱਕ ਡਾਕਟਰ ਸਾਹਿਬ ਹੋਰ ਤੁਸੀਂ ਦੇਖਿਆ ਹੋਣਾ ਹੈ ਕਿ ਸਾਡੇ ਪੰਜਾਬੀਆਂ ਨੇ ਉੱਥੇ ਪੱਕੀਆਂ ਦੀਵਾਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਹੈਗੇ ਨੇ ਜਿਹੜੇ ਢਾਂਚੇ ਹੈਗੇ ਨੇ ਉਹਦੇ ਅਗਲਾਰ ਨਾਲ ਜਿਹੜੀਆਂ ਹੈਗੀਆਂ ਸ਼ੈਡਾਂ ਦੀਆਂ, ਉਹ ਉੱਥੇ ਬਣਾ ਕੇ ਸ਼ੁਰੂ ਕਰਨੇ। ਲੋੜ ਵੀ ਸੀ ਇਹ ਉੱਤੇ, ਪਰ ਜਿਸ ਤਰੀਕੇ ਨਾਲ ਇੰਨੇ ਵੱਡੇ ਪੱਧਰ ਤੇ ਪੈਸਾ ਵੇਸਟ ਕੀਤਾ ਜਾ ਰਿਹਾ ਇਹਨਾਂ ਚੀਜ਼ਾਂ ਤੇ, ਅਨਲੋੜੀਆਂ ਲੜੀ ਦੀਆਂ ਚੀਜ਼ਾਂ। ਕੱਲ ਨੂੰ ਦੇਖੋ ਨਾ, ਜਦੋਂ ਅੰਦੋਲਨ ਖਤਮ ਹੋਣਾ ਤਾਂ ਕੀ ਉਹ ਚੀਜ਼ਾਂ ਸਾਡੇ ਕੰਮ ਆਉਣਗੀਆਂ। ਇੱਕ ਇਹ ਜਿਹੜੀ ਨੀਅਤ, ਉਹ ਜਿਹੜੇ ਦੇਖਦੇ ਨੇ ਬੈਠੇ ਉੱਥੇ, ਜਿਹੜੇ ਰਾਖਸ਼ ਕਿਸਮ ਦੇ, ਮੈਂ ਕਹੂੰਗੀ ਜਿਹੜੇ ਇਹਨਾਂ ਦੇ ਮੁਕੱਦਮ ਨੇ, ਜਿਨ੍ਹਾਂ ਦੇ ਬਾਰੇ ਕੁੱਤੇ ਕਿਹਾ ਸੀ ਗੁਰੂ ਸਾਹਿਬ ਨੇ, ਸੌਰੀਏ ਸ਼ਬਦ ਕਹਿਣੇ ਪੈ ਰਹੇ ਨੇ ਕਿ ਉਹ ਹਾਲਾਤ ਇਹੋ ਜਿਹੇ ਕਰਤੇ ਰੋਜ਼ ਅਸੀਂ ਸਾਡੇ ਜਿਹੜੇ ਬਜ਼ੁਰਗ ਨੇ, ਸਾਡੇ ਵੀਰ ਨੇ, ਲਾਸ਼ਾਂ ਬਣ ਕੇ ਉੱਥੋਂ ਪਰਤ ਰਹੇ ਨੇ। ਸੋ ਇੰਨੇ ਕੁ ਸ਼ਬਦ ਸਾਨੂੰ ਕਹਿਣੇ ਪੈਣਗੇ, ਸਾਡੇ ਹਿਰਦੇ ਵਲੂੰਦਰੇ ਪਏ ਨੇ। ਸੋ ਉਹ ਬੈਠੇ ਉੱਥੇ ਹੱਸ ਰਹੇ ਨੇ ਤੁਹਾਡੇ ਹੋਸ਼ੇਪਨ ਤੇ, ਕਿਸਾਨ ਵੀਰੋ ਹੱਸ ਰਹੇ ਨੇ ਉਹ ਤੁਹਾਡੇ ਹੋਸ਼ੇਪਨ ਤੇ ਵੀ ਕਿਸ ਤਰੀਕੇ ਦੇ ਨਾਲ ਇਹ ਆਰਥਿਕ ਤੌਰ ਤੇ ਆਪ ਹੀ ਖੋਖਲੇ ਹੋ ਰਹੇ ਨੇ। ਸਾਨੂੰ ਤਾਂ ਸਾਡੇ ਆ ਜਿਹੜੇ ਪਿੰਡ ਨੇ ਦਿੱਲੀ ਦੇ ਆਲੇ ਦੁਆਲੇ, ਇਹਨਾਂ ਦੇ ਲੋਕਾਂ ਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਹੈਗੀ ਗੀ। ਇਹਨਾਂ ਨੂੰ ਤਾਂ ਇਹਨਾਂ ਨੇ ਰਜਾ ਦਿੱਤਾ ਬਹੁਤ। ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਲੰਗਰ ਛਕਾਉਣਾ ਬੰਦ ਕਰ ਦਿਓ, ਨਹੀਂ, ਲੰਗਰ ਕਿਸੇ ਇੱਕ ਦਾ ਨਹੀਂ ਹੈਗਾ, ਲੰਗਰ ਕਿਸੇ ਇੰਡੀਵਿਜੂਅਲ ਦਾ ਨਹੀਂ ਹੈਗਾ, ਲੰਗਰ ਉਸ ਬਾਬੇ ਨਾਨਕ ਦੀ ਦੇਣਾ। 20 ਬਹਿਲੋਲੀਆਂ ਦਾ ਲੰਗਰ ਜਿਹੜਾ ਚੱਲ ਰਿਹਾ ਬਾਬੇ ਨਾਨਕ ਦਾ, ਉਹ ਸਭ ਛਕੇ, ਲੋੜਵੰਦ ਛਕੇ। ਪਰ ਜਿਸ ਤਰੀਕੇ ਦੇ ਨਾਲ ਤੁਸੀਂ ਕੰਬਲ ਹੋਏ ਆ ਦੇਖਿਆ ਸੀ ਵੀ ਕੋਈ ਸ਼ੂਜ਼ ਦੇ ਮਹਿੰਗੇ ਸ਼ੂਜ਼ ਤੇ ਲਾ ਰਿਹਾ ਉੱਥੇ ਸਟਾਲ, ਤੇ ਉਹ ਮੈਨੂੰ ਨਹੀਂ ਲੱਗਦਾ ਵੀ 3% ਵੀ ਸਾਡੇ ਪੰਜਾਬੀ ਕਿਸਾਨ ਵੀਰਾਂ ਨੇ ਉਹ ਲਏ ਹੋਣਗੇ, ਪਾਏ ਹੋਣਗੇ। ਸਾਰੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਸਟੋਰੇਜ ਕਰ ਲਏ, ਔਰ ਉਹ ਖੁਸ਼ ਨੇ। ਰਾਖਸ਼ ਕਿਸਮ ਦੇ ਮੁਕੱਦਮ ਜਿਹੜੇ ਮੰਤਰੀ ਨੇ, ਉਹ ਜਿਹੜੇ
ਖੁਸ਼ ਹੋ ਰਹੇ ਨੇ ਕਿ ਚਲੋ ਹੋ ਸਕਦਾ ਕਿਤੇ ਨਾ ਕਿਤੇ ਪਰ ਫਿਰ ਇਹ ਵੀ ਉਹਨਾਂ ਦੀ ਮਨਸ਼ਾ ਹੋਵੇ ਕਿ ਜਿੰਨਾ ਲੰਬਾ ਇਹ ਸੰਘਰਸ਼ ਖਿੱਚਿਆ ਜਾਂਦਾ, ਅੰਦੋਲਨ ਖਿੱਚਿਆ ਜਾਂਦਾ, ਇਹ ਲੋਕਾਂ ਨੂੰ ਇਸ ਤਰ੍ਹਾਂ ਖਵਾਈ ਪਿਆਈ ਜਾਣਗੇ ਤੇ ਉਹਨਾਂ ਦੀ ਚਿੰਤਾ ਖਤਮ ਹੋ ਜਾਏਗੀ। ਬਿਲਕੁਲ ਜੀ, ਬਿਲਕੁਲ ਖਤਮ। ਤੇ ਇਸ ਕਰਕੇ ਲੰਬਾ ਖਿੱਚਣ ਦੀ ਕੋਸ਼ਿਸ਼ ਹੋਵੇ, ਇਹ ਵੀ ਕਿਤੇ ਨਾ ਕਿਤੇ ਬਿਲਕੁਲ ਇਹੀ ਅਸੀਂ ਜੋ ਕਨਕਲੂਜਨ ਕੱਢਿਆ ਇਹਦਾ ਮੈਨੂੰ ਇਹ ਲੱਗਦਾ। ਤੇ ਸੋ ਇਸ ਕਰਕੇ ਕਿਸਾਨ ਵੀਰੋ, ਅਸੀਂ ਤੁਹਾਡੇ ਤੇ ਆਪਣੇ ਵਿਚਾਰ ਥੋਪਣਾ ਨਹੀਂ ਚਾਹੁੰਦੇ, ਸਿਰਫ ਰੱਖੇ ਨੇ, ਇਹ ਜ਼ਰੂਰ ਸੋਚ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਨ ਫਿਊਚਰ ਕਿਉਂਕਿ ਭਵਿੱਖ ਸਾਨੂੰ ਕਾਲਾ ਦਿਸਦਾ, ਬ੍ਰਾਈਟ ਨਹੀਂ ਹੈ, ਬਹੁਤ ਧੁੰਦਲਾ ਦਿਸਦਾ ਹੈ। ਕਿਉਂਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਸਰਕਾਰ ਨੇ ਤੁਹਾਡੀਆਂ ਜੜ੍ਹਾਂ ਹਰ ਪਾਸਿਓਂ ਵੱਢੀਆਂ। ਅਸੀਂ ਆਪਦੇ ਫੁਕਰਪੁਣੇ ਦੇ ਵਿੱਚ ਦੇਖੋ, ਤੁਸੀਂ ਉਹਨਾਂ ਦਾ ਜਿਹੜਾ ਨੈਸ਼ਨਲ ਮੀਡੀਆ, ਹਿੰਦੀ ਚੈਨਲ ਆਏ ਨੇ, ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿਸ ਤਰੀਕੇ ਨਾਲ ਤੁਹਾਨੂੰ ਉਹਨਾਂ ਨੇ ਫੁੱਲੀਆਂ ਪਾ ਕੇ, ਕਹਿੰਦੇ ਨਾ ਬਾਂਦਰ ਨੂੰ ਫੁੱਲੀਆਂ ਪਾ ਦੇ ਤੇ ਨੱਚਣ ਲੱਗ ਜਾਂਦਾ, ਇਸ ਤਰੀਕੇ ਦਾ ਵਰਤਾਰਾ ਤੁਹਾਡੇ ਨਾਲ ਉਹਨਾਂ ਨੇ ਖੇਡਿਆ। ਜੋ ਮੈਂ ਵਾਚਿਆ, ਜੋ ਡਾਕਟਰ ਸਾਹਿਬ ਨੇ ਵਾਚਿਆ, ਸਾਨੂੰ ਤਰਸ ਆ ਰਿਹਾ ਸੀ, ਬਹੁਤ ਤਰਸ ਆ ਰਿਹਾ, ਇਸ ਕਰਕੇ ਬੋਲਣਾ ਪਿਆ। ਆਪਾਂ ਦੇਖੋ ਪਰਮਵੀਰ, ਹੁਣ ਆਪਾਂ ਕਿੰਨੀ ਦੇਰ ਤੋਂ ਲੱਗੇ ਹੋਏ ਆ ਤੇ ਜਿਹੜਾ ਟੈਲੀਵਿਜ਼ਨ ਦੇ ਵਿੱਚ ਸੱਸ ਨੂੰ ਦੇ ਸੀਰੀਅਲ ਦੇਖਣੇ ਬੰਦ ਕਰੋ। ਬਿਲਕੁਲ। ਜਿਹੜੇ ਇਹ ਜੋਤਿਸ਼ ਵਾਲੇ ਆ ਉਹਨਾਂ ਦੇ ਸੀਰੀਅਲ ਦੇਖਣੇ ਬੰਦ ਕਰੋ। ਹਰ ਰੋਜ਼ ਜੋਤਿਸ਼ ਦੇ ਵਿੱਚ ਬੈਠੇ ਵਹਿਮਾਂ ਭਰਮਾਂ ਨੂੰ ਫੈਲਾਉਣ 'ਚ ਲੱਗੇ ਹੋਏ। ਤਾਂ ਇਹ ਤਾਂ ਆਪਾਂ ਬੜੇ ਸਾਲਾਂ ਤੋਂ ਲੱਗੇ ਹੋਏ ਕਰਨ ਵਾਸਤੇ, ਪਰ ਲੋਕ ਸਾਡੀ ਸੁਣਦੇ ਹੀ ਨਹੀਂ। ਤੇ ਉਹ ਜਦੋਂ ਲਿਖਦੇ ਨੇ ਤੇ ਬਹੁਤ ਕਮਾਲ ਦਾ ਲਿਖਦੇ ਨੇ। ਉਹਨਾਂ ਨੇ ਜਿਹੜੀ ਇੱਕ ਲਾਈਨ ਲਿਖੀ ਹੈ ਕਿ ਕਲਮਾ ਵਾਲਿਓ ਚੁੱਕੋ ਕਲਮਾ, ਸਾਨੂੰ ਲੱਗੇ ਨਹੋਰਾ ਤਾਂ ਹੈ। ਉਸ ਨਹੋਰੇ ਦੇ ਚੱਲਦਿਆਂ ਨਾ ਸਾਡੇ ਅੱਜ ਉਬਾਲਾ ਜਾ ਉੱਠਿਆ ਕਿ ਕਨਵਰ ਭਾਜੀ ਨੂੰ ਨਾ ਬਹੁਤ ਦੇਰ ਦੇ ਕਨਵਰ ਭਾਜੀ ਕਲਮਾ ਅਸੀਂ ਮੇਰੇ ਖਿਆਲ ਮੈਂ ਜਿਹੜਾ ਹੈਗਾ ਉਦੋਂ 7ਵੀਂ ਕਲਾਸ 'ਚ ਪੜ੍ਹਦੀ ਸੀ, ਜਦੋਂ ਦੀ ਮੈਂ ਕਲਮ ਚੁੱਕੀ ਹੈ। ਤੇ ਮੇਰੀ ਡਾਕਟਰ ਸਾਹਿਬ ਨੇ ਤਾਂ ਬਹੁਤ ਕੁਛ ਦਿੱਤਾ ਹੈ। ਇਹਨਾਂ ਨੇ ਤਾਂ ਕਾਲਜ ਦੇ ਵਿੱਚ ਲੰਬਾ ਸਮਾਂ ਇੱਕ ਐਜ਼ ਏ ਪ੍ਰੋਫੈਸਰ ਸੇਵਾਵਾਂ ਦਿੱਤੀਆਂ ਨੇ ਔਰ ਬਹੁਤ ਲਿਟਰੇਚਰ ਇਹਨਾਂ ਨੇ ਦਿੱਤਾ, ਸਾਹਿਤ ਦੀ ਝੋਲੀ ਪਾਇਆ ਔਰ ਬੜਾ ਕਮਾਲ ਦਾ ਦਿੱਤਾ। ਮੈਂ ਤੁਹਾਨੂੰ ਇੱਕ ਹੋਰ ਇੱਥੇ ਗੱਲ ਦੱਸਦੀ ਹਾਂ ਕਿ ਜਿਹੜੀ ਇਹਨਾਂ ਦੀ ਉੱਤਰੀ ਭਾਰਤ ਦੀਆਂ ਪ੍ਰਮੁੱਖ ਨਿਰਗੁਣ ਸੰਪਰਦਾਵਾਂ ਇੱਕ ਗ੍ਰੰਥ ਟਾਈਪ ਕਿਤਾਬ ਹੈ। ਤੇ 2 ਸਾਲ ਪਹਿਲਾਂ ਦੀ ਡਾਕਟਰ ਸਾਹਿਬ ਇਹ ਗੱਲ ਆ ਕਿ ਇਸੇ ਸੈਂਟਰ ਸਰਕਾਰ ਦਾ ਲੈਟਰ ਆਇਆ ਸੀਗਾ, ਇਹਨਾਂ ਨੂੰ ਇਜਾਜ਼ਤ ਮੰਗੀ ਗਈ ਸੀ, ਕੋਰਸ ਬਣਾਇਆ ਗਿਆ, ਉਹਦੇ ਵਿੱਚ ਤੁਹਾਡੇ ਕਿਤਾਬ ਦੇ ਵਿੱਚੋਂ ਪੋਰਸ਼ਨ ਚਾਹੀਦਾ। ਇਸੇ ਸੈਂਟਰ ਗਵਰਨਮੈਂਟ ਦਾ ਪਿਆ ਸਾਡੇ ਕੋਲੇ ਅੱਜ। ਤੇ ਇਸ ਕਿਸਮ ਦਾ ਅਸੀਂ ਜਿਹੜਾ ਸੁਝਾਅ, ਪਰ ਫਿਰ ਵੀ ਅਸੀਂ ਸਮਝਦੇ ਆਪਣੇ ਆਪ ਨੂੰ ਕਿ ਅਸੀਂ ਉਸ ਲੈਵਲ ਦੇ ਕਲਮਕਾਰ ਨਹੀਂ ਹਾਂ। ਬਹੁਤ ਉੱਚੇ ਕਲਮਕਾਰ ਪਏ ਨੇ, ਨਤਮਸਤਕ ਆ ਉਹਨਾਂ ਨੇ ਕਲਮਾਂ ਨੂੰ, ਜਿਨ੍ਹਾਂ ਨੇ ਸਮਾਜ ਨੂੰ ਸੇਧ ਦਿੱਤੀ ਹੈ, ਇੱਕ ਨਵਾਂ ਰਾਹ ਦਿਸਦਾ। ਨਤਮਸਤਕ ਹਾਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਹੋਂਦ ਦੀ ਖਾਤਰ ਪਰਵਾਹ ਨਹੀਂ ਕੀਤੀ, ਜਾਨਾਂ ਵਾਰ ਗਏ ਨੇ। ਨਤਮਸਤਕ ਹਾਂ ਉਹਨਾਂ ਆਗੂਆਂ ਨੂੰ ਵੀ ਜਿਨ੍ਹਾਂ ਨੇ ਸਾਰੇ ਲੋਕਾਂ ਨੂੰ ਇੱਕ ਬਿਨਾਂ ਭਿੰਨ ਭੇਦ ਇੱਕ ਪਲੇਟਫਾਰਮ ਤੇ ਇਕੱਠੇ ਕਰ ਦਿੱਤਾ। ਬੜੀ ਸ਼ਾਂਤੀ ਨਾਲ ਹੁਣ ਸਮੀਕਰਨਾਂ ਬਹੁਤ ਚੇਂਜ ਹੋਣਗੀਆਂ। ਔਰ ਅਸੀਂ ਇਹ ਵੀ ਗੁਜ਼ਾਰਿਸ਼ ਕਰਦੇ ਹਾਂ ਦੋਨੋਂ ਹੱਥ ਜੋੜ ਕੇ, ਝੋਲੀ ਅੱਡ ਕੇ, ਕਿ ਜੋ ਕੁਛ ਅੱਜ ਉੱਥੇ ਵਾਪਰ ਰਿਹਾ, ਉੱਥੇ ਕੀ ਵਾਪਰ ਰਿਹਾ, ਉੱਥੇ ਦਇਆ ਵਾਪਰ ਰਹੀ ਆ, ਸੰਤੋਖ ਵਾਪਰ ਰਿਹਾ, ਜਤ ਵਾਪਰ ਰਿਹਾ, ਸਤ ਵਾਪਰ ਰਿਹਾ। ਇਹ ਗੱਲ ਵੀ ਇੱਥੇ ਕਲੀਅਰ ਕਰ ਦਿਓ ਕਿ ਪੰਜਾਂ ਨੂੰ ਮਾਰਨ ਵਾਸਤੇ ਗੁਰੂ ਸਾਹਿਬ ਨੇ ਪੰਜਾਂ ਦੀ ਸਿਰਜਣਾ ਕੀਤੀ ਸੀ। ਉਹ ਪੰਜ ਕਿਵੇਂ ਵਾਪਰ ਰਹੇ ਸੀ, ਪਲੀਜ਼ ਤੁਸੀਂ ਦੱਸੋ। ਨਹੀਂ ਕਰੋ। ਬੜਾ ਸੋਹਣਾ ਡਾਕਟਰ ਸਾਹਿਬ ਨੇ, ਹੈ ਤਾਂ ਇਹਨਾਂ ਦੇ ਵਿਚਾਰ ਸੀਗਾ। ਚਲੋ ਖੈਰ, ਇੱਕ ਵਾਰੀ ਅਸੀਂ ਪਿਛਲੇ ਦਿਨ ਹੀ ਗੱਲ ਕਰ ਰਹੇ ਸੀਗੇ ਵੀ ਮੈਨੂੰ ਕਹਿਣ ਲੱਗੇ ਕਿ ਪੰਜਾਂ ਨੂੰ ਮਾਰਨ ਵਾਸਤੇ, 5 ਵਿਕਾਰਾਂ ਨੂੰ ਮਾਰਨ ਵਾਸਤੇ 5 ਪਿਆਰੇ ਸਾਜੇ ਗੁਰੂ ਸਾਹਿਬ ਨੇ। 5 ਵਿਕਾਰ ਤਾਂ ਹੁਣ ਸਾਰਿਆਂ ਨੂੰ ਪਤਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਤੇ ਜੇ ਅਸੀਂ ਮਤਲਬ ਇਹਨੂੰ ਵਿਗਿਆਨ ਦੀ ਕਸਵੱਟੀ ਤੇ ਡਾਕਟਰ ਸਾਹਿਬ ਇਹਨਾਂ ਪੰਜਾਂ ਨੂੰ ਅਸੀਂ ਪਰਖੀਏ ਤਾਂ ਇਹਨਾਂ ਦੀ ਜੇ ਕਹਿ ਦਈਏ ਨਾ ਵੀ ਬਿਲਕੁਲ ਜ਼ਿੰਦਗੀ 'ਚੋਂ ਮੰਨਫੀ ਕਰ ਦਈਏ ਤਾਂ ਵੀ ਜਿਹੜੀ ਉਹ ਇਨਸਾਨੀਅਤ ਦੀ ਹੋਂਦ ਨਹੀਂ ਬਚਦੀ। ਜ਼ਿੰਦਗੀ ਚਲਾਉਣ ਵਾਸਤੇ ਇਹਨਾਂ ਦੀ ਲੋੜ ਤਾਂ ਪੈਂਦੀ ਆ, ਪਰ ਗੁਰੂ ਸਾਹਿਬ ਨੇ ਕਿਹਾ ਕਿ ਬਹੁਤਾਤ ਨਹੀਂ ਹੋਣੀ ਚਾਹੀਦੀ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਜਿਹੜੀ ਬਹੁਤਾਤ ਹੈ ਨਾ, ਉਹ ਇਨਸਾਨ ਨੂੰ ਸ਼ੈਤਾਨ ਬਣਾ ਦਿੰਦੀ ਹੈ। ਉਹਦੇ ਵਿੱਚੋਂ ਇਨਸਾਨੀ ਮਾਦਾ ਬਿਲਕੁਲ ਮੰਨਫੀ ਹੋ ਜਾਂਦਾ, ਮਾਈਨਸ ਹੋ ਜਾਂਦਾ। ਸੋ ਇਸ ਕਰਕੇ ਵਾਰ-ਵਾਰ ਗੁਰਬਾਣੀ ਸਾਨੂੰ ਇਹਨਾਂ ਤੋਂ ਜਿਹੜਾ ਉਹ ਬਚਨ ਦੀ ਗੱਲ ਕਰਦੀ ਹੈ ਨਾ। ਕਾਮ, ਕ੍ਰੋਧ, ਲੋਭ, ਅਹੰਕਾਰ ਇਨ ਤੇ ਆਪ ਬਚਾਵੋ। ਸੋ ਇਹ ਸਾਡੀ ਅਰਦਾਸ ਆ ਗੁਰੂ ਸਾਹਿਬ ਅੱਗੇ। ਉਹ ਪੰਜ ਜਿਹੜੇ ਸੀਗੇ, ਵੇਖੋ ਭਾਈ ਮਾਫ ਕਰਨਾ ਵੀ ਕਈ ਵਾਰੀ ਬੋਲਦਿਆਂ ਕੋਈ
ਅੱਗੇ ਪਿੱਛੇ ਗੱਲ ਹੋ ਜਾਂਦੀ ਆ। ਸੋ ਦਰਸ਼ਕ ਬੜੇ ਸੂਝਵਾਨ ਨੇ। ਤੇ ਭਾਈ ਦਇਆ ਸਿੰਘ ਸੀ ਹਾਂਜੀ, ਤੇ ਦਇਆ ਦਾ ਪ੍ਰਤੀਕ। ਦਇਆ ਦਾ ਪ੍ਰਤੀਕ। ਸੋ ਜਿਹੜਾ ਲੋਭ ਤੇ ਭਾਰੂ ਪੈ ਗਿਆ ਭਾਈ ਦਇਆ ਸਿੰਘ। ਮੇਰੇ ਖਿਆਲ ਦੂਸਰੇ ਨੰਬਰ ਤੇ ਸੀਗੇ ਭਾਈ ਧਰਮ ਸਿੰਘ ਜੀ, ਜਿਨ੍ਹਾਂ ਦਾ ਨਾਮ ਪਹਿਲਾਂ ਧਰਮਚੰਦ ਸੀਗਾ। ਤੇ ਉਹਨਾਂ ਨੇ ਦੇਖੋ ਪਖੰਡਵਾਦ ਨੂੰ ਜਿਹੜਾ ਰੋਲ ਕੇ ਰੱਖਿਆ ਧਰਮ ਨੇ, ਧਰਮ ਦੀ ਪਰਿਭਾਸ਼ਾ ਸਿਖਾਈ ਉਹਨਾਂ ਨੇ, ਧਰਮ। ਫਿਰ ਮੇਰੇ ਖਿਆਲ ਸੀਗੇ ਭਾਈ ਹਿੰਮਤ ਸਿੰਘ ਜੀ। ਔਰ ਹਿੰਮਤ ਦਾ ਪ੍ਰਪੰਚ ਅੱਜ ਤੁਸੀਂ ਦੇਖ ਹੀ ਰਹੇ ਹੋ ਦਿੱਲੀ ਦੇ ਵਿੱਚ। ਹਿੰਮਤ ਦਾ ਪ੍ਰਪੰਚ ਨਹੀਂ, ਹਿੰਮਤ ਦਾ ਹੌਸਲੇ ਦਾ ਪ੍ਰਤੱਖ ਜਿਹੜਾ ਪ੍ਰਮਾਣ ਪ੍ਰਤੀਕ ਉਹ ਤੁਸੀਂ ਅੱਜ ਜਿਹੜਾ ਉਹ ਪ੍ਰਚੰਡ ਜਿਹੜਾ ਉਹ ਪ੍ਰਚੰਡਤਾ ਵੱਲ ਜਿਹੜਾ ਜਾ ਰਿਹਾ ਉਹ ਤੁਸੀਂ ਦੇਖ ਰਹੇ ਹੋ। ਮਾਫ ਕਰਨਾ, ਪਹਿਲਾਂ ਹੀ ਕਹਿ ਚੁੱਕੀ, ਕਈ ਵਾਰੀ ਬੋਲਣਾ ਕੁਛ ਹੋ ਜਾਂਦਾ। ਤੇ ਫਿਰ ਉਸ ਤੋਂ ਬਾਅਦ ਜਿਹੜੇ ਮੋਹਕਮ ਸਿੰਘ ਸੀਗੇ, ਮੈਂ ਇਹਨਾਂ ਦਾ ਸੰਧੀ ਵਿਛੇਦ ਕਰਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੀ। ਮੋਹ ਮੰਮੇ ਨੂੰ ਹੋੜਾ, ਹਾਹਾ ਮੋਹ ਪਲੱਸ ਕਮ। ਮੋਹ ਨੂੰ ਮਾਰਨ ਦੀ ਗੱਲ ਨਹੀਂ ਕੀਤੀ ਗੁਰੂ ਸਾਹਿਬ ਨੇ ਬਿਲਕੁਲ ਵੀ। ਮੋਹ ਨੂੰ ਕਮ ਕਰਨਾ, ਘੱਟ ਕਰਨਾ। ਮੋਹ ਕਮ ਭਾਈ, ਮੋਹ ਕਮ ਕਰਕੇ ਚੱਲੋ। ਜੇ ਬਿਲਕੁਲ ਕਹਿ ਦੋਗੇ ਵੀ ਅਸੀਂ ਮੋਹ, ਫਿਰ ਤਾਂ ਸਾਡੀ ਭਾਈਚਾਰਕ ਸਾਂਝਾਂ ਹੀ ਖਤਮ ਹੋ ਜਾਣਗੀਆਂ। ਥੋੜਾ ਮੋਹ ਕਮ ਕਰਕੇ ਚੱਲਣਾ, ਕਿ ਇਹ ਵੀ ਨਹੀਂ ਹੈ ਕਿ ਵੀ ਤੁਸੀਂ ਮੋਹ 'ਚ ਇੰਨੇ ਫਸ ਜਾਵੋ ਤੇ ਬਾਕੀ ਜਿਹੜੇ ਤੁਹਾਡੀ ਜ਼ਿੰਮੇਵਾਰੀਆਂ ਹੈਗੀਆਂ ਨੇ ਸਮਾਜਿਕ ਤੌਰ ਤੇ ਉਹ ਤੁਸੀਂ ਭੁੱਲ ਹੀ ਜਾਵੋ। ਸੰਗਤ ਸਿੰਘ ਜੀ ਤੇ ਅੱਜ ਸਾਰੇ ਪੰਜੇ ਦੇ ਪੰਜੇ ਉੱਥੇ ਪ੍ਰਤੱਖ ਰੂਪ 'ਚ ਦਿਖ ਰਹੇ ਨੇ। ਦਇਆ ਵੀ ਹੈ, ਧਰਮ ਵੀ ਹੈ, ਹਿੰਮਤ ਵੀ ਹੈ, ਤੇ ਉੱਥੇ ਮੋਹ ਕੰਮ ਵੀ ਹੈ। ਮੋਹ ਕੰਮ ਦਾ ਮਤਲਬ ਕਿ ਉੱਥੇ ਜਿਹੜੇ ਸਾਡੇ ਵੀਰ ਬੈਠੇ ਨੇ, ਬੜੇ ਘਰਾਂ ਦਾ ਮੋਹ ਤਿਆਗ ਕੇ ਬੈਠੇ ਨੇ। ਕਈਆਂ ਦੇ ਪਰਿਵਾਰ, ਕਈਆਂ ਦੇ ਛੋਟੇ ਬੱਚੇ ਨੇ, ਔਰ ਉਹ ਸੰਗਤ ਦੇ ਵਿੱਚ ਬੈਠੇ ਨੇ। ਸੋ ਇਹ ਪੰਜੇ ਮਾਰ ਕੇ ਤੇ ਪੰਜਾਂ ਨੂੰ ਪ੍ਰਤੱਖ ਕਰਕੇ ਉੱਥੇ ਉਹ ਬੈਠੇ ਨੇ। ਪੰਜਾਂ ਵਿਕਾਰਾਂ ਨੂੰ ਮਾਰ ਕੇ ਤੇ ਪੰਜਾਂ ਨੂੰ ਪ੍ਰਤੱਖ ਰੂਪ ਦੇ ਵਿੱਚ ਉੱਥੇ ਲੈ ਕੇ ਉਹ ਬੈਠੇ ਨੇ। ਸੋ ਇਹ ਹੈ ਇੱਕ ਤਾਂ ਪੱਖ ਸਿੱਖੀ ਦਾ। ਤੁਸੀਂ ਭਾਵੇਂ ਉੱਥੇ ਨਿਸ਼ਾਨ ਸਾਹਿਬ ਲਾਵੋ ਚਾਹੇ ਨਾ ਲਾਵੋ, ਤੇ ਮੇਰੀ ਗੁਜ਼ਾਰਿਸ਼ ਹੈ ਕਿ ਮੇਰੇ ਮਨ ਦੀ ਇੱਛਾ ਵੀ ਹੈ ਔਰ ਮੇਰੀ ਇੰਟਿਊਸ਼ਨ ਵੀ ਇਹ ਕਹਿੰਦੀ ਆ ਕਿ ਇਹ ਅੰਦੋਲਨ ਇਸ ਕਿਸਮ ਦਾ ਬਣ ਗਿਆ। ਸਾਨੂੰ ਲੋੜ ਨਹੀਂ ਦੁਹਾਈਆਂ ਦੇਣ ਦੀ, ਕਦੇ ਵੀ ਨਹੀਂ, ਕਿਉਂਕਿ ਗੁਰਮੁਖ ਜਿਹੜਾ ਹੈ ਨਾ ਉਹ ਅਕਾਲ ਪੁਰਖ ਦਾ ਇੱਕ ਵਿਲੱਖਣ ਰੂਪ ਹੈ, ਬੜਾ ਕਮਾਲ ਦਾ ਰੂਪ ਹੈ ਗੁਰਮੁਖ। ਸਹੀ ਮਾਇਨੇ ਦੇ ਵਿੱਚ ਜਿਹੜਾ ਬੰਦਾ ਗੁਰਮੁਖ ਹੈ, ਜਿਹਦਾ ਮੁੱਖ ਗੁਰੂ ਦੇ ਵੱਲ ਹੈ, ਜਿਹੜਾ ਹਰ ਗੱਲ ਹਰ ਵਕਤ ਸੰਵਾਦ ਗੁਰੂ ਨਾਲ ਰਚਾ ਕੇ ਅੱਗੇ ਚੱਲਦਾ। ਸੋ ਗੁਰਮੁਖ ਇੱਕ ਵਿਲੱਖਣ ਸ਼ਖਸੀਅਤ ਹੈ ਗੁਰੂ ਦੀ। ਸੋ ਉਹਨੂੰ ਲੋੜ ਨਹੀਂ, ਜਿੱਥੇ ਗੁਰਮੁਖ ਆਪ ਜਾ ਕੇ ਬੈਠ ਗਿਆ ਉੱਥੇ ਨਿਸ਼ਾਨ ਸਾਹਿਬ ਵੀ ਆ ਜਾਣੀ। ਕਿਉਂਕਿ ਪਿਛਲੇ ਦਿਨੀ ਤੁਹਾਨੂੰ ਪਤਾ ਇੱਕ ਚਰਚਾ ਸ਼ੁਰੂ ਸੀ ਜੀ, ਉੱਥੇ ਨਿਸ਼ਾਨ ਸਾਹਿਬ ਲਾਉਣ ਤੋਂ ਮਨਾ ਕਰ ਦਿੱਤਾ। ਨਹੀਂ ਭਾਈ, ਜਿੱਥੇ ਤੁਸੀਂ ਆਪ ਬੈਠ ਕੇ ਗੁਰੂ ਨੂੰ, ਜਿੱਥੇ ਪੰਜੇ ਤੁਹਾਡੇ ਵਿਕਾਰ ਮਰ ਗਏ ਤੇ ਪੰਜੇ ਸਾਡੇ ਪਿਆਰੇ ਜਿੱਥੇ ਵਿਚਰ ਰਹੇ ਆ, ਉੱਥੇ ਸਭ ਨਿਸ਼ਾਨ, ਸਭ ਸਾਡੇ ਗੁਰੂ ਦੇ ਸਿੰਬਲ ਜਿਹੜੇ ਸਾਨੂੰ ਬਖਸ਼ਿਸ਼ ਕੀਤੇ ਆਪਣੇ ਆਪ ਆਏ। ਤੇ ਹੁਣ ਜਿਸ ਦਿਨ ਉੱਠੋਗੇ ਵੀਰੋ, ਗੁਜ਼ਾਰਿਸ਼ ਹੈ ਤੁਹਾਨੂੰ, ਜਿਸ ਦਿਨ ਤੁਸੀਂ ਇੱਥੋਂ ਧਰਨੇ ਤੋਂ ਇੱਕ ਵਿਲੱਖਣ ਜਿੱਤ, ਇਤਿਹਾਸਿਕ ਜਿੱਤ ਪ੍ਰਾਪਤ ਕਰਕੇ ਜਿਸ ਦਿਨ ਘਰਾਂ ਨੂੰ ਵਾਪਸ ਆਓਗੇ ਨਾ, ਉੱਥੇ ਫਿਰ ਆਪਣੇ ਆਪ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਇੱਕ ਸਮਾਂ ਐਸਾ ਆਉਣਾ ਕਿ ਨਿਸ਼ਾਨ ਸਾਹਿਬ ਆਪ ਹੀ ਚੜਾ ਦੇਣੇ ਵੀ ਇੱਥੇ ਬੈਠ ਕੇ ਗਏ ਸੀ ਪੰਜਾਬੀ, ਇੱਥੇ ਬੈਠ ਕੇ ਗਏ ਸੀ ਸਿੱਖ ਕੌਮ। ਇੰਨਾ ਪੇਸ਼ੈਂਸ, ਆਹ ਕੁਛ ਉੱਥੇ ਵਰਤਿਆ ਸੀਗਾ। ਅਸੀਂ ਸੇਫ ਸੀ, ਅਸੀਂ ਰੱਜ ਕੇ ਖਾਧਾ, ਤੇ ਵੀ ਉਹਨਾਂ ਦੇ ਨਾਮ ਦਾ ਨਿਸ਼ਾਨ ਸਾਹਿਬ ਜਿਹੜਾ ਉਹਨਾਂ ਦੇ ਗੁਰੂ ਦਾ ਸਿੰਬਲ ਆ। ਵੇਖੋ ਨਾ, ਜਦੋਂ ਅਨੰਦਪੁਰ ਛੱਡਿਆ, ਸਾਰਾ ਪਰਿਵਾਰ ਸ਼ਹਾਦਤਾਂ ਦੇ ਗਿਆ ਗੁਰੂ ਸਾਹਿਬ ਦਾ। ਉਸ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ 'ਚ ਹੁੰਦੇ ਹੋਏ ਜਿੱਥੋਂ ਵੀ ਪੰਧ ਨੰਦੇੜ ਸਾਹਿਬ ਗਏ, ਔਰ ਬੜਾ ਮਨ ਜਿਹੜਾ ਨਾ ਖੂਨ ਦੇ ਅਥਰੂ ਰੋਂਦਾ ਜਦੋਂ ਇਹ ਕਹਿੰਦੇ ਕਿ ਗੁਰੂ ਸਾਹਿਬ ਜੋਤੀ ਜੋਤ ਸਮਾਈ। ਨਹੀਂ, ਗੁਰੂ ਸਾਹਿਬ ਜੋਤੀ ਜੋਤ ਨਹੀਂ, ਗੁਰੂ ਸਾਹਿਬ ਤਾਂ ਸਾਡੇ ਸੀਨਿਆਂ ਦੇ ਵਿੱਚ। ਇੱਕ ਨਾ ਮੁੰਡਾ ਰਾਣੀ ਤੱਤ ਵਾਲਾ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਵੀ ਜਿਹੜਾ ਵਸਦਾ ਏ, ਜਿਹੜਾ ਵਸਦਾ ਅਰਸ਼ੋਂ ਪਾਰ ਖੋਪਰ, ਉਹਨੂੰ ਵੱਢ ਕੇ ਕਿੱਥੇ ਲੈ ਜਾਓਗੇ ਵੀ। ਵੇਖੋ ਕਮਾਲ ਦਾ ਲੌਜਿਕ ਉਹਦੇ ਵਿੱਚ ਛੁਪਿਆ ਉਸ ਦੀ ਗੱਲ ਦੇ ਵਿੱਚ। ਜਿਹੜਾ ਵਸਦਾ ਤਾਰਿਓਂ ਪਾਰ ਖੋਪਰ, ਉਹਨੂੰ ਵੱਢ ਕੇ ਕਿੱਥੇ ਲੈ ਜਾਓਗੇ ਵੀ। ਸਾਡੇ ਖੋਪੜ ਦੇ ਵਿੱਚ ਉਹ 10 ਪਾਤਸ਼ਾਹੀਆਂ ਦੀ ਜੋਤ, ਆ ਜਿਹੜੀ ਪਗੜੀ ਦਿੱਤੀ ਹੈ ਨਾ ਗੁਰੂ ਸਾਹਿਬ ਨੇ, ਇਹ ਸਾਡਾ ਜਿਵੇਂ ਗੁਰਦੁਆਰਾ ਸਾਹਿਬ ਦਾ ਇੱਕ ਸੁਨਹਿਰੀ ਗੁੰਬਦ ਹੈ ਨਾ, ਗੁੰਬਦ,
ਉਹ ਪ੍ਰਤੀਕ ਆ ਸਾਡਾ ਜਿਹੜਾ ਮਸਤਕ ਹੈ, ਜਿੱਥੇ ਗੁਰਬਾਣੀ, ਜਿੱਥੇ ਗੁਰੂ ਦੀ ਗੱਲ, ਜਿੱਥੇ ਗੁਰੂ ਦੀ ਸੋਚ ਪਣਪ ਰਹੀ ਹੈ, ਜਿੱਥੇ ਪਵਿੱਤਰਤਾ, ਜਿੱਥੇ ਪੰਜਾਂ ਵਿਕਾਰਾਂ ਦੀ ਜਿਹੜੀ ਉਹ ਮਰ ਚੁੱਕੇ ਨੇ। ਸੋ ਇਸ ਕਰਕੇ ਤਾਂ ਹੀ ਇੱਕ ਪਹਿਲਾਂ ਸਿਰ ਲਿਆ ਤੇ ਫਿਰ ਦਸਤਾਰ ਦਿੱਤੀ, ਸਿਰ ਦੇ ਕੇ ਸਿਰ ਲੈ ਕੇ ਦਸਤਾਰ ਦਿੱਤੀ। ਉਹ ਐਸਾ ਗੁੰਬਦ ਸਾਡੇ ਸਰੀਰ ਤੇ ਜਿਹੜਾ ਗੁਰੂ ਸਾਹਿਬ ਨੇ ਉਸਾਰ ਦਿੱਤਾ। ਫਿਰ ਉਸ ਗੁੰਬਦ ਨੂੰ ਕਹਿੰਦੇ ਸੋਨੇ ਦਾ, ਇਹ ਤਾਂ ਸੋਨੇ ਦਾ ਕਹਿੰਦੇ, ਡਾਇਮੰਡ ਦਾ ਪਤਾ ਨਹੀਂ, ਇਹ ਅਰਸ਼ ਤੋਂ ਮਿਲਿਆ ਹੋਇਆ। ਸੋ ਇਸ ਨੂੰ ਢੱਕਣ ਵਾਸਤੇ ਗੁਰੂ ਸਾਹਿਬ ਨੇ ਫਿਰ ਸਾਨੂੰ ਦਸਤਾਰ ਦਿੱਤੀ ਵੀ ਐਡਾ ਕੀਮਤੀ ਗੁੰਬਦ ਜਿਹੜਾ ਹੁੰਦਾ ਨਾ, ਇਹਨੂੰ ਨੰਗਾ ਰੱਖਣਾ ਕੋਈ ਚੰਗੀ ਗੱਲ ਨਹੀਂ। ਇਹ ਦਸਤਾਰ ਦੀ ਬੜੀ ਮਹੱਤਵ ਹੈ। ਜਿਸ ਦਿਨ ਤੁਸੀਂ ਇਹ ਸਮਝ ਲਓਗੇ ਕਿ ਜਿਹੜੀ ਸਾਡੇ ਸਿਰ ਤੇ ਦਸਤਾਰ ਸੱਜੀ ਹੈ, ਵੀ ਇਹ ਉਸ ਰੂਈ ਤੋਂ ਬਣੀ ਹੈ ਜਿਸ ਰੂਈ ਦੇ ਵਿੱਚ ਭਾਈ ਸਤੀ ਦਾਸ ਨੂੰ ਸਾੜਿਆ ਗਿਆ ਸੀਗਾ। ਜਿਸ ਦਿਨ ਤੁਹਾਡੇ ਇਹ ਦਿਮਾਗ ਨੇ ਮਹਿਸੂਸ ਕਰ ਲਿਆ ਨਾ, ਤਾਂ ਤੁਹਾਡੇ ਸਿਰ ਦੀ ਪੱਗ ਜਿਹੜੀ ਹੈ ਉਹ ਫਿਰ ਤੁਹਾਡੇ ਲਈ ਕੀ ਬਣ ਜੂਗੀ, ਇਹਦਾ ਅੰਦਾਜ਼ਾ ਲਾਉਣਾ ਬੜਾ ਮੁਸ਼ਕਿਲ ਹੈ। ਤੇ ਇੱਕ ਸੋ ਡਾਕਟਰ ਸਾਹਿਬ ਆਪਾਂ ਲੰਗਰ ਦੀ ਗੱਲ ਕਰ ਲਈ ਸੀ, ਭਾਵਨਾ 'ਚ ਰਹਿ ਕੇ ਇਸ ਪਾਸੇ ਆ ਗਏ, ਕਿਉਂਕਿ ਜੋ ਕੁਛ ਉੱਥੇ ਅਸੀਂ ਵਾਪਰਦਾ ਦੇਖਿਆ ਉਹ ਚੀਜ਼ਾਂ ਬਿਆਨ ਕਰਨੀਆਂ ਉੱਥੇ ਵੀ। ਜੇ ਕਿਸੇ ਨੇ ਮਾਨਵਤਾ ਦਾ ਪਾਠ ਪੜ੍ਹਨਾ ਹੈ, ਜੇ ਕਿਸੇ ਨੇ 10 ਪਾਤਸ਼ਾਹੀਆਂ ਦੀ ਸਾਖਸ਼ਾਤ ਜੋਤ ਦੇ ਦਰਸ਼ਨ ਕਰਨੇ ਨੇ, ਤੇ ਉਹ ਉੱਥੇ ਜ਼ਰੂਰ ਜਾਵੇ। ਸਿੰਘੂ ਬਾਰਡਰ ਤੇ ਸਿੰਘ ਬਾਰਡਰ ਹੋਇਆ, ਟਿਕਰੀ ਬਾਰਡਰ ਹੋਇਆ, ਸਾਰੇ ਬਾਰਡਰਾਂ ਤੇ। ਪਰ ਗੁਜ਼ਾਰਿਸ਼ ਨਾਲ ਇਹ ਵੀ ਡਾਕਟਰ ਸਾਹਿਬ ਕਿ ਜਿੱਤੇ ਉੱਥੇ ਵੀਰ ਬੈਠੇ ਆਹੀ ਸੋਚ ਲੈ ਕੇ, ਇਹੀ ਸਮੀਕਰਨ ਲੈ ਕੇ ਉਹ ਵਾਪਸ ਆਉਣ। ਇਸੇ ਤਰ੍ਹਾਂ ਭਰਾਤਰੀ ਭਾਵ ਦੇ ਨਾਲ ਆਪਣੇ ਪੰਜਾਬ ਨੂੰ ਹਮੇਸ਼ਾ ਲਈ ਇਹ ਨਹੀਂ ਕਿ ਬਿਲਕੁਲ ਇਹ ਨਹੀਂ ਕਿ ਜਿਹੜੀਆਂ ਸੋਚਾਂ ਜੋ ਉੱਥੇ ਕੰਮ ਕਰ ਰਹੀਆਂ ਨੇ ਉਹ ਆਉਣ ਲੱਗੇ ਉੱਥੇ ਝਾੜ ਕੇ ਆ ਜਾਣ। ਜਿਵੇਂ ਫੌਜੀ ਦੇ ਕੋਲੋਂ ਜਿਹੜੀ ਉਹਦੀ ਅਕਲ ਤੇ ਬੰਦੂਕ ਜਿਹੜੀ ਖੋਲ ਹੀ ਜਾਂਦੀ ਆ ਤੇ ਫਿਰ ਉਹ ਅੱਡੀਆਂ ਮਾਰਨ ਜੋਗੇ ਰਹਿ ਜਾਂਦਾ। ਇਸੇ ਤਰੀਕੇ ਨਾਲ ਆ ਜਾਣ ਜਿਹੜਾ ਸਮੀਕਰਨ ਲੈ ਕੇ ਚੱਲੇ ਆ, ਜਿਹੜਾ ਅੱਜ ਉਹਨਾਂ ਨੇ ਆਧਾਰ ਬਣਾ ਲਿਆ ਗੁਰਬਾਣੀ ਨੂੰ, ਜਾਂ ਜੋ ਕੁਝ ਅੱਜ ਵਾਪਰ ਰਿਹਾ, ਜੋ ਕੁਝ ਵਰਤ ਰਿਹਾ ਗੁਰਮਤਿ ਵਿਚਾਰਧਾਰਾ ਦੇ ਉਸੇ ਤੇ ਟੇਕ ਰੱਖ ਕੇ ਆਉਣ। ਫਿਰ ਇੱਕ ਵੀ ਨਤਮਸਤਕ ਆਉਣ ਨਾਲ ਫਿਰ ਨਵੇਂ ਪੰਜਾਬ ਦੀ ਸਿਰਜਣਾ ਹੋ ਸਕੇ, ਬਹੁਤ ਸੋਹਣੇ ਪੰਜਾਬ ਦੀ ਸਿਰਜਣਾ ਹੋ ਸਕੇਗੀ। ਆਸ ਲੈ ਕੇ ਚੱਲਦੇ ਹਾਂ ਕਿ ਬਹੁਤ ਕੁਝ ਨਵਾਂ ਵਾਪਰੇਗਾ, ਇੰਨਾ ਸੁਖਾਵਾਂ ਵਾਪਰੇਗਾ। ਬੇਗਮਪੁਰਾ ਸ਼ਹਿਰ ਕੋ ਨਾਮ, ਸਹੀ ਅਰਥਾਂ ਦੇ ਵਿੱਚ ਪੰਜਾਬ ਬੇਗਮਪੁਰਾ ਇਸ ਸੋਚ ਤੋਂ ਬਣ ਸਕਦਾ। ਇਸ ਆਧਾਰ ਤੋਂ ਕਾਨੂੰਨ ਵਾਪਸ ਹੁੰਦੇ ਆ ਨਹੀਂ ਹੁੰਦੇ ਇਹ ਇੱਕ ਵੱਖਰੀ ਗੱਲ ਹੈ। ਕਾਨੂੰਨ ਵਾਪਸ ਹੋ ਜਾਂਦੇ ਆ, ਵੈਲ ਐਂਡ ਗੁੱਡ। ਨਹੀਂ ਵਾਪਸ ਹੁੰਦੇ ਤਾਂ ਜਿਹੜੀਆਂ ਪ੍ਰਾਪਤੀਆਂ ਸਾਨੂੰ ਹੋ ਸਕੀਆਂ ਉੱਥੇ ਇਸ ਵੇਲੇ ਨਾਲ ਲੈ ਕੇ ਆਏ, ਉਹ ਕਮਾਲ ਦੀਆਂ ਨੇ, ਉਹਨਾਂ ਦਾ ਕੋਈ ਫੇਰ ਬਦਲ ਨਹੀਂ। ਉਹ ਸਾਨੂੰ ਮਤਲਬ ਬਹੁਤ ਵੱਡੀ ਸਾਡੀ ਪ੍ਰਾਪਤੀ ਹੈ। ਕਾਨੂੰਨ ਉਹਨੇ ਮਾਇਨੇ ਨਹੀਂ ਰੱਖਦੇ ਜਿੰਨੀ ਕਿ ਸਾਡੀ ਉਹ ਜਿਹੜੀ ਕੁਝ ਉੱਥੇ ਵਾਪਰ ਰਿਹਾ। ਪਰ ਜੋ ਕੁਝ ਜਿਸ ਹਿਸਾਬ ਨਾਲ ਉੱਥੇ ਵਾਪਰ ਰਿਹਾ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ, ਕੋਈ ਆਪਾਂ ਸ਼ੱਕ ਕਰ ਹੀ ਨਹੀਂ ਸਕਦੇ ਕਿ ਸਾਡੇ ਲੋਕਾਂ ਨੂੰ ਜਿੱਤ ਨਾ ਪ੍ਰਾਪਤ ਹੋਈ। ਡਾਕਟਰ ਸਾਹਿਬ ਖਰਚੇ ਬਾਰੇ ਥੋੜਾ ਜਿਹਾ ਹੋਰ ਖਰਚੇ ਬਾਰੇ ਇਹੀ ਹੈ ਕਿ ਖਰਚਾ ਜਿਹੜਾ ਵੀ ਉੱਥੇ ਹੋ ਰਿਹਾ ਉਹ ਲੋੜੋਂ ਵੱਧ ਹੋ ਰਿਹਾ। ਹੁਣ ਬਹੁਤ ਸਾਰੇ ਲੋਕ ਹੈ ਉਹ ਖਾਣ ਪੀਣ ਦੀਆਂ ਰਸਦਾਂ ਲੈ ਕੇ ਪਹੁੰਚ ਰਹੇ ਨੇ। ਮੇਰੇ ਹਿਸਾਬ ਨਾਲ ਉਹ ਜਿਹੜੀਆਂ ਖਾਣ ਪੀਣ ਦੀਆਂ ਰਸਦ ਲੈ ਕੇ ਪਹੁੰਚ ਰਹੇ ਆ ਉੱਥੇ ਉਹਨਾਂ ਨੂੰ ਇੰਨੀ ਜ਼ਰੂਰਤ ਨਹੀਂ ਜੀ। ਤਾਂ ਜਿਹੜੀ ਵੀ ਜ਼ਰੂਰਤ ਹੈਗੀ ਆ ਉਹ ਜ਼ਰੂਰਤ ਪਿੱਛੇ ਰਹਿ ਗਏ ਉਹਨਾਂ ਲੋਕਾਂ ਨੂੰ ਹੈ ਜਿਹੜੇ 2 ਡੰਗ ਦੀ ਰੋਟੀ ਤੋਂ ਵੀ ਮੁਹਤਾਜ ਨੇ। ਸੋ ਉਹਨਾਂ ਦੀ ਅਸਲ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ। ਹੁਣ ਜਿਵੇਂ ਕਿਸੇ ਦੇ ਬੱਚੀਆਂ ਜਿਹੜੇ ਹੈਗੇ ਆ ਉਹ ਪੜ੍ਹਨ ਖੁਣੋਂ ਬੈਠੇ ਨੇ, ਉਹਨਾਂ ਕੋਲ ਪੈਸਾ ਨਹੀਂ ਹੈਗਾ ਪਰ ਬੱਚੇ ਬਹੁਤ ਹੁਸ਼ਿਆਰ ਹੁੰਦੇ ਆ, ਉਹਨਾਂ ਨੂੰ ਪੜ੍ਹਾਇਆ ਜਾਵੇ, ਉਹਨਾਂ ਤੇ ਉਹ ਖਰਚਾ ਕੀਤਾ ਜਾਵੇ। ਸਾਡੇ NRI ਵੀਰ ਵੀ ਬਹੁਤ ਪੈਸਾ ਬਾਹਰੋਂ ਭੇਜ ਰਹੇ ਆ, ਪਰ ਇੰਨਾ ਪੈਸਾ ਜਿਹੜਾ ਹੈ ਉਹ ਉਧਰ ਭੇਜਣ ਦੀ ਬਜਾਏ ਅੰਦੋਲਨ ਦੇ ਵਿੱਚ ਜਿੰਨਾ ਭੇਜਤਾ ਠੀਕ ਆ, ਉੱਥੇ ਜਿੰਨਾ ਚਾਹੀਦਾ ਸੀ ਲੈ ਲਿਆ, ਠੀਕ ਹੈ। ਲੇਕਿਨ ਹੁਣ ਅੰਦੋਲਨ ਨੂੰ ਇੱਕ ਪਾਸੇ ਰੱਖ ਕੇ ਉੱਥੇ ਜਿੰਨੀ ਜ਼ਰੂਰਤ ਹੈ ਉੱਥੇ ਦਿਓ, ਪਰ ਜ਼ਰੂਰਤ ਤੋਂ ਵੱਧ ਜਿਹੜਾ ਪੈਸਾ ਉਹ ਤੁਸੀਂ ਆਪਣੇ ਲੋੜਵੰਦ ਵੀਰਾਂ ਭੈਣਾਂ ਦੀ ਮਦਦ ਕਰੋ ਤਾਂ ਮੇਰੇ ਖਿਆਲ 'ਚ ਜ਼ਿਆਦਾ ਵਧੀਆ ਰਹੇਗਾ। ਬਿਲਕੁਲ, ਅਸੀਂ ਇਹ ਨਹੀਂ ਕਹਿੰਦੇ ਕਿ ਵੀ ਉੱਥੇ ਪੈਸੇ, ਸਾਨੂੰ ਪਤਾ ਉੱਥੇ ਲੋੜ ਹੈ। ਉੱਥੇ ਜਿਹੜੇ ਗੱਦੇ ਵਿਸ਼ੇ ਨੇ ਉਹਨਾਂ ਦਾ ਕਿਰਾਇਆ ਹੁੰਦਾ, ਸਾਊਂਡ ਦਾ ਕਿਰਾਇਆ ਹੁੰਦਾ, ਹੋਰ ਬੜੇ ਖਰਚੇ ਨੇ ਨਿੱਕੇ। ਸਾਡਾ ਸਿਰਫ ਮੁਤਾਲਿਆ ਇੰਨਾ ਸੀਗਾ ਕਿ ਇੱਕ ਤਾਂ ਇੱਥੋਂ ਉੱਥੇ ਪਿਛਲੇ ਦਿਨੀ ਬੜੇ ਉਹਨਾਂ ਨੇ ਕਿਹਾ ਵੀ ਨਾ ਲੈ ਕੇ ਆਓ ਇੱਥੇ ਜੀ ਬਹੁਤ ਕੁਛ ਐਵੇਂ ਚੱਕ ਇੱਥੋਂ ਕੰਬਲ ਤੇ ਹੋਰ ਕੁਛ। ਸਾਨੂੰ ਉੱਥੋਂ ਇੱਕ ਕਿਸੇ ਮੈਂਬਰ ਨੇ ਇਹ ਵੀ ਦੱਸਿਆ ਸੀ ਫਲਾਨੀ ਸੰਸਥਾ ਜਿਹੜੀ ਆ ਉਹ ਦਿਖਾਵਾ ਕਰਦੀ ਹੈ ਕਿ ਅਸੀਂ ਵਰਲਡ ਲੈਵਲ ਤੇ ਸੇਵਾ ਕਰਦੇ ਹਾਂ।
ਪਰ ਵੀ ਅਸੀਂ ਦੇਖਿਆ ਵੀ ਅਸੀਂ ਇੱਥੇ ਸੁੱਤੇ ਹੁੰਦੇ ਆ ਉਹਦੇ ਵਿੱਚ ਠੰਡ ਦੇ ਵਿੱਚ ਟਰਾਲੀਆਂ ਦੇ ਵਿੱਚ ਵੀ ਉਹ ਕੰਬਲ 2 ਲੈ ਕੇ ਆ ਜਾਂਦੇ, ਇੱਕ ਟਰਾਲੀ ਦੇ ਵਿੱਚ 7 ਬੰਦੇ ਹੁੰਦੇ ਤੇ ਇੱਕ ਕੰਬਲ ਦੇ ਕੇ ਜਾਂਦੇ ਨੇ। ਅਸੀਂ ਉਸ ਸੰਸਥਾ ਦਾ ਨਾਂ ਨਹੀਂ ਲਵਾਂਗੇ ਕਿਉਂਕਿ ਵੇਖੋ ਅਸੀਂ ਜਿਸ ਪਲੇਟਫਾਰਮ ਤੋਂ ਗੱਲ ਕਰਦੇ ਸਾਡੇ ਕੋਲੇ ਬਹੁਤ ਕੁਝ ਆਉਂਦਾ, ਦੇਖੋ ਪਲੰਦੇ ਭਰੇ ਪਏ ਨੇ ਲੋਕਾਂ ਦੇ ਕੰਪਲੇਂਟਸ ਦੇ, ਲੋਕਾਂ ਦੇ ਸ਼ਿਕਵਿਆਂ ਦੇ ਕਿ ਆਹ ਵੀ ਬੋਲ ਦਿਓ ਜੀ, ਆਹ ਵੀ ਬੋਲ ਦਿਓ ਜੀ, ਪਰ ਸਾਡਾ ਇੱਕ ਸੀਮਾ, ਸਾਡੀ ਇੱਕ ਦਾਇਰਾ ਹੈ, ਅਸੀਂ ਉਹ ਸੀਮਾ ਨਹੀਂ ਤੋੜਨਾ ਚਾਹੁੰਦੇ ਹਨਾ। ਸੋ ਨਾ ਹੀ ਅਸੀਂ ਕਿਸੇ ਦੀ ਨਿੰਦਾ ਕਰਨੀ ਚਾਹੁੰਦੇ, ਨਿੰਦਾ ਭਲੀ ਕਿਸੇ ਕੀ ਨਹੀਂ। ਸੋ ਇਹ ਗੁਰਬਾਣੀ ਦਾ ਇੱਕ ਫਰਮਾਨ ਆ। ਤੇ ਜਿਹੜੀ ਗੱਲ ਫਿਰ ਆਪਾਂ ਉੱਥੇ ਖਰਚੇ ਤੇ ਆ ਜਾਂਦੀ ਹੈ, ਜਿਹੜੀ ਮੇਨ ਗੱਲ ਜਿਹੜਾ ਜਿੱਦਾਂ ਅਸੀਂ ਮੇਨ ਪੁਆਇੰਟ ਤੇ ਜਥੇਬੰਦੀਆਂ ਦਾ ਵੀ ਧਿਆਨ ਦਿਵਾਉਣਾ ਚਾਹਾਂਗੇ ਉਹ ਇਹ ਗੱਲ ਹੈ ਕਿ ਖਰਚੇ ਨੂੰ ਕੰਟਰੋਲ ਕਰੋ। ਤੇ ਇੱਕ ਸੁਝਾਅ ਛੋਟਾ ਜਿਹਾ ਪਰ ਜਥੇਬੰਦੀਆਂ ਦੇ ਲੀਡਰ ਬਹੁਤ ਸੂਝਵਾਨ ਨੇ, ਉਹਨਾਂ ਨੂੰ ਦੂਰਅੰਦੇਸ਼ੀ ਨੇ, ਉਹਨਾਂ ਨੂੰ ਹੁਣ ਸੁਝਾਅ ਦੇਣਾ ਤਾਂ ਇੱਕ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੋਊਗਾ। ਪਰ ਫਿਰ ਵੀ ਅਸੀਂ ਵਿਚਾਰ ਰੱਖਦੇ ਤੁਹਾਡੇ ਬੱਚੇ ਹੋਣ ਦੇ ਨਾਤੇ ਵੀ ਜਿਹੜਾ ਫੰਡ ਬਾਹਰੋਂ ਆ ਰਿਹਾ ਤੁਸੀਂ ਇੱਕ ਸਾਂਝਾ ਫੰਡ ਰੱਖ ਲਓ। ਜਦੋਂ ਤੁਸੀਂ ਕੱਲ ਵਾਪਸ ਆਪਾਂ ਪ੍ਰਮਾਤਮਾ ਕਰੇ ਕਿ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਅਸੀਂ ਆਈਏ, ਬਿਲਕੁਲ, ਤੇ ਉਸ ਤੋਂ ਬਾਅਦ ਸਾਨੂੰ ਬੜੀ ਲੋੜ ਪੈਣੀ ਹੈ ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਪੰਜਾਬ ਦੇ ਖਿਲਾਫ ਰਹੀਆਂ ਨੇ, ਪੰਜਾਬ ਦੇ ਖਿਲਾਫ ਹੀ ਰਹਿਣਗੀਆਂ। ਇਹ ਜਿਹੜਾ ਇੱਕ ਸੈਂਟਰ ਸਟੇਟ ਦਾ ਜਿਹੜਾ ਸੈਂਟਰ ਗਵਰਨਮੈਂਟ ਦਾ ਇੱਕ ਫੰਡਾ ਰਿਹਾ ਸ਼ੁਰੂ ਤੋਂ, ਉਹ ਪੰਜਾਬ ਨੂੰ ਖੁਸ਼ਹਾਲ ਦੇਖਣਾ ਨਹੀਂ ਚਾਹੁੰਦੀ। ਤੇ ਅਸੀਂ ਪੰਜਾਬ ਦੇ ਲੀਡਰ ਵੀ ਦੇਖ ਹੀ ਚੁੱਕੇ ਆ ਵੀ ਉਹਨਾਂ ਨੇ ਸਾਡੇ ਨਾਲ ਕੀ ਐਜੂਕੇਸ਼ਨ ਦਾ ਬੜਾ ਭੱਠਾ ਬਿਠਾ ਕੇ ਰੱਖ ਦਿੱਤਾ, ਸਿਹਤ ਦਾ ਬੜਾ ਭੱਠਾ ਬਿਠਾ ਕੇ ਰੱਖ ਦਿੱਤਾ। ਜਿੱਥੇ ਪਹਿਲੇ ਸਮਿਆਂ ਦੇ ਵਿੱਚ ਜਿੱਥੇ ਸਿਹਤ ਸਹੂਲਤਾਂ, ਐਜੂਕੇਸ਼ਨ ਹੋਈ, ਨਿਆਂ ਹੋਇਆ, ਇਹ ਚੀਜ਼ਾਂ ਜਿਹੜੀਆਂ ਸੀ ਸਾਡਾ ਸਰਮੌਰ ਹੁੰਦੀਆਂ ਸੀ, ਬੇਸਿਕ ਰਾਈਟ ਮੰਨ ਕੇ ਸੰਵਿਧਾਨ ਦੇ ਮੁਤਾਬਿਕ ਸਾਨੂੰ ਲਗਭਗ ਫ੍ਰੀ ਵਾਂਗੂ ਪ੍ਰੋਵਾਈਡ ਕਰਾਉਣਾ ਰਾਜਾਂ ਦੀਆਂ ਸਰਕਾਰਾਂ ਦਾ ਇੱਕ ਫਰਜ਼ ਸੀਗਾ, ਮੁੱਖ ਸੀਗਾ। ਉਹਨਾਂ ਤੋਂ ਕੁਤਾਹੀ ਕਰਦੀਆਂ ਅਸੀਂ ਦੇਖੀਆਂ, ਕੁਤਾਹੀ ਨਹੀਂ ਕਰਦੀਆਂ, ਬਹੁਤ ਜ਼ਿਆਦਾ ਕਾਣ ਕਰ ਦਿੱਤਾ ਸਾਡੇ ਲੀਡਰਾਂ ਨੇ, ਸਾਡੀਆਂ ਸਰਕਾਰਾਂ ਨੇ। ਔਰ ਐਜੂਕੇਸ਼ਨ ਦਾ ਤੁਸੀਂ ਦੇਖਦੇ ਹੋ ਵੀ ਹੁਣ ਡਿਜੀਟਲ ਕਰ ਦਿੱਤਾ। ਮੈਂ ਹੈਰਾਨ ਹਾਂ ਡਾਕਟਰ ਸਾਹਿਬ ਕਿ ਪਿੰਡਾਂ ਦੇ ਵਿੱਚ ਕਿੰਨੇ ਕੁ ਬੱਚਿਆਂ ਕੋਲੇ ਕੰਪਿਊਟਰ। ਪਹਿਲੀ ਗੱਲ ਤਾਂ ਡਿਜੀਟਲ ਕਰਨ ਦਾ ਮਤਲਬ ਹੀ ਨਹੀਂ ਸੀ ਕਿਉਂਕਿ ਸਾਡੇ ਬਹੁਤੇ ਬੱਚਿਆਂ ਕੋਲ ਤਾਂ ਉਹ ਚੀਜ਼ਾਂ ਹੈ ਹੀ ਨਹੀਂ। ਬਿਲਕੁਲ, ਠੀਕ ਹੈ, ਨਾ ਉਹਨਾਂ ਕੋਲ ਕੰਪਿਊਟਰ ਹੈ, ਨਾ ਉਹਨਾਂ ਕੋਲ ਲੈਪਟਾਪ ਹੈ, ਨਾ ਉਹਨਾਂ ਕੋਲ ਮੋਬਾਈਲ। ਕਿੰਨਾ ਆਪਾਂ ਸਰਵੇ ਕੀਤਾ, ਕਿੰਨੇ ਬੱਚਿਆਂ ਨੂੰ ਮਿਲੇ ਪਿੰਡਾਂ ਦੇ ਨੂੰ ਜਾ ਕੇ। ਤੇ ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਡਿਜੀਟਲ ਕਰਨਾ ਹੀ ਆ ਭਾਈ ਤਾਂ ਉਸ ਤਰ੍ਹਾਂ ਦੀ ਸਹੂਲਤਾਂ ਵੀ ਪ੍ਰੋਵਾਈਡ ਕਰੋ, ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਵੀ ਦਿਓ। ਪਰ ਉਹ ਇਨਫਰਾਸਟ੍ਰਕਚਰ ਦੇਣ ਦੀ ਬਜਾਏ ਸਿਰਫ ਕਾਗਜ਼ੀ ਗੱਲੀ ਬਾਤੀ ਇਹ ਕੰਮ ਕਰ ਰਹੇ। ਡਾਕਟਰ ਸਾਹਿਬ ਮੈਨੂੰ ਇਹ ਲੱਗਦਾ ਵੀ ਜਿਵੇਂ ਇਹਨਾਂ ਨੇ ਡਿਜੀਟਲ ਕਰ ਦਿੱਤੀ ਹੈ, ਸਕੂਲਾਂ ਕਾਲਜਾਂ ਦੇ ਨਾਲ ਵਿਦਿਆਰਥੀਆਂ ਨੂੰ ਤੋੜ ਤੇ ਕਾਲਜਾਂ ਦੇ ਨਾਲ ਸਕੂਲਾਂ ਦੇ ਇਹਨਾਂ ਨੇ ਕੋਲਮ ਕੋਈ ਕਰ ਦਿੱਤੇ। ਅੱਗੇ ਸੀਗਾ ਅਸੀਂ ਹੁਣ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹੇ ਆ, ਅਸੀਂ ਜਾਂਦੇ ਸੀਗੇ, ਅਸੀਂ ਕਲਾਸਰੂਮ ਦੇ ਵਿੱਚ ਜਾਂਦੇ ਸੀਗੇ, ਸਾਡਾ ਅਧਿਆਪਕ ਲੈਕਚਰ ਸਟੈਂਡ ਤੇ ਖੜ ਕੇ 45 ਤੋਂ 35 ਮਿੰਟ ਤੇ 35 ਤੋਂ 25 ਤੇ ਔਨ ਕਰ ਦਿੱਤਾ, ਹੋ ਗਿਆ ਵਿੱਚੋਂ ਸ਼ਾਰਟ ਕੱਟ ਕੇ ਪੀਰੀਅਡ ਵਧਾ ਦਿੱਤੇ। ਉਹ ਵੀ ਇੱਕ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਹੋਇਆ। ਐਜੂਕੇਸ਼ਨ ਦੇ ਵਿੱਚ ਫੇਰ ਬਦਲੋ ਕਿਤੇ ਆਪਣਾ ਵੱਖਰਾ ਇੱਕ ਵਿਸ਼ਾ ਹੈਗਾ, ਜ਼ਰੂਰ ਇਸ ਤੇ ਗੱਲ ਕਰਾਂਗੇ, ਕਰਨੀ ਬਣਦੀ ਹੈ ਕਿਉਂਕਿ ਜਿਹਨੂੰ ਨਹੀਂ ਪਤਾ ਲੱਗਦਾ ਉਹਨੂੰ ਦੱਸਣਾ ਜ਼ਰੂਰ ਬਣਦਾ ਹੈ ਕਿ ਵੀ ਤੇਰੇ ਅੱਗੇ ਆ ਖਾਈ ਹੈਗੀ ਹੈ, ਇੱਥੋਂ ਬਚ ਕੇ ਕਿੱਦਾਂ ਲੰਘਣਾ। ਸੋ ਉਹ ਇਸੇ ਤਰ੍ਹਾਂ ਪਹਿਲਾਂ ਪੀਰੀਅਡ ਦਾ ਸਮਾਂ ਘਟਾਉਂਦੇ ਗਏ ਇਹ, ਠੀਕ ਹੈ ਜੀ। ਹੁਣ ਇਹਨਾਂ ਨੇ ਪੀਰੀਅਡ ਪਹਿਲਾਂ 7 ਸੀ, ਫਿਰ 8 ਕਰ ਦਿੱਤੇ, ਫਿਰ 9 ਵੀ ਕਰ ਦਿੱਤੇ। ਕਿਉਂਕਿ ਮੈਂ ਆਪ ਪੜ੍ਹਾਇਆ ਐਜ ਟੀਚਰ, ਮੈਨੂੰ ਪਤਾ ਮੇਰੇ ਹੁੰਦਿਆਂ ਹੀ ਇਹ ਜਿਹੜਾ ਸਾਨੂੰ ਆਰਡਰ ਆਏ ਸੀਗੇ ਕਿ ਜੀ ਪੀਰੀਅਡ 8 ਕਰ ਦਿਓ ਹੁਣ। ਤੇ ਉਹਦੇ ਵਿੱਚੋਂ ਫਿਰ ਮੇਰੇ ਸਾਹਮਣੇ ਬੜੀ ਇੱਕ ਸਮੱਸਿਆ ਇਹ ਕ੍ਰੀਏਟ ਹੋਈ ਸੀਗੀ ਵੀ ਹੁਣ ਮੈਂ ਜਿਹੜਾ ਸਮਾਂ ਕਿੱਦਾਂ ਉਹਨੂੰ ਐਡਜਸਟ ਕਰਾਂ। ਮੈਂ 5-5 ਮਿੰਟ, 2-2 ਮਿੰਟ, 5-5 ਮਿੰਟ ਮੈਨੂੰ ਘਟਾ ਕੇ ਤੇ ਉਹ ਜਿਹੜਾ 9ਵਾਂ ਪੀਰੀਅਡ ਹੈ ਉਹ ਕੱਢਣਾ ਪਿਆ ਸੀਗਾ। ਇਹ ਵੱਖਰੀਆਂ ਗੱਲਾਂ ਨੇ, ਇਹ ਵੀ ਦੱਸਣੀਆਂ। ਹੁਣ ਡਿਜੀਟਲ ਦੀ ਗੱਲ ਕਰਦੇ ਹਾਂ ਆਪਾਂ, ਇਹਦੇ ਨਾਲ ਹੀ ਜੁੜਦਾ ਹੈ, ਜ਼ਰੂਰ ਇਹ ਗੱਲ ਕਰਨੀ ਬਣਦੀ ਹੋ ਇਸ ਕਰਕੇ ਕਿ ਵੀ ਸਾਰਿਆਂ ਕੋਲੇ ਕੰਪਿਊਟਰ ਜਿਹੜਾ ਉਹ ਨਹੀਂ ਹੈ ਬੱਚਿਆਂ ਕੋਲੇ, ਕਿਉਂਕਿ ਅਸੀਂ ਰੋਣੇ ਆ ਕਿ ਪਿੰਡਾਂ ਦੇ ਵਿੱਚ ਜਿਹੜੀ ਅਜੇ ਤੱਕ ਤਾਂ ਕਈਆਂ ਕੋਲ ਟੱਚ ਸਕਰੀਨ ਮੋਬਾਈਲ ਨਹੀਂ ਹੈਗੇ ਨਾ ਬੱਚਿਆਂ ਕੋਲੇ। ਦੂਸਰੀ ਗੱਲ ਵੀ ਜਿਹੜਾ ਹੁਣ ਉਹਨਾਂ ਨੂੰ ਕਾਲਜਾਂ ਦੇ ਨਾਲੋਂ ਇੱਕ ਅਧਿਆਪਕ ਦੇ ਉਹਦੀ ਬਾਡੀ ਲੈਂਗੁਏਜ ਦਾ ਬੜਾ ਪ੍ਰਭਾਵ ਪੈਂਦਾ ਸੀ, ਉਹਦੇ ਪਹਿਰਾਵੇ ਦਾ ਬੜਾ ਪ੍ਰਭਾਵ ਪੈਂਦਾ ਸੀ। ਆਪਾਂ ਇੱਥੋਂ ਤੱਕ ਕਿ ਉਹਦੀ ਸ਼ਖਸੀਅਤ ਦਾ ਬੜਾ ਪ੍ਰਭਾਵ ਪੈਂਦਾ ਸੀ, ਰਹਿਣ ਦਾ ਤੇ ਬੋਲਣ ਚਾਲਣ ਦਾ। ਬਿਲਕੁਲ ਉਹ ਫਿਰ ਸਿਰਫ ਸਿਲੇਬਸ ਹੀ ਨਹੀਂ ਸੀ ਪੜ੍ਹਾਉਂਦਾ ਬਲਕਿ ਨੈਤਿਕ ਸਿੱਖਿਆ ਵੀ ਦਿੰਦਾ, ਨਾਲ ਦਿੰਦਾ ਸੀ। ਉਹਦੇ ਕਰੈਕਟਰ ਉਸਾਰੀ ਦੇ ਵਿੱਚ ਬਹੁਤ ਫਰਕ ਬਿਲਕੁਲ ਉਹਦੇ ਜਿਹੜੇ ਕਰੈਕਟਰ ਉਸਾਰੀ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਸੀ, ਇਫੈਕਟ ਲੈਂਦਾ ਸੀਗਾ ਬੱਚਾ। ਉਹ ਸਾਰੀਆਂ ਚੀਜ਼ਾਂ ਤੋਂ ਇੱਕ ਸਾਜ਼ਿਸ਼ ਦੇ ਤਹਿਤ ਵਾਂਚਿਤ ਕੀਤਾ ਗਿਆ ਬੱਚਿਆਂ ਨੂੰ ਤੇ ਜੋੜ ਦਿੱਤਾ ਗਿਆ ਕੰਪਿਊਟਰ ਵੀ ਨਵੀਨੀਕਰਨ, ਆਧੁਨਿਕੀਕਰਨ। ਔਰ ਇੱਕ ਗੱਲ ਹੋਰ ਪਰਮਵੀਰ, ਇਹ ਡਿਜੀਟਲ ਜਿਹੜੀ ਸਿੱਖਿਆ ਹੈਗੀ ਹੈ
ਇਹਦੇ ਵਿੱਚ ਬੇੜੀਆਂ 'ਚ ਵੱਟੇ ਤਾਂ ਪਹਿਲਾਂ ਹੀ ਪੈ ਗਏ ਸੀਗੇ, ਜਦੋਂ ਕਿ ਅਜੇ ਡਿਜੀਟਲ ਨਹੀਂ ਸੀ ਹੋਇਆ। ਉਦੋਂ ਨਕਲ ਦਾ ਕੋਡ ਇੰਨਾ ਕੁ ਫੈਲਾ ਦਿੱਤਾ ਗਿਆ ਕਿ ਹਰ ਇੱਕ ਬੱਚਾ ਆਪਣਾ ਰਾਈਟ ਮੰਨਣ ਲੱਗ ਪਿਆ ਸੀ। ਬਿਲਕੁਲ ਕਿ ਸਾਨੂੰ ਜੀ ਨਕਲ ਕਰਵਾਓ। ਤੁਹਾਡੇ ਕਈ ਸਟੂਡੈਂਟ ਅਜੇ ਤੱਕ ਵੀ ਗਿਲਾ ਕਰਦੇ ਨੇ ਕਿ ਮੈਡਮ ਗਰੇਵਾਲ ਜਿੱਥੇ ਆ ਗਈ ਤੇ ਉੱਥੇ ਅਸੀਂ ਅਰਦਾਸ ਕਰਦੇ ਸੀ ਸਾਡੇ ਕਮਰੇ 'ਚ ਮੈਡਮ ਦੀ ਡਿਊਟੀ ਨਾ ਲੱਗੀ। ਹਾਂਜੀ, ਇਹ ਗਿਲਾ ਕਰਦੇ ਸੀ। ਇਹ ਜਿਹੜੀ ਚੀਜ਼ ਹੈ ਇਹ ਵੀ ਬਹੁਤ ਖਤਰਨਾਕ ਸੀ। ਲੇਕਿਨ ਹੁਣ ਜਿਹੜੇ ਲੋਕ ਸਰਦੇ ਪੁੱਛਦੇ ਨੇ ਉਹ ਡਿਜੀਟਲ ਸਿੱਖਿਆ ਦੇ ਨਾਂ ਤੇ ਕੀ ਕਰਦੇ ਆ, ਕਿਉਂਕਿ ਬੇਈਮਾਨੀ ਹਰੇਕ ਬੰਦੇ ਦੀਆਂ ਜੜ੍ਹਾਂ ਤੱਕ ਘਰ ਕਰ ਚੁੱਕੀ ਹੈ। ਬਹੁਤ ਗਿਣਵੇਂ ਚੁਣਵੇਂ ਲੋਕ ਹੋਣਗੇ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਹੋਣਗੇ। ਤਾਂ ਹੁਣ ਇਹ ਜਿਹੜੀ ਡਿਜੀਟਲ ਸਿੱਖਿਆ ਇਹਦੇ ਵਿੱਚ ਇਹ ਕੀ ਕਰਨਗੇ, ਇਹ ਕਹਿਣਗੇ ਜੀ ਅਸਾਈਨਮੈਂਟ ਭਰ ਕੇ ਭੇਜੋ ਜੀ, ਠੀਕ ਹੈ। ਅਸਾਈਨਮੈਂਟ ਤੁਹਾਡੀ ਅਸੈਸ ਹੋਏਗੀ, ਉਹਦੇ ਆਧਾਰ ਤੇ ਤੁਹਾਨੂੰ ਪਾਸ ਫੇਲ ਕੀਤਾ ਜਾਏਗਾ। ਤੇ ਜਿਹੜੇ ਬਹੁਤ ਚੁਸਤ ਲੋਕ ਨੇ ਉਹ ਕੰਪਿਊਟਰ ਤੋਂ ਨੈਟ ਤੋਂ ਉਠਾਉਣਗੇ ਤੇ ਉਹ ਕਾਪੀ ਪੇਸਟ ਕਰਕੇ ਆਪਣੀ ਅਸਾਈਨਮੈਂਟ ਬਣਾ ਕੇ ਭੇਜ ਦੇਣਗੇ ਤੇ ਉਹਦੇ ਆਧਾਰ ਤੇ ਉਹਨਾਂ ਨੂੰ ਚੰਗੇ ਨੰਬਰ ਮਿਲ ਜਾਣਗੇ। ਤੇ ਜਿਹੜੇ ਮੇਰੇ ਤੇਰੇ ਵਰਗੇ ਹੈਗੇ ਆ ਜਿਨ੍ਹਾਂ ਕੋਲ ਸਹੂਲਤ ਹੈ ਨਹੀਂ, ਕੰਪਿਊਟਰ ਮੋਬਾਈਲ ਵਗੈਰਾ ਹੈ ਹੀ ਨਹੀਂ, ਉਹ ਵਿਚਾਰਾ ਕੀ ਕਰਨਗੇ। ਬਿਲਕੁਲ ਇਹੀ ਸਮੱਸਿਆ। ਹੁਣ ਵੀ ਜਿਹੜੇ ਲੋਕ ਘਰਾਂ 'ਚ ਬੈਠੇ ਨੇ, ਟੀਚਰ ਉਹਨਾਂ ਨੂੰ ਡਿਜੀਟਲ WhatsApp ਵਗੈਰਾ ਤੇ ਕਲਾਸਾਂ ਦੇ ਰਹੇ ਨੇ, ਉਹਨਾਂ 'ਚੋਂ ਕਿੰਨੇ ਕੁ ਬੱਚੇ ਨੇ ਜਿਹੜੇ ਉਹ ਕਲਾਸਾਂ ਅਟੈਂਡ ਕਰ ਸਕਦੇ। ਆਪਣੇ ਬੱਚਾ ਆਪਣੇ ਨਾਲ ਗੱਲ ਕਰ ਹੀ ਰਿਹਾ ਸੀ, ਕਿੰਨੀ ਵੱਡੀ ਸਮੱਸਿਆ ਆ ਰਹੀ ਹੈ। ਉਹ ਕਹਿ ਰਿਹਾ ਵੀ ਪਹਿਲੀ ਤਾਂ ਗੱਲ ਹੈ ਕਿ ਜਿਹੜਾ ਮੋਬਾਈਲ ਦੀ ਸਕਰੀਨ ਇੰਨੀ ਛੋਟੀ ਹੈ, ਕਿੱਥੇ ਪ੍ਰਭਾਵ ਪਾਉਂਦੀ ਹੈ। ਕਿੱਥੇ ਅਸੀਂ ਕਿਤਾਬ ਖੋਲ ਕੇ ਪੰਨਾ ਦਰ ਪੰਨਾ ਪੜ੍ਹਨਾ ਤੇ ਕਿੱਥੇ ਹੁਣ ਇਹ ਛੋਟੀ ਜਿਹੀ ਸਕਰੀਨ ਮੋਬਾਈਲ ਜਿਹੜੇ ਕੰਪਿਊਟਰ ਤਾਂ ਹਰ ਇੱਕ ਕੋਲ ਸਭ ਤੋਂ ਵੱਡੀ ਸਮੱਸਿਆ ਡਾਕਟਰ ਸਾਹਿਬ ਇਹ ਹੈ ਕਿ ਹਰ 3 ਮਹੀਨੇ ਬਾਅਦ ਉਹ 650 700 ਰੁਪਏ ਦਾ ਨੈਟ ਵੀ ਪਵਾਏਗਾ। ਵੇਖੋ ਕਿੰਨਾ ਵੱਡਾ ਬੋਝ ਪਾ ਦਿੱਤਾ ਇਹਨਾਂ ਸਰਕਾਰਾਂ ਨੇ ਕਿ ਬੱਚਾ ਹੁਣ ਦੇਖੋ ਡਿਜੀਟਲ ਐਜੂਕੇਸ਼ਨ ਦੇ ਵਾਸਤੇ ਨੈਟ ਜ਼ਰੂਰੀ ਆ। ਨੈਟ ਫ੍ਰੀ ਤਾਂ ਹੈ ਨਹੀਂ। 700 ਰੁਪਏ ਦਾ ਜਿਹੜਾ ਤੁਸੀਂ 84 ਦਿਨ ਦਾ ਨੈਟ ਹੈ ਉਹ ਬੱਚਾ ਪਵਾਏਗਾ ਤੇ 24 ਘੰਟੇ 1.2 1.5 1.5 GB ਜਿਹੜਾ ਪਰ ਡੇ ਜਿਹੜਾ ਡਾਟਾ ਮਿਲਦਾ। ਇੱਕ ਗੱਲ ਹੋਰ ਵੀ ਹੈ, ਡਾਟਾ ਵੀ ਜਿਹੜਾ ਮਿਲਦਾ ਠੀਕ ਆ, ਪਰ ਇੱਕ ਗੱਲ ਹੋਰ ਵੀ ਹੈ ਕਿ ਹਰ ਇੱਕ ਦੇ ਘਰ ਇੱਕ ਬੱਚਾ ਤਾਂ ਹੈ ਨਹੀਂ। ਕਿਸੇ ਦੇ 2 ਬੱਚੇ, ਕਿਸੇ ਦੇ 3 ਬੱਚੇ, ਉਹਨਾਂ ਨੂੰ ਵਿਚਾਰੇ ਨੂੰ ਮਿਲਦਾ ਹੀ ਨਹੀਂ ਮੋਬਾਈਲ, ਕਿੱਥੋਂ ਕਰਨਗੇ। ਇਹ ਨਾ ਅਸੀਂ ਕੋਈ ਹਵਾ 'ਚ ਗੱਲਾਂ ਨਹੀਂ ਕਰ ਰਹੇ, ਅਸੀਂ ਪਿੰਡਾਂ 'ਚ ਜਾ ਕੇ ਦੋਨਾਂ ਜਣੇ ਸਰਵੇ ਕੀਤਾ, ਉਹਨਾਂ ਬੱਚਿਆਂ ਨਾਲ ਮਿਲ ਕੇ ਉਹਨਾਂ ਦੀ ਸਮੱਸਿਆਵਾਂ ਸੁਣੀਆਂ ਨੇ ਕਿ ਤੁਹਾਨੂੰ ਕੀ ਸਮੱਸਿਆ। ਇੱਕ ਘਰ ਦੇ ਵਿੱਚ ਅਸੀਂ ਗਏ ਸੀ, ਉਹਨਾਂ ਦੇ 3 ਬੱਚੇ ਸੀਗੇ, ਇੱਕ ਬੇਟੀ BSc ਕਰ ਰਹੀ ਸੀਗੀ ਤੇ ਇੱਕ ਮੇਰੇ ਖਿਆਲ M.Com ਕਰ ਰਹੀ ਸੀ ਬੱਚੀ, ਤੇ ਇੱਕ ਜਿਹੜਾ ਬੇਟਾ ਉਹਦਾ ਸੀਗਾ ਉਹ BCA ਕਰ ਰਿਹਾ ਸੀਗਾ। ਔਰ ਤਿੰਨੋਂ ਬੱਚੇ ਹੁਣ ਵੇਖੋ ਮਤਲਬ ਹਾਇਰ ਐਜੂਕੇਸ਼ਨ ਦੇ ਵਿੱਚ ਜਾ ਰਹੇ ਸੀਗੇ, ਤਿੰਨਾਂ ਮੋਬਾਈਲ ਉਹਨਾਂ ਕੋਲ ਇੱਕ, ਕਿੱਡੀ ਵੱਡੀ ਸਮੱਸਿਆ। ਔਰ ਜਿਹੜੇ ਤਿੰਨੋਂ ਬੱਚੇ ਜਿਹੜੇ ਕਿੰਨੇ ਫਰਸਟ੍ਰੇਟ ਹੋ ਰਹੇ ਸੀਗੇ ਔਰ ਕਿੰਨੇ ਟੈਂਸ ਸੀਗੇ, ਔਰ ਮਤਲਬ ਘਬਰਾਏ ਹੋਏ ਸੀ, ਬੜੇ ਹੁਸ਼ਿਆਰ ਬੱਚੇ ਤਿੰਨੋਂ, ਔਰ ਇੰਨੇ ਘਬਰਾਏ ਹੋਏ ਸੀ। ਘਰ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈਗੀ, ਹੈ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਚੱਲਦਾ। ਪਰ ਉਹ ਪ੍ਰਮਾਤਮਾ ਦੀ ਕਹਿ ਲਓ ਕਿ ਮਿਹਰ ਹੀ ਸੀਗੇ, ਬੱਚੇ ਇੰਨੇ ਹੁਸ਼ਿਆਰ, ਇੰਨੇ ਇੰਟੈਲੀਜੈਂਟ, ਅਮਰਤਾਰੀ। ਪਰ ਸਮੱਸਿਆ ਕਿ ਡਿਜੀਟਲ ਜਿਹੜੀ ਐਜੂਕੇਸ਼ਨ ਆ ਉਹ ਹੁਣ ਰੁਕਾਵਟ ਬਣ ਗਈ। ਵੱਡੀ ਭੈਣ ਕੋਲੇ ਮੋਬਾਈਲ ਆ, ਛੋਟੇ ਦੋਨੋਂ ਭੈਣ ਭਰਾ ਜਿਹੜੇ ਆ ਉਹ ਦੇਖਦੇ ਰਹਿੰਦੇ ਆ ਵੀ ਇਹ ਕਦੋਂ ਫ੍ਰੀ ਹੋਵੇ, ਉਹ ਵਿਚਾਰੀ ਕਦੋਂ ਛੱਡੇ। ਹੁਣ ਜਦੋਂ ਉਹਦਾ ਵਰਕ ਖਤਮ ਹੋਏਗਾ ਤਾਂ ਛੱਡੇਗਾ। ਹੁਣ ਇਕਨੋਮਿਕਸ ਦੀ ਕਲਾਸ ਤੋਂ ਬਾਅਦ ਪੰਜਾਬੀ ਦੀ ਆ ਗਈ, ਪੰਜਾਬੀ ਦਾ ਟੀਚਰ ਆ ਗਿਆ, ਕਿੰਨੇ ਸਬਜੈਕਟ ਆ ਸਾਰੇ। ਇਹ ਬੜੀ ਵੱਡੀ ਸਮੱਸਿਆ। ਸਾਨੂੰ ਤਾਂ ਸੱਚੀ ਗੱਲ ਹੈ ਬੜੀ ਚਿੰਤਾ ਰਹਿੰਦੀ ਹੈ ਦੋਨਾਂ ਚੀਜ਼ਾਂ ਦੀ। ਇਹ ਇਸ ਕਰਕੇ ਇਸ ਪਲੇਟਫਾਰਮ 'ਤੇ ਅਸੀਂ ਗੱਲ ਕਰ ਰਹੇ ਹਾਂ ਕਿ ਕਿਸਾਨ ਭਰਾਵੋ, ਇਹ ਵੀ ਲੜਾਈ ਸਾਨੂੰ ਲੜਨੀ ਪੈਣੀ ਹੈ, ਨਹੀਂ ਤਾਂ ਸਾਡੇ ਬੱਚਿਆਂ ਦਾ ਭਵਿੱਖ ਬਹੁਤ ਜ਼ਿਆਦਾ ਮਲੀਆਮੇਟ ਹੋ ਜਾਣਾ। ਜਿਹੜੀ ਡਿਜੀਟਲ ਐਜੂਕੇਸ਼ਨ ਦਾ ਮਤਲਬ ਹੈ ਕਿ ਕੁਝ ਕਾਰਪੋਰੇਟ ਘਰਾਣਿਆਂ ਦੇ ਬੱਚਿਆਂ ਤੱਕ ਹੀ ਸੀਮਤ ਕਰਨਾ, ਤੁਹਾਨੂੰ ਉਹਨਾਂ ਨੇ ਅਨਪੜ੍ਹ ਰੱਖਣਾ। ਕਿਹੜਾ ਮਾਂ-ਬਾਪ ਆ, ਹੁਣ 3 ਬੱਚੇ ਆ, ਤਿੰਨਾਂ ਬੱਚਿਆਂ ਕੋਲੇ ਕੰਪਿਊਟਰ ਕਿੱਥੋਂ ਮਾਂ-ਬਾਪ ਲੈ ਕੇ ਦੇਊਗਾ? 80 90 ਹਜ਼ਾਰ ਦਾ ਕੰਪਿਊਟਰ ਵਧੀਆ ਕਿਸਮ ਦਾ, ਫਿਰ ਤਿੰਨਾਂ ਨੂੰ 650 ਰੁਪਈਆ ਜਿਹੜਾ ਨੈਟ ਹਰ ਮਹੀਨੇ ਬਾਅਦ, 700 ਰੁਪਈਆ ਹਰ 3 ਮਹੀਨੇ ਬਾਅਦ, ਕਿਹੜਾ ਮਾਂ-ਬਾਪ ਦੱਸੋ? ਤੇ ਤੁਸੀਂ ਜਿਹੜੀ ਉੱਥੇ ਸ਼ੋਸ਼ੇਬਾਜ਼ੀ ਕਰ ਰਹੇ ਹੋ, ਜਿਹੜੀ ਤੁਸੀਂ ਹੋਸ਼ਾਬਾਜ਼ੀ ਦਿਖਾ ਰਹੇ ਹੋ ਵੀ ਅੱਜ 35 ਕੁਆਂਟਲ ਅਸੀਂ ਉੱਥੇ ਬਦਾਮ ਵੰਡਤੇ, ਬਦਾਮ ਜਿਹੜੇ ਆਸੇ-ਪਾਸੇ ਵਾਲੇ ਲੋਕ ਰਹਿੰਦੇ ਨੇ ਉਹ ਖਾ ਗਏ। ਉਹ ਭਲਿਓ ਮਾਨਸੋ, ਉਹੀ ਪੈਸਾ ਤੁਸੀਂ ਬਚਾ ਕੇ ਆਪਦੇ ਜਿਹੜੇ ਕਮਿਊਨਿਟੀ ਤੋਂ ਲਾ ਲਓ, ਇਹਨਾਂ ਨੂੰ ਪੜ੍ਹਾ ਲਓ। ਬਹੁਤ ਸਾਰੀਆਂ ਸਾਡੀਆਂ ਬੱਚੀਆਂ ਐਸੀਆਂ ਬੈਠੀਆਂ ਨੇ, ਤੁਹਾਨੂੰ ਇੱਕ ਘਰ ਦੀ ਦੱਸੀ ਆ, ਇੱਕ ਘਰ ਦੀ ਇਹ ਸਮੱਸਿਆ ਨਹੀਂ ਹੈਗੀ। ਅਸੀਂ ਕੀ ਕੀਤਾ, ਦੋਨਾਂ ਮਾਵਾਂ ਧੀਆਂ ਨੇ ਉਹਨਾਂ ਦੇ ਇੱਕ ਬੱਚੇ ਨੂੰ ਬੜੀ ਮੁਸ਼ਕਲ ਦੇ ਨਾਲ ਜਿਹੜਾ ਹੈਗਾ ਉਹ ਮੋਬਾਈਲ ਪ੍ਰੋਵਾਈਡ ਕਰਾਇਆ ਕਿ ਚਲੋ ਕਮ ਸੇ ਕਮ
ਇੱਕ ਬੱਚਾ ਤਾਂ ਇਹਨਾਂ ਦਾ ਪੜ੍ਹ ਲਵੇ। ਇਹ ਹਾਲਾਤ ਬਣੇ ਨੇ ਤੇ ਤੁਸੀਂ ਕਿਹੜੇ ਹਵਾ 'ਚ ਗੱਲਾਂ ਕਰੀ ਜਾਂਦੇ ਹੋ। ਇੱਥੇ ਅਸੀਂ ਬ੍ਰਾਂਡਡ ਸ਼ੂਜ਼ ਦਾ ਲਾਤਾ, ਇੱਥੇ ਅਸੀਂ ਬ੍ਰਾਂਡਡ ਜੈਕਟਾਂ ਦਾ ਲੰਗਰ ਲਾਤਾ, ਉਹਨੂੰ ਵੀ ਤੁਸੀਂ ਲੰਗਰ ਦੱਸੀ ਜਾਂਦੇ, ਤੁਸੀਂ ਜੁੱਤੀਆਂ ਨੂੰ ਵੀ ਲੰਗਰ ਦੱਸੀ ਜਾਂਦੇ ਹੋ। ਦੱਸੋ, ਇਹ ਕਮਾਲ ਹੋ ਗਈ ਤੁਹਾਡੀ ਵਾਲੀ। ਤੁਹਾਡੀ ਮੱਤ ਨੂੰ ਹੋਇਆ ਕੀ ਆ? ਕੋਈ ਜੁੱਤੀਆਂ ਦਾ ਵੀ ਲੰਗਰ ਹੁੰਦਾ? ਤੁਸੀਂ ਉੱਤੇ ਮੋਟੇ ਮੋਟੇ ਬੋਰਡ ਲਿਖ ਕੇ ਲਾਤੇ ਕਿ ਇੱਥੇ ਸ਼ੂਜ਼ ਦਾ ਲੰਗਰ। ਕਮਾਲ ਹੋ ਗਈ। ਲੰਗਰ ਨੂੰ ਲੰਗਰ ਰਹਿਣ ਦਿਓ ਭਾਈ। ਕਿਉਂ ਤੁਸੀਂ ਮਜ਼ਾਕ ਬਣਾ ਕੇ ਰੱਖ ਦਿੱਤਾ ਇਹਨਾਂ ਚੀਜ਼ਾਂ ਨੂੰ ਵੀ? ਸੋ ਜਿੱਥੇ ਲੋੜ ਹੈ ਪੈਸਾ ਉੱਥੇ ਖਰਚਣਾ ਚਾਹੀਦਾ ਹੈ। ਬਿਲਕੁਲ ਬਿਲਕੁਲ। ਨਾ ਕਿ ਸਿਰਫ ਆਪਣੀ ਭੱਲ ਬਣਾਉਣ ਵਾਸਤੇ ਉੱਥੇ ਖਰਚਤਾ ਜੀ, ਉੱਥੇ ਖਰਚੇ ਜੇ ਆਹ ਕਰਤਾ ਉਹ ਕਰਤਾ। ਜਿੱਥੇ ਲੋੜ ਹੈ ਉੱਥੇ ਖਰਚੋ, ਤਾਂ ਕਿ ਤੁਹਾਡੇ ਜਿਹੜੀ ਕਮਿਊਨਿਟੀ ਹੈ, ਤੁਹਾਡੀ ਜਿਹੜੀ ਕੌਮ ਹੈ, ਉਹਦਾ ਸਿਰ ਵੀ ਮਾਣ ਨਾਲ ਉੱਚਾ ਹੋਵੇ ਕਿ ਹਾਂ ਸਾਡੇ ਭਰਾ, ਸਾਡੇ ਮਾਂ ਪਿਓ ਸਾਡੇ ਲਈ ਨਹੀਂ ਕੁਝ ਕਰ ਸਕਦੇ, ਪਰ ਸਾਡੀ ਕਮਿਊਨਿਟੀ ਤਾਂ ਸਾਡੇ ਨਾਲ ਖੜੀ ਹੈ। ਤੁਹਾਨੂੰ ਇੱਕ ਗੱਲ ਬੜੀ ਕੌੜੀ ਲੱਗਣੀ ਹੈ, ਪਰ ਇੱਥੇ ਕਹਿਣੀ ਵੀ ਜ਼ਰੂਰੀ ਹੈ, ਕਿਉਂਕਿ ਜੋ ਡਾਕਟਰ ਕਿਸੇ ਜ਼ਖਮ ਦੀ ਪ੍ਰੀਜ਼ਰਵੇਸ਼ਨ ਕਰਦਾ ਨਾ, ਇਹ ਨਹੀਂ ਸੋਚਦਾ, ਇਹ ਨਹੀਂ ਸੋਚਦਾ ਉਹ ਕਿ ਵੀ ਮੈਂ ਜਿਹੜਾ ਇਹਨੂੰ ਤਕਲੀਫ ਨਹੀਂ ਦੇਣੀ, ਖੁਰਚ ਰਿਹਾ ਜ਼ਖਮ ਨੂੰ, ਵੀ ਇਹ ਮਰੀਜ਼ ਦੇ ਰੋਣ ਦੀ ਉਹ ਨਹੀਂ ਪਰਵਾਹ ਨਹੀਂ ਕਰਦਾ। ਸੋ ਸਾਨੂੰ ਕਿਸੇ ਨੇ ਮਾੜਾ ਚੰਗਾ ਬੋਲਣਾ ਬੇਸ਼ੱਕ ਬੋਲ, ਨੋ ਪ੍ਰੋਬਲਮ, ਪਰ ਸਾਨੂੰ ਦੁੱਖ ਆ ਰਿਹਾ ਜੋ ਕੁਛ ਅੱਜ ਸਮਾਜ ਦੇ ਵਿੱਚ ਵਾਪਰ ਰਿਹਾ, ਸਾਡੀ ਕਮਿਊਨਿਟੀ ਦੇ ਵਿੱਚ ਵਾਪਰ ਰਿਹਾ। ਸਾਡੇ ਬੱਚੇ ਉੱਥੇ ਅਸੀਂ ਦਮ ਗੱਜੇ ਮਾਰੀ ਜਾਂਦੇ ਕਿ ਅਸੀਂ 35 ਕਾਊਂਟਰ ਬਦਾਮ ਭੇਜਤੇ, 10 ਲੱਖ ਰੁਪਈਆ ਭੇਜਤਾ, ਇੰਨੇ ਦੇ ਕੰਬਲ। ਇੱਕ ਬੀਬੀ ਕਹਿ ਰਹੀ ਸੀ ਮੈਂ 10 ਲੱਖ ਦੇ ਉੱਤੇ ਕੱਪੜੇ ਭੇਜਤੇ ਘਰੋਂ। ਹਾਂ ਲੋੜ ਆ, ਜ਼ਰੂਰ ਭੇਜਣੇ ਚਾਹੀਦੇ ਨੇ। ਸਾਦਗੀ ਦੇ ਵਿੱਚ ਆ ਜਾਓ। ਲਗਜ਼ਰੀਅਸ ਤੁਸੀਂ ਉੱਥੇ ਬਣਾ ਕੇ ਕੀ ਕਰਨਾ ਨਾ ਕਰੋ, ਜੋ ਜ਼ਰੂਰਤ ਹੈ। ਇੱਕ ਜਿਹੜੀ ਮੇਨ ਗੱਲ ਤੁਹਾਨੂੰ ਦੱਸਾਂ, ਜਿਹੜੀ ਤੁਹਾਨੂੰ ਨਹੀਂ ਪਤਾ ਲੱਗਦਾ ਉੱਥੇ ਬੈਠਿਆਂ ਨੂੰ, ਉਹ ਇਹ ਹੈ ਕਿ ਹਿੰਦੀ ਚੈਨਲ ਕੁਛ ਆਉਂਦੇ ਨੇ, ਕੁਛ ਸਾਡੇ ਵਰਗੇ ਐਵੇਂ ਆਪਣੇ ਮੋਬਾਈਲ ਲੈ ਕੇ ਤੁਰੇ ਫਿਰਦੇ ਨੇ, ਤੁਹਾਡੇ ਮੂਹਰੇ ਕਰਦੇ ਨੇ कैसा लंगर चल रहा है, हमारे जहाँ तो खीर बन रही है, हमारे जहाँ तो ब्रेड पकौड़े तले जा रहे हैं, हम तो कॉफी पी रहे हैं, हम तो देसी घी की पिन्नियाँ खा रहे हैं, हमने तो ये देखो पिज़्ज़े बर्गर खा रहे हैं। ਜਿਹੜੀ ਤੁਸੀਂ ਇਹ ਫੁਕਰਾਪਨ ਦਿਖਾਉਂਦੇ ਹੋ ਨਾ, ਇਹ ਤੁਹਾਡੀ ਜੜ੍ਹਾਂ 'ਚ ਤੇਲ ਦੇ ਰਹੇ ਨੇ। ਤੁਸੀਂ ਉਹਨਾਂ ਨੂੰ ਉਹ ਦਿੱਲੀ ਵਾਲੇ ਜਿੰਨੇ ਲੋਕ ਨੇ ਨਾ, ਦਿੱਲੀ ਦੇ ਜਿੰਨੇ ਇਹ ਕੈਮਰੇ ਲੈ ਕੇ ਤੁਹਾਡੇ ਅੱਗੇ ਪਿੱਛੇ ਘੁੰਮਦੇ ਫਿਰਦੇ ਨਾ, ਇਹ ਬਹੁਤ ਚੁਸਤ ਕਿਸਮ ਦੇ ਲੋਕ ਨੇ। ਤੁਹਾਡੇ ਮੂੰਹੋਂ ਇਦਾਂ ਦੀਆਂ ਚੀਜ਼ਾਂ ਕਢਾ ਕੇ ਦਿਖਾਉਂਦੇ ਨੇ ਕਿ ਇਹ ਲੋਕ ਬੜੇ ਅਮੀਰ ਨੇ, ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਜਿਹੜੀ ਸੈਂਟਰ ਗਵਰਨਮੈਂਟ ਤੋਂ ਜਿਹੜੀ ਇਹਨਾਂ ਨੂੰ ਫੰਡ ਕੀ ਉਹਨਾਂ ਨੂੰ ਗ੍ਰਾਂਟਾਂ ਦੀ ਲੋੜ ਨਹੀਂ ਹੈਗੀ, ਇਹ ਤਾਂ ਆਪ ਹੀ ਇੰਨੇ ਅਮੀਰ ਨੇ। ਹੁਣ ਤੁਸੀਂ ਇੱਕ ਪਾਸੇ ਅਸੀਂ ਰੋਈ ਜਾਂਦੇ ਹਾਂ ਕਿ ਸਾਡੇ ਬੱਚੇ ਪੜ੍ਹਾਈ ਕੋਲੋਂ, ਉਹ ਇਹ ਗਰੀਬਾਂ ਦੇ ਬੱਚਿਆਂ ਨੂੰ ਤੁਸੀਂ ਆਪਣੀ ਕਮਿਊਨਿਟੀ ਦੇ ਕਿਸਾਨਾਂ ਦੀ ਗੱਲ ਕਰ ਰਹੀ ਮੈਂ, ਉਹਨਾਂ ਦੇ ਬੱਚੇ ਜਿਹੜੇ ਹੈਗੇ ਐਜੂਕੇਸ਼ਨ ਕੋਲੋਂ ਤੁਰੇ ਫਿਰਦੇ ਨੇ ਸੜਕਾਂ ਦੇ ਉੱਤੇ। ਅੱਜ ਇੱਕ ਹੋਰ ਗੱਲ ਪਰਮਵੀਰ ਇੱਥੇ ਕਰਨੀ ਜਾਇਜ਼ ਹੈ ਕਿ ਇਹ ਕਹਿੰਦੇ ਨੇ ਕਿ PM ਕਿਸਾਨ ਫੰਡ ਦੇ ਵਿੱਚੋਂ ਸਾਰੇ ਕਿਸਾਨਾਂ ਨੂੰ 2-2 ਹਜ਼ਾਰ ਰੁਪਇਆ ਆਇਆ, ਤੇ ਉਹ ਪਿਛਲੇ ਦਿਨੀ ਅਸੀਂ ਇਹ ਵੀ ਸੁਣਿਆ ਕਿ ਤਹਿਸੀਲਦਾਰਾਂ ਨੂੰ ਹੁਕਮ ਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ 2-2 ਹਜ਼ਾਰ ਰੁਪਇਆ ਮਿਲਿਆ ਨਾ, ਉਹ ਖਜ਼ਾਨੇ 'ਚ ਜਮ੍ਹਾਂ ਕਰਾ ਕੇ ਜਾਣ। ਆਹ ਤੁਹਾਡੀ ਮਦਦ ਕਰ ਰਹੇ ਨੇ PM ਕਿਸਾਨ ਫੰਡ ਦੇ ਵਿੱਚੋਂ। ਤੁਸੀਂ ਉੱਥੋਂ ਮਤਲਬ ਜਿਹੜੀ ਜਦੋਂ ਫਸਲਾਂ ਸਾਡੀਆਂ ਜਾਂਦੀਆਂ, ਅਸੀਂ ਕਿੰਨਾ ਰੋਂਦੇ ਕਿ ਸਾਨੂੰ ਕੋਈ ਉਹਦੀ ਮੁਆਵਜ਼ਾ ਨਹੀਂ ਮਿਲਿਆ। ਅੱਜ ਤੁਸੀਂ ਉੱਥੇ ਇੰਨਾ ਦਿਖਾ ਰਹੇ ਹੋ ਵੀ ਅਸੀਂ ਇੰਨਾ ਖਰਚਾ ਕਰਨ ਜੋਗੇ, ਉਹ ਕਹਿੰਦੇ ਜੇ ਕਰਨ ਜੋਗੇ ਕਰੀ ਜਾਓ। ਉਹ ਕਿਉਂ ਦੇਣਗੇ ਤੁਹਾਨੂੰ? ਉਹ ਤਾਂ ਅੰਦਰੋਂ ਅੰਦਰ ਹੱਸ ਰਹੇ ਨੇ ਰਾਖਸ਼ ਕਿਸਮ ਦੇ ਮੁਕੱਦਮ ਕਿ ਵੀ ਜਿੱਦਾਂ ਆਰਥਿਕ ਤੌਰ ਤੇ ਤੁਹਾਨੂੰ ਕਮਜ਼ੋਰ ਕਰ ਰਹੇ। ਤੁਸੀਂ ਕਿਉਂ ਨਹੀਂ ਭਰਾਵੋ ਸਮਝ ਪਾ ਰਹੇ ਇਹ ਗੱਲਾਂ? ਉਹ ਤੁਹਾਨੂੰ ਹੱਥ ਬੰਨ੍ਹ ਕੇ ਜੋ ਬੇਨਤੀ ਹੈ ਕਿ ਤੁਸੀਂ ਇਸ ਪੈਸੇ ਨੂੰ ਬਚਾ ਲਓ। ਕਹਿੰਦੇ ਨਾ ਜਦੋਂ ਕਿਸੇ ਦੇ ਮਤਲਬ ਜ਼ਖਮ ਲੱਗਦਾ ਨਾ, ਤੱਤੇ ਘਾਵ ਆਮ ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਤੱਤੇ ਘਾਵ ਨਹੀਂ ਪਤਾ ਲੱਗਦਾ, ਜਿਉਂ ਤੁਹਾਡਾ ਅੰਗ ਠੰਡਾ ਹੋਣਾ ਸ਼ੁਰੂ ਹੁੰਦਾ ਨਾ, ਫਿਰ ਚੀਕਾਂ ਨਿਕਲਦੀਆਂ। ਇਹੀ ਗੱਲਾਂ ਤੁਸੀਂ ਫੁਕਰਾਪਨ ਦਿਖਾ ਰਹੇ ਹੋ ਉੱਥੇ। ਜਿੰਨੇ ਕੰਬਲ ਗਏ ਨੇ ਸਾਰੇ ਲੋਕਾਂ ਨੇ ਉੱਥੇ ਇਕੱਠੇ ਕਰਕੇ ਰੱਖ ਲਏ। ਉਹ ਕਹਿੰਦੇ 100 ਰੁਪਏ ਨੂੰ ਵੇਚੀ ਵੀ ਜਾ ਰਹੇ ਉਹ ਕੰਬਲ। ਤੇ ਉਹਨਾਂ ਨੂੰ ਤਾਂ ਮੌਜ ਲੱਗੀ ਆ, ਉਹਨੂੰ ਮੋਦੀ ਨੂੰ ਤਾਂ ਮੌਜ ਲੱਗੀ ਵੀ ਚਲ ਮੇਰੇ ਨਾਗਰਿਕਾਂ ਨੂੰ ਮਤਲਬ ਜਿਹੜਾ ਭੁੱਖ ਤੋਂ ਬਚਾਇਆ, ਸਰਦੀ ਤੋਂ ਬਚਾਇਆ ਮੇਰੇ ਆਲੇ ਦੁਆਲੇ ਦੇ ਪਿੰਡਾਂ ਨੂੰ। ਤੇ ਤੁਸੀਂ ਕਹਿੰਦੇ ਵੀ ਸਾਡੇ ਮੰਨਿਆ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਜਿਹੜੇ ਭੁੱਖੇ ਨੇ ਉਹਨਾਂ ਨੂੰ ਲੰਗਰ ਛਕਾਓ, ਤੇ ਤੁਸੀਂ ਅੱਜ ਜੁੱਤੀਆਂ ਦਾ ਵੀ ਲੰਗਰ ਦੱਸਦੇ ਹੋ ਵੀ ਲਾਇਆ, ਜੁੱਤੀਆਂ ਦਾ ਲੰਗਰ ਲਾਇਆ, ਕੰਬਲਾਂ ਦਾ ਲੰਗਰ ਲਾਇਆ। ਉਹ ਭਰਾਵੋ ਲੰਗਰ ਨੂੰ ਲੰਗਰ ਰਹਿਣ ਦਿਓ। ਲੰਗਰ ਅੰਨ ਦਾ, ਅਨਾਜ ਦਾ, ਜੁੱਤੀਆਂ ਦਾ ਲੰਗਰ ਨਹੀਂ ਹੁੰਦਾ। ਸਮਝੋ ਗੱਲ ਇਹ ਤੁਹਾਡੇ ਸਿਰ ਮੁੰਨ ਕੇ ਫ੍ਰੀ ਸੇਵਾ ਕਹਿ ਸਕਦੇ ਹੋ ਤੁਸੀਂ, ਫ੍ਰੀ ਸੇਵਾ ਕਹਿ ਸਕਦੇ ਹੋ। ਅਨਾਜ ਨੂੰ ਸਿਰਫ ਲੰਗਰ, ਅਨਾਜ ਜਿਹੜਾ ਹੈ ਉਹੀ ਲੰਗਰ ਹੋ ਸਕਦਾ ਹੈ, ਅਨਾਜ ਤੋਂ ਬਿਨਾਂ ਕੋਈ ਹੋਰ ਚੀਜ਼ ਦਾ ਲੰਗਰ ਨਾ। ਉਹ ਵੀ ਜਿਹੜਾ ਤੁਸੀਂ ਫ੍ਰੀ ਸੇਵਾ ਤੁਸੀਂ ਕਰਨੀ ਹੈ ਉਹ ਕਰੋ, ਜਿਹੜਾ ਜਿੰਨੀ ਕੁ ਤੁਹਾਡੀ ਮਤਲਬ ਹੈਗੀ ਉੱਥੇ ਲੋੜ। ਨਹੀਂ, ਕਪੈਸਿਟੀ ਤਾਂ ਬਹੁਤ ਹੈ, ਪਰ ਜਿੰਨੀ ਕੁ ਉੱਥੇ ਲੋੜ ਆ ਉਨੀ ਕੁ ਕਰੋ। ਇਹ ਨਾ ਹੋਵੇ ਕਿ ਤੁਹਾਡੇ ਤੋਂ ਦੂਜੇ ਲੋਕ ਲਈ ਜਾਣ ਤੇ ਤੁਸੀਂ ਲੁੱਟੀ ਦੇ ਜਾਓ।
ਅਸੀਂ ਸਾਡਾ ਕਹਿਣ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਅਸੀਂ ਲੰਗਰ ਨੂੰ ਗਲਤ ਨਹੀਂ ਮੰਨਦੇ, ਅਸੀਂ ਤੁਹਾਡੀ ਸੇਵਾ ਨੂੰ ਗਲਤ ਨਹੀਂ ਮੰਨਦੇ, ਅਸੀਂ ਸਿਰਫ ਤੇ ਸਿਰਫ ਇਸ ਚੀਜ਼ ਨੂੰ ਗਲਤ ਮੰਨਦੇ ਹਾਂ ਕਿ ਜਿਹੜੀ ਲੋੜ ਤੋਂ ਵੱਧ ਤੁਸੀਂ ਲੋਕਾਂ ਦੇ ਹਤੈਸ਼ੀ ਬਣ ਰਹੇ ਹੋ, ਹਰੇਕ ਨੂੰ ਫੜਾਈ ਜਾਂਦੇ ਹੋ। ਉੱਥੇ ਤੁਸੀਂ ਥੋੜਾ ਜਿਹਾ ਸੋਚੋ, ਸਮਝੋ, ਵਿਚਾਰੋ ਕਿ ਅਸੀਂ ਕੀ ਕਰ ਰਹੇ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ। ਤੁਸੀਂ ਭੋਲੇ ਹੋ, ਤੁਹਾਡੇ ਇਸੇ ਭੋਲੇਪਨ ਦਾ ਦੁਨੀਆ ਨੇ ਫਾਇਦਾ ਉਠਾਇਆ। ਬਿਲਕੁਲ। ਅੱਜ ਦੇਖੋ ਦੁਨੀਆ ਕਿੰਨੀ ਤਰੱਕੀ ਕਰ ਗਈ, ਕਿੱਥੇ ਪਹੁੰਚ ਗਈ ਹੈ। ਐਜੂਕੇਸ਼ਨ ਦੇ ਪੱਖੋਂ ਤੁਸੀਂ ਬਹੁਤ ਪਛੜ ਗਏ ਹੋ। ਹੁਣ ਤਾਂ ਤੁਹਾਡੇ ਤੇ ਹੋਰ ਵੀ ਇਸ ਕਿਸਮ ਦੀ ਜਿਹੜੀ ਐਜੂਕੇਸ਼ਨ ਸਿਸਟਮ ਚੇਂਜ ਕਰਕੇ ਰੱਖ ਦਿੱਤਾ ਵੀ ਜਿਹੜਾ ਹਰ ਇੱਕ ਦੇ ਪਹੁੰਚ 'ਚ ਨਹੀਂ ਹੈਗਾ। ਸੋ ਇਹ ਚੀਜ਼ਾਂ ਸੋਚੋ ਵੀ ਤੁਸੀਂ ਭੋਲੇ ਹੋ, ਉੱਥੇ ਇੰਨਾ ਖਰਚ ਸਾਦਾ ਰੱਖੋ ਲੰਗਰ। ਅਸੀਂ ਲੰਗਰ ਬੰਦ ਨਹੀਂ ਕਹਿੰਦੇ, ਕਿਉਂਕਿ ਕਬੀਰ ਸਾਹਿਬ ਨੂੰ ਕਹਿਣਾ ਪੈ ਗਿਆ ਸੀਗਾ ਵੀ ਭੁੱਖਿਆਂ ਭਗਤ ਨਾ ਕੀਜੇ ਜੇ ਮਾਲਾ ਆਪਣੀ ਲੀਜੇ, ਵੀ ਭੁੱਖੇ ਢਿੱਡ ਦਾ ਕੁਝ ਵੀ ਨਹੀਂ ਹੁੰਦਾ, ਨਾ ਲੜਿਆ ਜਾਂਦਾ, ਨਾ ਇਹ ਸੰਤੁਲਿਤ ਭੋਜਨ। ਪਰ ਗੁਰੂ ਸਾਹਿਬ ਨੇ ਸਾਦੇ ਭੋਜਨ ਦੀ ਜਿਹੜੀ ਰਵਾਇਤ ਚਲਾਈ ਸੀ, ਉਹਦੇ ਪਿੱਛੇ ਇੱਕ ਸਾਇੰਟੀਫਿਕ ਲੌਜਿਕ ਇਹ ਸੀ ਕਿ ਭੋਜਨ ਜਿੰਨਾ ਖੁਰਾਕ ਜਿੰਨੀ ਸਾਦੀ ਹੋਊਗੀ ਉਨੀ ਪੌਸ਼ਟਿਕ ਭਰਪੂਰ ਹੋਏਗੀ, ਪੌਸ਼ਟਿਕਤਾ ਵੀ ਹੋਏਗੀ ਔਰ ਉਹਨਾਂ ਦਾ ਦਿਮਾਗ ਵੀ ਉਸੇ ਹਿਸਾਬ ਦਾ ਚੱਲੇਗਾ। ਬਿਲਕੁਲ। ਕਿਉਂਕਿ ਵਿਕਾਰਾਂ ਨਾਲ ਜਿਹੜੀ ਭਰਦੀ ਆ ਮੱਤ, ਉਹ ਕਿਉਂ ਭਰਦੀ ਹੈ? ਜਦੋਂ ਅਸੀਂ ਬਿਨਾਂ ਲੋੜ ਤੋਂ ਬੜੇ ਐਸ਼ਿਸ਼ਤ ਵਾਲੀਆਂ ਚੀਜ਼ਾਂ ਖਾਣ ਪੀਣ ਲੱਗ ਜਾਂਦੇ ਆ ਤਾਂ ਸਾਡੀ ਮੱਤ ਦੇ ਵਿੱਚ ਵੀ ਉਸ ਤਰ੍ਹਾਂ ਦੇ ਵਿਕਾਰ ਭਰ ਜਾਂਦੇ। ਬਿਲਕੁਲ ਠੀਕ ਹੈ। ਪੰਜਾਬੀ ਖੁੱਲ੍ਹਾ ਖਾਣ ਪੀਣ ਦੇ ਜਿਹੜੇ ਆਦੀ ਹੈਗੇ ਨੇ, ਜਦੋਂ ਅਸੀਂ ਘਰਾਂ 'ਚ ਵਾਪਸ ਆ ਜਾਵਾਂਗੇ ਆਪਾਂ ਆਪਸ ਵਿੱਚ ਆਪਸੀ ਕਮਿਊਨਿਟੀ ਦੇ ਵਿੱਚ ਬੜਾ ਖੁੱਲ੍ਹਾ ਵਰਤਾਂਗੇ। ਪਰ ਜਿਹੜਾ ਉੱਥੇ ਲੰਗਰ ਚੱਲ ਰਿਹਾ, ਅਸੀਂ ਬਿਨਾਂ ਭਿੰਨ ਭੇਦ ਸਾਰਿਆਂ ਨੂੰ ਵਰਤਾਉਣਾ ਲੰਗਰ, ਸਾਰੇ ਖਾ ਸਕਦੇ ਨੇ, ਪਰ ਲੰਗਰ ਬਾਕੀ ਉਸ ਤੋਂ ਉੱਪਰ ਸੁੱਕੀ ਰਸਤ ਕਿਸੇ ਨੂੰ ਕਿਉਂ ਦਿਓ ਤੁਸੀਂ? ਸੁੱਕੀ ਰਸਤ ਦੇਣੀ ਬੰਦ ਕਰ ਦਿਓ। ਜਿਹੜੀ ਉਸ ਤੋਂ ਉੱਪਰ ਤੁਸੀਂ ਪੱਕਿਆ ਹੋਇਆ ਲੰਗਰ ਦਿਓ ਲੋਕਾਂ ਨੂੰ। ਬਿਲਕੁਲ ਛਕਾਓ। ਬਿਲਕੁਲ ਭੁੱਖੇ ਨੂੰ ਬਿਲਕੁਲ ਛਕਾਓ। ਕਿਉਂਕਿ ਸਾਡੇ ਸਿੱਖ ਧਰਮ ਦੀ ਰਵਾਇਤ ਹੈ ਕਿ ਜਦੋਂ ਸਿੱਖ ਦੇ ਘਰ ਪ੍ਰਸ਼ਾਦਾ ਤਿਆਰ ਹੁੰਦਾ ਨਾ, ਉਹ ਆਸੇ ਪਾਸੇ ਦੇਖਦਾ ਹੈ, ਗੁਰੂ ਦਾ ਹੁਕਮ ਹੈ। ਭੁੱਖਾ ਤਾਂ ਨਹੀਂ ਹੈ ਕੋਈ, ਭੁੱਖਾ ਤਾਂ ਆ ਕੇ ਭਾਈ ਲੰਗਰ ਛਕੇ। ਪਰ ਸੋਚ ਲਓ ਹੁਣ ਜਿਹੜੀਆਂ ਗੱਲਾਂ ਅਸੀਂ ਕੀਤੀਆਂ, ਸਾਡੀ ਗੁਜ਼ਾਰਿਸ਼ ਹੈ ਕਿਉਂਕਿ ਐਜੂਕੇਸ਼ਨ ਦੇ ਬਾਰੇ ਇਸ ਦੇ ਬਾਰੇ 'ਚ ਸਾਡੇ ਤੋਂ ਭੁੱਲ ਚੁੱਕ ਵੀ ਹੋ ਸਕਦੀ ਹੈ, ਸਾਡੀਆਂ ਗੱਲਾਂ ਕਿਸੇ ਨੂੰ ਚੁੱਭ ਵੀ ਗਈਆਂ ਹੋਣਗੀਆਂ, ਇਹਦੀ ਅਸੀਂ ਮਾਫੀ ਮੰਗਦੇ ਹਾਂ। ਪਰ ਜੋ ਅਸੀਂ ਵਿਸ਼ਲੇਸ਼ਣ ਕੀਤਾ, ਜੋ ਅਸੀਂ ਮੁਤਾਲਿਆ ਕੀਤਾ, ਉਹਦੇ ਆਧਾਰ ਤੇ ਅਸੀਂ ਇਹ ਗੱਲ ਕਹਿ ਰਹੇ ਹਾਂ ਤੇ ਸਾਨੂੰ ਆਪਣੀ ਕੌਮ ਦਾ ਦਰਦ ਹੈ, ਇਹਦੇ ਵਾਸਤੇ ਅਸੀਂ ਕਹਿ ਰਹੇ ਹਾਂ। ਇਸ ਲਈ ਪਲੀਜ਼ ਸਾਨੂੰ ਗਲਤ ਨਾ ਸਮਝਿਓ, ਸਾਡੀਆਂ ਗੱਲਾਂ ਤੇ ਗੌਰ ਕਰਿਓ। ਤੇ ਮੇਰੇ ਖਿਆਲ ਇਹਦੇ ਨਾਲ ਹੀ ਆਪਾਂ ਇਜਾਜ਼ਤ ਲਈਏ। ਫਿਰ ਲੜੀਵਾਰ ਇਸੇ ਨੂੰ ਅੱਗੇ ਜਾਰੀ ਰੱਖਾਂਗੇ। ਹੋਰ ਬਹੁਤ ਸਾਰੀ ਜਿਹੜੀਆਂ ਗੱਲਾਂ ਆਪਾਂ ਕਰਾਂਗੇ। ਸੋ ਧੰਨਵਾਦ ਸਰੋਤਿਓ, ਸਤਿ ਸ਼੍ਰੀ ਅਕਾਲ।